ਵੈਲਕਮ ਬੈਕ ਸਟੂਡੈਂਟਸ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਨਾਵਲ ਪ੍ਰਾਈਡ ਐਂਡ ਪ੍ਰੈਜੁਡਿਸ, ਜਿਸ ਨੂੰ ਕਿ ਜੇਨ ਆਸਟਿਨ ਨੇ ਲਿਖਿਆ ਹੋਇਆ ਹੈ, ਇਸ ਦੀ ਸਟੱਡੀ ਸਟਾਰਟ ਕੀਤੀ ਹੋਈ ਹੈ ਅਤੇ ਅਸੀਂ ਆਲਰੇਡੀ ਇਸ ਦੇ ਚੈਪਟਰ 1 ਅਤੇ ਚੈਪਟਰ 2 ਕਵਰ ਕਰ ਲਏ ਨੇ। ਅੱਜ ਅਸੀਂ ਇਸ ਨਾਵਲ ਦੇ ਚੈਪਟਰ 3 ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਐਨਾਲਿਸਿਸ ਕਵਰ ਕਰਾਂਗੇ। ਇਹ ਵੀਡੀਓ ਇਸ ਨਾਵਲ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਹਰ ਚੈਪਟਰ ਦੀ ਤਰ੍ਹਾਂ ਇਸ ਚੈਪਟਰ ਦੇ ਨਾਲ ਵੀ ਤੁਹਾਨੂੰ ਮੈਂ ਕੁਇਜ਼ ਨੰਬਰ 3 ਦਿੱਤਾ ਹੋਇਆ ਹੈ। ਇਹ ਕੁਇਜ਼ ਚੈਪਟਰ ਨੰਬਰ 3 ਦੇ ਸਾਰੇ ਟੈਕਸਟ ਦੇ ਉੱਪਰ ਬੇਸਡ ਹੈ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਤੁਸੀਂ 3rd ਚੈਪਟਰ ਦੀ ਚੰਗੀ ਤਰ੍ਹਾਂ ਸਟੱਡੀ ਕਰਨ ਤੋਂ ਬਾਅਦ ਇਹ 3rd ਕੁਇਜ਼ ਜ਼ਰੂਰ ਅਟੈਂਪਟ ਕਰੋ। ਤੁਹਾਨੂੰ ਪਤਾ ਹੈ ਕਿ ਤੁਹਾਡੇ ਐਗਜ਼ਾਮੀਨੇਸ਼ਨ ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਵੀ ਪੁੱਛੇ ਜਾਂਦੇ ਨੇ, ਜੋ ਕਿ ਟਰੂ ਫਾਲਸ, ਯੈਸ ਨੋ, ਵਨ ਵਰਡ ਆਨਸਰ ਅਤੇ ਕਰੈਕਟ ਆਪਸ਼ਨਸ ਟਿਕ ਕਰਨ ਵਾਲੇ ਹੁੰਦੇ ਨੇ। ਮੈਂ ਬਿਲਕੁਲ ਇੱਦਾਂ ਦੇ ਕੁਐਸਚਨਸ ਹੀ ਇਸ ਕੁਇਜ਼ ਦੇ ਵਿੱਚ ਇਨਕਲੂਡ ਕੀਤੇ ਨੇ। ਤਾਂ ਕੁਇਜ਼ ਅਟੈਂਪਟ ਕਰਨ ਨਾਲ ਇੱਕ ਤਾਂ ਤੁਹਾਡੀ ਐਗਜ਼ਾਮੀਨੇਸ਼ਨ ਦੀ ਤਾਂ ਤਿਆਰੀ ਹੋਏਗੀ ਹੀ ਅਤੇ ਨਾਲ ਹੀ ਤੁਹਾਡੀ ਨਾਵਲ ਦੀ ਸਟੋਰੀ ਦੀ ਵੀ ਚੰਗੀ ਪਕੜ ਬਣੇਗੀ। ਇਹ ਕੁਇਜ਼ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਭ ਤੋਂ ਟੌਪ ਤੇ ਮਿਲ ਜਾਵੇਗਾ। ਸਟੂਡੈਂਟਸ, ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਜੋ ਚੈਪਟਰ 3 ਦੀ ਸਟੱਡੀ ਕਰਨ ਜਾ ਰਹੇ ਹਾਂ, ਇਹ ਚੈਪਟਰ ਇਸ ਨਾਵਲ ਦਾ ਇੱਕ ਅਹਿਮ ਚੈਪਟਰ ਹੈ। ਤੁਹਾਨੂੰ ਪਤਾ ਹੈ ਬੱਚਿਓ ਕਿ ਤੁਹਾਨੂੰ ਲੌਂਗ ਆਨਸਰ ਟਾਈਪ, ਐਸੇ ਟਾਈਪ ਕੁਐਸਚਨਸ ਵੀ ਆਉਂਦੇ ਨੇ। ਉਹ ਦੋ ਤਰ੍ਹਾਂ ਦੇ ਕੁਐਸਚਨਸ ਹੁੰਦੇ ਨੇ। ਇੱਕ ਤਾਂ ਤੁਹਾਡੇ ਕਰੈਕਟਰ ਸਕੈਚ ਵਾਲੇ ਕੁਐਸਚਨ ਹੁੰਦੇ ਨੇ ਅਤੇ ਦੂਸਰੇ ਤੁਹਾਡੇ ਇਨਸੀਡੈਂਟ ਬੇਸਡ ਹੁੰਦੇ ਨੇ। ਇਹ ਜਿਹੜੇ ਇਨਸੀਡੈਂਟ ਬੇਸਡ ਕੁਐਸਚਨਸ ਨੇ, ਇਹ ਨਾਵਲ ਦੇ ਵਿੱਚ ਜੋ ਮੇਜਰ ਇਨਸੀਡੈਂਟਸ ਆਏ ਨੇ ਉਹਨਾਂ ਤੋਂ ਬਣਦੇ ਨੇ। ਤਾਂ ਨਾਵਲ ਦੀ ਬਹੁਤ ਹੀ ਅਹਿਮ ਘਟਨਾ, ਮੇਜਰ ਇਨਸੀਡੈਂਟ, ਚੈਪਟਰ 3 ਦੇ ਵਿੱਚ ਵੀ ਆਉਂਦਾ ਹੈ, ਬਿਕੋਜ਼ ਇਸ ਦੇ ਵਿੱਚ ਫਸਟ ਬਾਲ ਐਟ ਮੈਰੀਟਨ ਹਾਲ ਦੇ ਵਿੱਚ ਹੁੰਦੀ ਹੈ। ਇਹ ਇੱਕ ਅਜਿਹੀ ਘਟਨਾ ਹੈ ਬੱਚਿਓ ਕਿ ਜਿਸ ਵਿੱਚ ਨਾਵਲ ਦੀ ਸਟੋਰੀ ਸੈੱਟ ਹੋ ਜਾਂਦੀ ਹੈ। ਇਸ ਬਾਲ ਦੇ ਵਿੱਚ, ਇਸ ਡਾਂਸ ਪਾਰਟੀ ਦੇ ਵਿੱਚ ਨਾਵਲ ਦੇ ਜੋ ਮੁੱਖ ਕਿਰਦਾਰ ਨੇ, ਮੇਨ ਕਰੈਕਟਰਸ ਨੇ, ਉਹ ਸਾਰੇ ਸ਼ਾਮਿਲ ਹੁੰਦੇ ਨੇ। ਮੈਰੀਟਨ ਹਾਲ ਦੇ ਵਿੱਚ ਜੋ ਬਾਲ ਚੱਲਦੀ ਹੈ, ਉਸ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਸ ਨਾਲ ਇਹਨਾਂ ਪਾਤਰਾਂ ਦੇ ਵਿਚਕਾਰ, ਇਹਨਾਂ ਮੇਜਰ ਕਰੈਕਟਰਸ ਦੇ ਅੰਦਰ ਕੁਝ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ, ਜੋ ਕਿ ਨਾਵਲ ਦੀਆਂ ਆਉਣ ਵਾਲੀਆਂ ਘਟਨਾਵਾਂ ਤੇ ਪੂਰਾ ਅਸਰ ਪਾਉਂਦੀਆਂ ਨੇ। ਤਾਂ ਬੱਚਿਓ, ਮੈਂ ਇਸ ਚੈਪਟਰ 3 ਦੀ ਬਹੁਤ ਹੀ ਡਿਟੇਲ ਦੇ ਵਿੱਚ ਸਟੱਡੀ ਕਰਾਈ ਹੈ, ਇਸ ਕਰਕੇ ਇਹ ਵਾਲਾ ਵੀਡੀਓ ਥੋੜਾ ਜਿਹਾ ਲੈਂਥੀ ਬਣ ਗਿਆ ਹੈ। ਬਟ ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਸ ਚੈਪਟਰ 3 ਨੂੰ ਚੰਗੀ ਤਰ੍ਹਾਂ ਇੰਜੋਏ ਕਰੋਗੇ ਅਤੇ ਨਾਲ ਹੀ ਨਾਵਲ ਦੇ ਮੇਨ ਕਰੈਕਟਰਸ ਨੂੰ ਚੰਗੀ ਤਰ੍ਹਾਂ ਸਮਝੋਗੇ, ਜਿਸ ਨਾਲ ਕਿ ਤੁਹਾਨੂੰ ਆਉਣ ਵਾਲੇ ਨਾਵਲ ਦੇ ਇਨਸੀਡੈਂਟਸ ਵੀ ਚੰਗੀ ਤਰ੍ਹਾਂ ਸਮਝ ਆਉਂਦੇ ਰਹਿਣਗੇ। ਤਾਂ ਸਟੂਡੈਂਟ, ਜਿਹੜਾ ਚੈਪਟਰ 3 ਹੈ ਉਹ ਤੁਹਾਡੀ ਬੁੱਕ ਦੇ ਵਿੱਚੋਂ 2 ਪੈਰਿਆਂ ਤੋਂ ਬਾਅਦ ਸਟਾਰਟ ਹੋ ਰਿਹਾ ਹੈ। ਬਟ ਬੇਸਿਕਲੀ ਨਾਵਲ ਦੇ ਵਿੱਚ ਇਸ ਤੋਂ ਪਹਿਲਾਂ ਵੀ 2 ਪੈਰੇ ਹੈਗੇ ਹੈ। ਚਲੋ, ਹੁਣ ਤੁਹਾਡੀ ਬੁੱਕ 'ਚ ਨਹੀਂ ਹੈਗੇ ਹੁੰਦੇ ਤਾਂ ਬਹੁਤ ਅੱਛੀ ਗੱਲ ਸੀ, ਮੈਂ ਤੁਹਾਨੂੰ ਸਮਝਾ ਦਿੰਦਾ। ਪਰ ਚਲੋ, ਜੇ ਨਹੀਂ ਹੈਗੇ ਤਾਂ ਆਪਾਂ ਉੱਥੋਂ ਹੀ ਸਟਾਰਟ ਕਰਦੇ ਹਾਂ ਜਿੱਥੋਂ ਤੁਹਾਨੂੰ ਦਿੱਤਾ ਹੋਇਆ। ਤਾਂ ਚੈਪਟਰ 3 ਹੈ ਜੀ ਕਿ ਇਨ ਅ ਫਿਊ ਡੇਜ਼ ਮਿਸਟਰ ਬਿੰਗਲੇ ਰਿਟਰਨ ਮਿਸਟਰ ਬੈਨੇਟਸ ਵਿਜ਼ਿਟ ਐਂਡ ਸੈਟ ਅਬਾਊਟ 10 ਮਿੰਟਸ ਵਿਦ ਹਿਮ ਇਨ ਹਿਜ਼ ਲਾਇਬ੍ਰੇਰੀ। ਹੁਣ ਤੁਹਾਨੂੰ ਪਤਾ ਹੈ ਕਿ ਚੈਪਟਰ 2 ਦੇ ਵਿੱਚ ਅਸੀਂ ਬੇਟਾ ਦੇਖਿਆ ਹੈ ਕਿ ਮਿਸਟਰ ਬੈਨੇਟ ਜਾ ਕੇ ਮਿਸਟਰ ਬਿੰਗਲੇ ਨੂੰ ਮਿਲਿਆ ਆ, ਪਤਾ ਹੈ ਨਾ ਸਾਨੂੰ। ਹਾਲਾਂਕਿ ਉਸਨੇ ਆ ਕੇ ਪਹਿਲਾਂ ਦੱਸਿਆ ਨਹੀਂ ਪਰਿਵਾਰ ਨੂੰ, ਫਿਰ ਬੜਾ ਭਕਾਈ ਮਾਰ ਕੇ ਉਸਨੇ ਉਸ ਤੋਂ ਬਾਅਦ ਦੱਸਿਆ। ਹੁਣ ਉਸ ਟਾਈਮ ਨਾ ਇੱਕ ਡੈਕੋਰਮ ਸੀਗਾ, ਇੱਕ ਮੈਨਰ ਸੀ ਕਿ ਜਦੋਂ ਸਪੋਜ਼ ਕਰੋ ਕਿਸੇ ਬੰਦੇ ਨੂੰ ਕੋਈ ਬੰਦਾ ਮਿਲ ਕੇ ਆਉਂਦਾ ਸੀ ਤਾਂ ਨੈਚੁਰਲੀ ਉਹਦੇ ਘਰ ਮਿਲਣ ਗਿਆ ਹੋਣਾ ਉਹਨੂੰ। ਜਿਸ ਨੂੰ ਮਿਲ ਕੇ ਆਇਆ ਸੀਗਾ ਬੰਦਾ, ਉਹ ਬੰਦਾ ਵਾਪਸ ਹੁਣ ਉਹਦੇ ਘਰੇ ਜਾਊਗਾ, ਪਹਿਲੇ ਬੰਦੇ ਦੇ ਜਿਹੜਾ ਉਹਨੂੰ ਮਿਲਣ ਆਇਆ, ਤੇ ਵਿਦਿਨ ਅ ਵੀਕ ਜਾਊਗਾ। ਇਹ ਮਤਲਬ ਇੱਕ ਤੁਸੀਂ ਲਾ ਲਓ ਵੀ ਸ਼ਿਸ਼ਟਾਚਾਰ ਸੀਗਾ। ਜਿਵੇਂ ਹੁੰਦਾ ਵੀ ਕੋਈ ਸਾਨੂੰ ਮਿਲਣ ਆਇਆ ਤਾਂ ਸਾਨੂੰ ਵੀ ਉਹਦੇ ਘਰ ਜਾਣਾ ਚਾਹੀਦਾ। ਉਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਇਹ ਪਰੰਪਰਾ ਸੀ ਵੀ ਜੇ ਕੋਈ ਤੁਹਾਨੂੰ ਮਿਲਣ ਆਇਆ ਫਸਟ ਟਾਈਮ, ਤੁਸੀਂ ਉਹਨੂੰ ਮਿਲੇ ਹੋ, ਤਾਂ ਤੁਸੀਂ ਵਿਦਿਨ ਅ ਵੀਕ ਉਹਨੂੰ ਮਿਲਣ ਜਾਓਗੇ। ਤੇ ਇਹ ਮੰਨਿਆ ਜਾਂਦਾ ਸੀ ਕਿ ਉਹ ਉਸ ਨੂੰ ਜਾ ਕੇ ਘੱਟੋ ਘੱਟ ਅੱਧਾ ਘੰਟਾ ਮਿਲ ਕੇ ਆਊਗਾ ਘਰੇ। ਹੁਣ ਇੱਥੇ ਕੀ ਹੋਇਆ ਕਿ ਕੁਝ ਦਿਨਾਂ ਬਾਅਦ ਹੀ, ਨੈਚੁਰਲੀ ਹੋ ਸਕਦਾ ਹੈ ਕਿ ਵਿਦਿਨ ਅ ਵੀਕ, ਹਫਤੇ ਦੇ ਵਿੱਚ ਹੀ ਮਿਸਟਰ ਬਿੰਗਲੇ ਮਿਸਟਰ ਬੈਨੇਟ ਦੇ ਘਰ ਗਿਆ ਜੀ ਉਹਨੂੰ ਮਿਲਣ। ਪਹਿਲਾਂ ਮਿਸਟਰ ਬੈਨੇਟ ਆਇਆ ਮਿਸਟਰ ਬਿੰਗਲੇ ਨੂੰ ਮਿਲਣ, ਹੁਣ ਮਿਸਟਰ ਬਿੰਗਲੇ ਮਿਸਟਰ ਬੈਨੇਟ ਨੂੰ ਮਿਲਣ ਗਿਆ ਅਤੇ ਉੱਥੇ ਕਿੰਨੀ ਦੇਰ ਰੁਕਿਆ ਵੀ? 10 ਮਿੰਟਸ, ਸਿਰਫ 10 ਮਿੰਟ ਰੁਕਿਆ। ਤੇ ਕਿੱਥੇ ਰੁਕਿਆ? ਉਹਦੀ ਲਾਇਬ੍ਰੇਰੀ 'ਚ। ਇਹ ਛੋਟੇ ਕੁਐਸਚਨ ਬਣਦੇ ਆ। ਹੁਣ ਇੱਥੇ ਹੀ ਦਾ ਮਤਲਬ ਮਿਸਟਰ ਬਿੰਗਲੇ ਤੋਂ ਹੀ ਹੈ ਕਿ ਮਿਸਟਰ ਬਿੰਗਲੇ ਨੇ ਇਹ ਸੋਚਿਆ ਸੀ ਮੈਨੂੰ ਯੰਗ ਲੇਡੀਜ਼ ਦੀ ਕੋਈ ਝਲਕ ਮਿਲੂਗੀ। ਉਹਨੂੰ ਪਤਾ ਲੱਗ ਗਿਆ ਸੀ ਨਾ ਵੀ ਇਹਦੇ ਘਰੇ 5 ਲੜਕੀਆਂ ਨੇ, ਤੇ ਉਹ ਕਿਉਂਕਿ ਹੁਣ ਉਹ ਰਹਿਣ ਲੱਗ ਗਿਆ ਸੀ ਨੀਦਰਫੀਲਡ ਪਾਰਕ 'ਚ ਆ ਕੇ। ਹੋ ਸਕਦਾ ਕਿ ਉਹਨੂੰ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਹੋਣਾ ਵੀ ਮਿਸਟਰ ਬੈਨੇਟ ਦੀਆਂ ਲੜਕੀਆਂ ਬੜੀਆਂ ਖੂਬਸੂਰਤ ਹੈ ਵੀ। ਉਹ ਵੀ ਸੋਚ ਰਿਹਾ ਸੀ ਮੈਂ ਵੀ ਇੱਕ ਝਲਕ ਦੇਖਾਂ, ਕਿ ਉਹਨੂੰ ਦਿਖੀ, ਦੇਖਦੇ ਆ।
of whose beauty he had heard much। ਉਹਨਾਂ ਦੀਆਂ ਬਿਊਟੀ ਬਾਰੇ, ਉਹਨਾਂ 5 ਕੁੜੀਆਂ ਦੀ ਬਿਊਟੀ ਬਾਰੇ ਉਹਨੇ ਬੜਾ ਕੁਝ ਸੁਣਿਆ ਸੀ, 5 ਭੈਣਾਂ ਬੜੀਆਂ ਖੂਬਸੂਰਤ ਐ ਵੀ, ਬੜਾ ਸੁਣਿਆ ਸੀ ਉਹਨੇ। ਬਟ ਹੀ saw only the father। ਪਰ ਉਹਨੂੰ ਕੌਣ ਦਿਖਿਆ ਵੀ? ਕੱਲਾ ਉਹਦਾ ਫਾਦਰ, ਕੁੜੀ ਨਹੀਂ ਦਿਖੀ ਉਹਨੂੰ। ਹਾਲਾਂਕਿ ਮਨ 'ਚ ਇੱਛਾ ਲੈ ਕੇ ਆਇਆ ਸੀ ਮੈਂ ਕਿਸੇ ਕੁੜੀ ਨੂੰ ਦੇਖਾਂ, ਹੈ ਨਾ, ਘਰ ਗਿਆ ਸੀਗਾ, ਪਰ ਹੁਣ ਉਹਦਾ ਡੈਡੀ ਉਹ ਦੇਖਿਆ ਕੁੜੀਆਂ ਦਾ, ਕੁੜੀ ਕੋਈ ਨਹੀਂ ਦਿਖੀ। The ladies were somewhat more fortunate। ਪਰ ਲੇਡੀਜ਼ ਥੋੜ੍ਹੀਆਂ ਜਿਹੀਆਂ ਕਿਸਮਤ ਵਾਲੀਆਂ ਸੀ। ਫੋਰਚੂਨੇਟ ਦਾ ਮਤਲਬ ਇੱਥੇ ਬੇਟਾ ਲੱਕੀ ਕਹਿ ਲਓ, ਕਿ ਥੋੜ੍ਹੀ ਜਿਹੀਆਂ ਲੱਕੀ ਸੀਗੀਆਂ। ਕਿਵੇਂ ਕਿਸਮਤ ਵਾਲੀਆਂ ਕਿਵੇਂ ਸੀ ਜੀ? For they had the advantage of ascertaining from an upper window। ਕਿਉਂਕਿ ਉਹ ਚਵਾਰੇ ਚੜੀਆਂ ਹੋਈਆਂ ਸੀ 5 ਕੁੜੀਆਂ। ਅਪਰ ਵਿੰਡੋ ਦਾ ਮਤਲਬ ਚਵਾਰਾ, ਉੱਪਰਲੀ ਵਿੰਡੋ। ਤਾਂ ਅਪਰ ਵਿੰਡੋ ਤੇ ਚੜੀਆਂ ਹੋਈਆਂ ਸੀ ਜੀ। ਉੱਥੋਂ ਉਹਨਾਂ ਨੇ ਕਿਹਨੂੰ ਦੇਖ ਲਿਆ? ਮਿਸਟਰ ਬਿੰਗਲੇ ਨੂੰ ਦੇਖ ਲਿਆ। ਮਿਸਟਰ ਬਿੰਗਲੇ ਨਹੀਂ ਦੇਖ ਪਾਇਆ ਕਿਸੇ ਵੀ ਕੁੜੀ ਨੂੰ, ਲੇਕਿਨ 5 ਕੁੜੀਆਂ ਨੇ ਮਿਸਟਰ ਬਿੰਗਲੇ ਨੂੰ ਅਪਰ ਵਿੰਡੋ ਤੋਂ ਦੇਖ ਲਿਆ। ਇੱਥੇ ਐਸਰਟੇਨ ਦਾ ਮਤਲਬ ਹੈ ਬੇਟਾ ਡਿਸਕਵਰ ਸਮਥਿੰਗ। ਐਸਰਟੇਨ ਦਾ ਮਤਲਬ ਹੈ ਨਾ ਟੂ ਡਿਸਕਵਰ ਸਮਥਿੰਗ, ਵੀ ਕੋਈ ਚੀਜ਼ ਜਦ ਤੁਹਾਨੂੰ ਦਿਖ ਜਾਂਦੀ ਹੈ ਜਾਂ ਲੱਭ ਜਾਂਦੀ ਹੈ ਉਹਨੂੰ ਤੁਸੀਂ ਕਹਿੰਦੇ ਹੋ। ਤਾਂ ਉਹਨਾਂ ਨੂੰ ਕੌਣ ਦਿਖ ਗਿਆ ਜੀ? ਮਿਸਟਰ ਬਿੰਗਲੇ। ਕੀ ਦੇਖਿਆ ਉਹਨਾਂ ਨੇ? ਦੈਟ ਹੀ ਵੋਰ ਅ ਬਲੂ ਕੋਟ ਐਂਡ ਰੋਡ ਅ ਬਲੈਕ ਹੋਰਸ। ਕਿ ਉਹ ਇੱਕ ਬਲੂ ਕਲਰ ਦਾ ਕੋਟ ਪਾ ਕੇ ਆਇਆ ਹੈ ਅਤੇ ਬਲੈਕ ਹੋਰਸ ਦੇ ਉੱਪਰ ਸਵਾਰੀ ਕਰਕੇ ਆਇਆ, ਕਾਲੇ ਘੋੜੇ ਤੇ ਆਇਆ, ਨੀਲਾ ਕੋਟ ਪਾ ਕੇ ਆਇਆ। ਕੀ ਪਾਇਆ ਉਸਨੇ? ਬਲੂ ਕੋਟ, ਬਲੈਕ ਹੋਰਸ। ਛੋਟੇ ਕੁਐਸਚਨ ਬਣਦੇ ਹੈ। ਹੁਣ ਆਗੇ ਚਲਾ ਗਿਆ। ਕਿੰਨੀ ਦੇਰ ਰੁਕਿਆ ਉਹ? ਸਿਰਫ 10 ਮਿੰਟ। ਆਗੇ ਚਲਾ ਗਿਆ। ਉਸ ਤੋਂ ਬਾਅਦ an invitation to dinner was soon afterwards dispatched। ਫਿਰ ਉਸਨੂੰ ਇਨਵੀਟੇਸ਼ਨ ਦਿੱਤਾ ਗਿਆ ਕਿ ਹੁਣ ਤੂੰ ਡਿਨਰ ਤੇ ਆ। ਦੇਖੋ ਤੁਹਾਨੂੰ ਇਹ ਸਮਝਣਾ ਪਊਗਾ ਕਿ ਇਹ ਇੰਗਲਿਸ਼ ਕਲਚਰ ਕਿੱਦਾਂ ਦਾ ਹੈ। ਕੋਈ ਮਿਲਣ ਆਉਂਦਾ ਹੈ, ਫਿਰ ਉਹਨੂੰ ਉਹ ਮਿਲਣ ਜਾਂਦਾ ਹੈ, ਫਿਰ ਪਹਿਲਾ ਘਰ ਉਹਨਾਂ ਨੂੰ ਕਹਿੰਦਾ ਹੈ ਕਿ ਤੂੰ ਡਿਨਰ ਤੇ ਆ। ਇਸ ਤਰ੍ਹਾਂ ਚੱਲਦਾ ਹੈ ਕੰਮ। ਡਿਨਰ ਦਾ ਇਨਵੀਟੇਸ਼ਨ ਦਿੱਤਾ ਗਿਆ, ਡਿਸਪੈਚ ਮਤਲਬ ਉਹਨੂੰ ਭੇਜਿਆ ਗਿਆ। and already had Mrs. Bennet planned the courses that were to do credit to her housekeeping। ਹੁਣ ਕਿਉਂਕਿ ਡਿਨਰ ਕਿਹਦੇ ਘਰ ਹੋ ਰਿਹਾ ਸੀ ਜੀ? ਮਿਸਿਸ ਬੈਨਟ ਦੇ। ਤਾਂ ਮਿਸਿਸ ਬੈਨਟ ਨੇ ਪੂਰਾ ਪਲਾਨ ਕਰਿਆ ਵੀ ਕਿ ਕਿਸ ਤਰੀਕੇ ਦੇ ਨਾਲ ਡਿਨਰ ਹੋਊਗਾ, ਡਿਨਰ 'ਚ ਕੀ ਖਾਣਾ ਬਣੂਗਾ, ਕੀ ਸਰਵ ਕੀਤਾ ਜਾਊਗਾ, ਤਾਂ ਕਿ ਫਿਰ ਉਸ ਦੀ ਜਿਹੜੀ ਹਾਊਸਕੀਪਿੰਗ ਹੈ, ਇੱਥੇ ਹਾਊਸਕੀਪਿੰਗ ਦਾ ਮਤਲਬ ਸਾਂਭ ਸੰਭਾਲ, ਜਿਸ ਤਰੀਕੇ ਨਾਲ ਆਪਾਂ ਘਰ ਦੀ ਸਾਂਭ ਸੰਭਾਲ ਕਰਦੇ ਹਾਂ ਨਾ, ਘਰ ਨੂੰ ਕਿਸ ਤਰ੍ਹਾਂ ਸਾਂਭ ਕੇ ਰੱਖਦੇ ਉਹਨੂੰ ਹਾਊਸਕੀਪਿੰਗ ਕਹਿੰਦੇ ਆ। ਤੇ ਫਿਰ ਉਸਦੀ ਪ੍ਰੇਜ਼ ਹੋਊਗੀ। ਉਸ ਚੀਜ਼ ਨੂੰ ਦੇਖ ਕੇ ਬਿੰਗਲੇ ਉਹਦੀ ਪ੍ਰੇਜ਼ ਕਰੂਗਾ। ਇੱਥੇ ਇੱਕ ਵਰਡ ਆਇਆ ਟੂ ਡੂ ਕ੍ਰੈਡਿਟ। ਟੂ ਡੂ ਕ੍ਰੈਡਿਟ ਦਾ ਮਤਲਬ ਹੁੰਦਾ ਬੇਟਾ ਟੂ ਬ੍ਰਿੰਗ ਪ੍ਰੇਜ਼, ਕਿ ਜਦ ਆਪਾਂ ਕਿਸੇ ਦੀ ਪ੍ਰੇਜ਼ ਲੈਂਦੇ ਹਾਂ, ਪ੍ਰਸ਼ੰਸਾ ਲੈਂਦੇ ਹਾਂ, ਉਸਨੂੰ ਆਪਾਂ ਟੂ ਡੂ ਕ੍ਰੈਡਿਟ ਕਹਿੰਦੇ ਹਾਂ। ਸਮਝ ਆ ਗਈ ਲਾਈਨ? ਇਹ ਇਸ ਲਾਈਨ ਦੇ ਵਿੱਚ ਇਹ ਦੱਸਿਆ ਗਿਆ ਕਿ ਮਿਸਿਸ ਬੈਨਟ ਨੂੰ ਹੁਣ ਪੂਰਾ ਮੌਕਾ ਸੀਗਾ ਵੀ ਆਪਣੀ ਪੂਰੀ ਆਓ ਭਗਤ ਕਰਕੇ ਦਿਖਾਵੇ, ਆਪਣਾ ਘਰ ਕਿਸ ਤਰ੍ਹਾਂ ਉਹ ਵਧੀਆ ਸਾਂਭਦੀ ਹੈ, ਕਿਸ ਤਰੀਕੇ ਨਾਲ ਕਰਦੀ ਹੈ, ਤਾਂ ਉਹਨੂੰ ਪ੍ਰੇਜ਼ ਮਿਲੇ। ਤਾਂ ਪੂਰੀ ਉਹਦੀ ਤਿਆਰੀ ਸੀ। ਪਰੰਤੂ ਹੋਇਆ ਕਿ when an answer arrived which deferred it all। ਹੁਣ ਨੈਚੁਰਲੀ ਡਿਨਰ ਲਈ ਇਨਵੀਟੇਸ਼ਨ ਭੇਜਿਆ ਗਿਆ, ਆਨਸਰ ਵੀ ਆਊਗਾ ਕਿ ਹਾਂ ਮੈਂ ਆ ਰਿਹਾ ਹਾਂ ਜਾਂ ਨਹੀਂ ਆ ਰਿਹਾ। ਆਨਸਰ ਕੀ ਆਇਆ? ਜਿਸ ਦੇ ਨਾਲ ਸਾਰਾ ਕੁਝ ਡੈਫਰਡ ਹੋ ਗਿਆ। ਡੈਫਰ ਦਾ ਮਤਲਬ ਪੋਸਟਪੋਨ ਹੋ ਗਿਆ। ਡੈਫਰ ਦਾ ਮਤਲਬ ਇੱਥੇ ਪੋਸਟਪੋਨ ਤੋਂ ਹੈ। ਤਾਂ ਪੋਸਟਪੋਨ ਦਾ ਮਤਲਬ ਸਮਝਦੇ ਹੋ ਤੁਸੀਂ? ਅੱਗੇ ਪੈ ਗਿਆ ਕਿ ਭਾਈ ਜਿਸ ਦਿਨ ਤੁਸੀਂ ਸਾਨੂੰ ਬੁਲਾ ਰਹੇ ਹੋ ਉਸ ਦਿਨ ਮੈਂ ਨਹੀਂ ਆ ਸਕਦਾ। ਮਿਸਟਰ ਬਿੰਗਲੇ ਨਹੀਂ ਆ ਸਕਦਾ। ਜਿਹੜਾ ਇਨਵੀਟੇਸ਼ਨ ਦਿੱਤਾ ਸੀਗਾ ਉਸ ਦਿਨ ਨਹੀਂ ਆਇਆ। ਕਿਉਂ? ਮਿਸਟਰ ਬਿੰਗਲੇ ਵਾਸ ਓਬਲਾਈਜ਼ਡ ਟੂ ਬੀ ਇਨ ਟਾਊਨ ਦਾ ਫੋਲੋਇੰਗ ਡੇ। ਕਿਉਂਕਿ ਅਗਲੇ ਦਿਨ ਮਿਸਟਰ ਬਿੰਗਲੇ ਨੇ ਟਾਊਨ 'ਚ ਜਾਣਾ ਸੀ। ਇੱਥੇ ਓਬਲਾਈਜ਼ਡ ਸ਼ਬਦ ਆਇਆ ਬੇਟਾ। ਓਬਲਾਈਜ਼ ਦਾ ਮਤਲਬ ਹੁੰਦਾ ਹੈ ਬਾਉਂਡ ਟੂ। ਓਬਲਾਈਜ਼ ਟੂ ਦਾ ਮਤਲਬ ਹੈ ਬਾਉਂਡ ਟੂ, BOUND। ਬਾਉਂਡ ਟੂ ਦਾ ਮਤਲਬ ਜਦੋਂ ਕੋਈ ਬੰਦਾ ਬੰਨਿਆ ਜਾ ਹੁੰਦਾ ਵੀ ਮੈਨੇ ਯਾਰ ਆਹ ਕੰਮ ਕਰਨਾ ਹੀ ਕਰਨਾ। ਤਾਂ ਉਸ ਦਿਨ ਮਿਸਟਰ ਬਿੰਗਲੇ ਤੇ ਕੀ ਬੰਨਣ ਪਿਆ ਸੀ ਕਿ ਉਸਨੇ ਟਾਊਨ 'ਚ ਜਾਣਾ ਸੀ। ਹੁਣ ਇੱਥੇ ਟਾਊਨ ਕੀ ਹੈ ਜੀ? ਕਿਸ ਟਾਊਨ ਦੀ ਗੱਲ ਹੋ ਰਹੀ ਹੈ? ਲੰਡਨ ਦੀ। ਇੱਥੇ ਟਾਊਨ ਦਾ ਮਤਲਬ ਕੀ ਹੈ ਜੀ? ਲੰਡਨ। ਲੰਡਨ ਦੀ ਗੱਲ ਹੋ ਰਹੀ ਹੈ। ਉਸਨੇ ਲੰਡਨ ਜਾਣਾ ਸੀ ਅਗਲੇ ਦਿਨ। ਐਂਡ ਕੌਨਸੀਕੁਐਂਟਲੀ ਅਨੇਬਲ ਟੂ ਐਕਸੈਪਟ ਦੀ ਓਨਰ ਆਫ ਦੇਅਰ ਇਨਵੀਟੇਸ਼ਨ। ਇਸ ਕਰਕੇ ਉਹ ਉਹਨਾਂ ਦੇ ਇਨਵੀਟੇਸ਼ਨ ਦਾ ਜਿਹੜਾ ਓਨਰ ਸੀ ਉਸਨੂੰ ਐਕਸੈਪਟ ਨਹੀਂ ਸੀ ਕਰ ਸਕਦਾ, ਕਿਉਂਕਿ ਉੱਥੇ ਹੈ ਹੀ ਨਹੀਂ ਸੀ। ਦੈਟ ਵਾਜ਼ ਅ ਪ੍ਰੋਬਲਮ। ਉਸ ਤੋਂ ਬਾਅਦ ਦੇਖੋ ETC ਪਿਆ ਹੋਇਆ ਨਾ, ਇਨਵੀਟੇਸ਼ਨ ਤੋਂ ਬਾਅਦ ETC। ਇਹਦਾ ਕੀ ਮਤਲਬ ਹੈ? ETC ਦਾ ਮਤਲਬ ਇਹ ਹੈ ਕਿ ਮਿਸਟਰ ਬਿੰਗਲੇ ਨੇ ਜਦੋਂ ਆਨਸਰ ਭੇਜਿਆ ਉਹਦੇ 'ਚ ਉਹਨੇ ਕਾਰਨ ਦੱਸਿਆ। ਉਹਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਣਗੀਆਂ, ਬਟ ਇੱਥੇ ਸਿਰਫ ਇੰਨੀ ਗੱਲ ਲਿਖੀ ਗਈ ਹੈ ਕਿ ਹੀ ਵਾਜ਼ obliged ਟੂ ਬੀ ਇਨ ਟਾਊਨ ਦਾ ਫੋਲੋਇੰਗ ਡੇ। ਤਾਂ ਇੱਥੇ ETC ਦਾ ਮਤਲਬ ਹੈ ਬਾਕੀ ਸਾਰੀਆਂ ਗੱਲਾਂ। ETC ਦਾ ਮਤਲਬ ਐਟਸੈਟਰਾ
ਐਟਸੈਟਰਾ ਦਾ ਮਤਲਬ ਜਿਹਨੂੰ ਤੁਸੀਂ ਪੰਜਾਬੀ 'ਚ ਆਦਿ ਕਹਿ ਦਿੰਦੇ ਹੋ, ਤਾਂ ਇਹ ਸਾਰੀਆਂ ਗੱਲਾਂ ਉਸਨੇ ਲਿਖ ਕੇ ਭੇਜੀਆਂ ਸੀ। ਕਿਹਦੇ 'ਚ? ਲੈਟਰ 'ਚ। ਇਹ ਸਾਰਾ ਕੰਮ ਬੇਟਾ ਕਿਹਦੇ 'ਚ ਹੁੰਦਾ ਸੀ? ਲੈਟਰ 'ਚ ਹੁੰਦਾ ਸੀ। ਫੋਨ ਤਾਂ ਹੁੰਦੇ ਨਹੀਂ ਸੀ ਉਹਨਾਂ ਦਿਨਾਂ 'ਚ, ਮੋਬਾਈਲ ਨਹੀਂ ਸੀ, ਫੋਨ ਨਹੀਂ ਸੀ, ਤਾਂ ਲੈਟਰ ਭੇਜੇ ਜਾਂਦੇ ਸੀ। ਇਨਵੀਟੇਸ਼ਨ ਲਈ ਭੇਜਣਾ ਜੀ, ਡਿਨਰ ਲਈ ਭੇਜਣਾ, ਲੈਟਰ ਭੇਜਣਾ, ਫਿਰ ਉਹ ਆਨਸਰ ਦਊਗਾ ਲੈਟਰ 'ਚ ਮੈਂ ਆ ਰਿਹਾ ਕਿ ਨਹੀਂ ਆ ਰਿਹਾ। ਤਾਂ ਇਸ ਤਰ੍ਹਾਂ ਕੰਮ ਚੱਲਦਾ। ਮਿਸਿਸ ਬੈਨੇਟ ਵਾਜ਼ ਕੁਆਇਟ ਡਿਸਕਨਸਰਟਿਡ। ਹੁਣ ਜਦੋਂ ਮਿਸਿਸ ਬੈਨੇਟ ਨੇ ਤਾਂ ਤੁਹਾਨੂੰ ਪਤਾ ਪੂਰੀ ਤਿਆਰੀ ਕਰ ਰੱਖੀ ਸੀ, ਉਹਨੇ ਤਾਂ ਪੂਰਾ ਆਪਣਾ ਹਾਊਸਕੀਪਿੰਗ ਐਨ ਵਧੀਆ ਕਰੀ ਹੋਈ ਸੀ ਕਿ ਮੈਂ ਆਹ ਦਿਖਾऊं ਕਰਕੇ, ਆਹ ਕਰੂੰ, ਆਹ ਖਵਾऊं, ਇਹ ਉਹ ਮੇਰੀ ਪ੍ਰੇਜ਼ ਹੋ। ਤਾਂ ਨੈਚੁਰਲੀ ਸਭ ਤੋਂ ਜ਼ਿਆਦਾ ਧੱਕਾ ਕਿਹਨੂੰ ਵੱਜਣਾ ਸੀ? ਮਿਸਿਸ ਬੈਨੇਟ ਨੂੰ। ਤਾਂ ਇੱਥੇ ਡਿਸਕਨਸਰਟ ਦਾ ਮਤਲਬ ਕੀ ਹੋ ਗਿਆ ਜੀ? ਅਪਸੈਟ, ਕਿ ਉਹ ਬਹੁਤ ਅਪਸੈਟ ਹੋਈ, ਬਹੁਤ ਕਨਫਿਊਜ਼ਡ ਹੋਈ। ਕਨਫਿਊਜ਼ਡ ਵੀ ਲਿਖ ਸਕਦੇ ਹੋ। She could not imagine what business he could have in town so soon after his arrival in Hertfordshire. ਉਹਦੇ ਦਿਮਾਗ 'ਚ ਨਹੀਂ ਗੱਲ ਆਈ। She could not imagine, ਸੋਚ ਹੀ ਨਹੀਂ ਸੀ ਸਕਦੀ ਕਿ ਹਜੇ ਉਹ ਹੁਣੇ ਆਇਆ ਹੈ so soon, ਤੇ ਉਹਨੂੰ ਟਾਊਨ ਜਾਣਾ ਪੈ ਗਿਆ। ਕਿੱਥੇ ਆਇਆ? ਹਰਟਫੋਰਡਸ਼ਾਇਰ। ਹਰਟਫੋਰਡਸ਼ਾਇਰ ਨੂੰ ਜੀ ਤੁਸੀਂ ਥੋੜਾ ਜਿਹਾ ਗੂੜਾ ਕਰਕੇ ਇਸ ਨੂੰ ਪਿਨ ਪੁਆਇੰਟ ਕਰੋ, ਇਸ ਤੇ ਡਾਰਕ ਲਾਈਨ ਲਾਓ। ਬਹੁਤ ਹੀ ਇੰਪੋਰਟੈਂਟ ਜਗ੍ਹਾ ਹੈ ਹਰਟਫੋਰਡਸ਼ਾਇਰ। ਕੀ ਹੈ? ਹੁਣ ਤੱਕ ਸਾਨੂੰ ਸਿਰਫ ਇੱਕ ਜਗ੍ਹਾ ਦਾ ਨਾਮ ਆਇਆ। ਯਾਦ ਹੈ ਕਿਹੜੀ ਜਗ੍ਹਾ ਸੀਗੀ ਉਹ? ਨੈਦਰਫੀਲਡ ਪਾਰਕ। ਤੇ ਨੈਦਰਫੀਲਡ ਪਾਰਕ ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਇਹ ਇੱਕ ਘਰ ਦਾ ਨਾਮ ਹੈ। ਹੁਣ ਇਹ ਘਰ ਕਿੱਥੇ ਹੈ? ਉਹ ਜਗ੍ਹਾ ਦਾ ਨਾਮ ਉਹ ਕੀ ਹੈ ਜੀ? ਹਰਟਫੋਰਡਸ਼ਾਇਰ। ਹਰਟਫੋਰਡਸ਼ਾਇਰ ਬੇਟਾ ਸ਼ਹਿਰ ਨਹੀਂ ਹੈ, ਮੈਂ ਪਹਿਲਾਂ ਦੱਸ ਦਿੰਦਾ। ਇਟਸ ਅ ਕਾਉਂਟੀ। ਕਾਉਂਟੀ, COUNTY। ਕਾਉਂਟੀ ਕੀ ਹੈ ਜੀ? ਇਹ ਲੰਡਨ ਦੇ ਕੋਲੇ ਹੈ, ਹੁਣ ਵੀ ਹੈ। ਇਹ ਲੰਡਨ ਦੇ ਕੋਲੇ ਹੈ। ਹਰਟਫੋਰਡਸ਼ਾਇਰ ਹੁਣ ਵੀ ਹੈ ਬੇਟਾ, ਲੰਡਨ ਹੁਣ ਵੀ ਹੈ। ਲੇਕਿਨ ਉਹਦੇ ਵਿੱਚ ਜਿਹੜੀਆਂ ਬਾਕੀ ਜਗ੍ਹਾ ਦਾ ਜ਼ਿਕਰ ਆਇਆ ਨਾ, ਕਿਹੜੀਆਂ ਜਗ੍ਹਾ? ਨੈਦਰਫੀਲਡ ਪਾਰਕ, ਇੱਕ ਮੈਰੀਟਨ ਸ਼ਬਦ ਆਇਆ ਸੀ, ਯਾਦ ਕਰੋ, ਮੈਂ ਤੁਹਾਨੂੰ ਚੈਪਟਰ 2 'ਚ। ਇਹ ਸਾਰੇ ਫਿਕਸ਼ਨਲ ਹੈ। ਫਿਕਸ਼ਨਲ ਮਤਲਬ ਇਹ ਹੈ ਨਹੀਂ ਹੁਣ, ਇਹ ਸਿਰਫ ਜੇਨ ਆਸਟਨ ਨੇ ਆਪਣੇ ਕੋਲੋਂ ਘੜੇ ਨੇ। ਨਾਵਲ ਦੇ ਵਿੱਚ ਕਈ ਜਗ੍ਹਾ ਦੇ ਨਾਮ ਨਾਵਲਿਸਟ ਆਪਣੇ ਆਪ ਘੜਦਾ ਹੈ ਨਾ। ਨੈਦਰਫੀਲਡ ਪਾਰਕ ਹੋਇਆ, ਮੈਰੀਟਨ ਆਇਆ, ਹੋਰ ਵੀ ਨਾਮ ਆਣਗੇ, ਲੌਂਗਬੋਰਨ ਆਏਗਾ, ਹੋਰ ਕਈ ਨਾਮ ਆਣਗੇ। ਇਹ ਸਾਰੇ ਨਾਮ ਕਿਨੇ ਘੜੇ ਹੋਏ ਨੇ ਜੀ? ਜੇਨ ਆਸਟਨ ਨੇ। ਲੇਕਿਨ ਹਰਟਫੋਰਡਸ਼ਾਇਰ ਕਾਉਂਟੀ ਹੈ ਲੰਡਨ ਦੇ ਕੋਲੇ। ਕਾਉਂਟੀ ਕੀ ਹੈ ਜੀ? ਜਿਵੇਂ ਆਪਣੀ ਬੇਟਾ ਪਟਿਆਲਾ ਡਿਸਟ੍ਰਿਕਟ ਹੈ, ਪੰਜਾਬ ਸਟੇਟ ਹੈ। ਸਟੇਟ ਤੋਂ ਛੋਟੀ ਹੁੰਦੀ ਹੈ, ਡਿਸਟ੍ਰਿਕਟ ਤੋਂ ਵੱਡੀ ਹੁੰਦੀ ਹੈ। ਤਾਂ ਇੰਗਲੈਂਡ ਕੀ ਹੈ ਬੇਟਾ? ਇੰਗਲੈਂਡ ਨਾ ਕਾਫੀ ਸਾਰੀਆਂ ਕਾਉਂਟੀਆਂ 'ਚ ਵੰਡਿਆ ਹੋਇਆ। ਤਾਂ ਐਡਮਿਨਿਸਟ੍ਰੇਟਿਵ ਤਰੀਕੇ ਦੇ ਨਾਲ ਕਿ ਐਡਮਿਨਿਸਟ੍ਰੇਸ਼ਨ ਕਰਨੀ ਹੈ, ਕਈ ਜਗ੍ਹਾ ਦੇ ਵਿੱਚ ਇੰਗਲੈਂਡ ਵੰਡਿਆ ਹੋਇਆ। ਉਹਨਾਂ ਵਿੱਚੋਂ ਹਰਟਫੋਰਡਸ਼ਾਇਰ ਹੈ, ਐਵੇਂ ਲੰਕਾਸ਼ਾਇਰ ਹੈ, ਡਰਬੀਸ਼ਾਇਰ ਹੈ, ਬਹੁਤ ਸਾਰੀਆਂ ਕਾਉਂਟੀਜ਼ ਨੇ। ਇੱਕ ਕਾਉਂਟੀ ਹੈ ਜੀ ਇਹ। ਤਾਂ ਹੁਣ ਪਤਾ ਲੱਗ ਗਿਆ ਹਰਟਫੋਰਡਸ਼ਾਇਰ ਕੀ ਹੈ। ਇਹ ਤੁਹਾਡੇ ਦਿਮਾਗ 'ਚ ਕਲੀਅਰ ਹੋਣਾ ਚਾਹੀਦਾ ਕਿ ਹਰਟਫੋਰਡਸ਼ਾਇਰ ਕੀ ਚੀਜ਼। ਕਹਿੰਦੇ ਹਰਟਫੋਰਡਸ਼ਾਇਰ 'ਚ ਹਜੇ ਹੁਣੇ ਆਇਆ, ਹੁਣੇ ਟਾਊਨ 'ਚ ਚਲਾ ਗਿਆ। ਐਂਡ ਸ਼ੀ ਬਿਗੇਨ ਟੂ ਫੀਅਰ ਦੈਟ ਹੀ ਮਾਈਟ ਆਲਵੇਜ਼ ਬੀ ਫਲਾਈਂਗ ਅਬਾਊਟ ਫਰੋਮ ਵਨ ਪਲੇਸ ਟੂ ਅਨਦਰ। ਅਤੇ ਉਹਨੂੰ ਇਹ ਡਰ ਪੈ ਗਿਆ ਕਿ ਇਹ ਹਮੇਸ਼ਾ ਹੀ ਇਹੀ ਕਰੀ ਜਾਊਗਾ, ਭੱਜਿਓ ਜਾਊ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ। ਹਜੇ ਹੁਣ ਆਇਆ, ਹੁਣੇ ਟਾਊਨ ਚਲਾ ਗਿਆ। ਹਰਟਫੋਰਡਸ਼ਾਇਰ ਮੈਂ ਤੁਹਾਨੂੰ ਕੀ ਦੱਸਿਆ ਕਿੱਥੇ ਹੈ? ਲੰਡਨ ਦੇ ਨਾਲ ਹੈ। ਲੰਡਨ ਦੇ ਨਾਲ ਹੈ, ਥੋੜਾ ਡਿਸਟੈਂਸ ਹੈ ਲੰਡਨ ਤੋਂ। ਤੇ ਹੁਣੀ ਇਹ ਤਾਂ ਆਪਣੇ ਭੱਜਣਾ ਨੱਠਣਾ ਸਟਾਰਟ ਕਰਤਾ ਵੀ। ਐਂਡ ਨੈਵਰ ਸੈਟਲਡ ਐਟ ਨੈਦਰਫੀਲਡ। ਅਤੇ ਮੈਨੂੰ ਤਾਂ ਇਹ ਲੱਗਦਾ, ਉਹਨੂੰ ਇਹ ਲੱਗਦਾ ਮਿਸਿਸ ਬੈਨੇਟ ਨੂੰ ਕਿ ਇਹਨੇ ਨੈਦਰਫੀਲਡ ਸੈਟਲ ਹੋਣਾ ਹੀ ਨਹੀਂ, ਇਹ ਤਾਂ ਇਹੀ ਕੁਛ ਕਰੀ ਜਾਊ। ਐਜ਼ ਹੀ ਔਟ ਟੂ ਬੀ, ਹਾਲਾਂਕਿ ਉਸਨੂੰ ਹੋਣਾ ਚਾਹੀਦਾ। ਹੀ ਔਟ ਟੂ ਬੀ, ਇੱਥੇ ਔਟ ਟੂ ਦੇਖੋ ਲੱਗਿਆ, ਇਟਸ ਅ ਮਾਡਲ ਵਰਬ। ਇੱਥੇ ਤੁਸੀਂ ਸ਼ੁੱਡ ਵੀ ਕਹਿ ਸਕਦੇ ਹੋ। ਜੇਨ ਆਸਟਨ ਨੇ ਔਟ ਟੂ ਲਾਈ ਹੈ, ਲੇਕਿਨ ਔਟ ਟੂ ਐਂਡ ਸ਼ੁੱਡ ਵਨ ਐਂਡ ਦਾ ਸੇਮ ਥਿੰਗ, ਕਿ ਉਹਨੂੰ ਰਹਿਣਾ ਤਾਂ ਚਾਹੀਦਾ ਹੈ ਹਰਟਫੋਰਡਸ਼ਾਇਰ 'ਚ, ਇਹ ਭੱਜੀ ਨੱਠੀ ਜਾਂਦਾ। ਤਾਂ ਮਿਸਿਸ ਬੈਨੇਟ ਐਵੇਂ ਕਿਉਂ ਸੋਚ ਰਹੀ ਹੈ ਵੀ ਕਿ ਉਹਨੂੰ ਹਰਟਫੋਰਡਸ਼ਾਇਰ 'ਚ ਰਹਿਣਾ ਚਾਹੀਦਾ? ਇਸ ਲਈ ਕਿ ਜੇ ਰਹੂ ਤਾਂ ਮੇਰੀਆਂ ਕੁੜੀਆਂ ਦਾ ਵਿਆਹ ਹੋਊ, ਜੇ ਭੱਜੀ ਨੱਠੀ ਗਿਆ ਫੇਰ ਕਿਵੇਂ ਹੋ ਜੂ? ਹਰ ਗੱਲ ਦੇ ਵਿੱਚੋਂ ਆਪਣਾ ਫਾਇਦਾ ਸੋਚੇ ਮਿਸਿਸ ਬੈਨੇਟ। ਲੇਡੀ ਲਿਊਕਸ ਕੁਆਇਟਡ ਹਰ ਫੀਅਰਸ ਅ ਲਿਟਲ ਬਾਈ ਸਟਾਰਟਿੰਗ ਦੀ ਆਈਡੀਆ ਆਫ ਹਿਸ ਬੀਇੰਗ ਗੋਨ ਟੂ ਲੰਡਨ ਓਨਲੀ ਟੂ ਗੈਟ ਅ ਲਾਰਜ ਪਾਰਟੀ ਫॉर द ਬਾਲ। ਹੁਣ ਉਹਨੇ ਆਪਣੀ ਗੱਲ ਕਿਹਨੂੰ ਦੱਸਣੀ ਸੀ? ਵੀ ਆਪਣੀ ਸਹੇਲੀ ਨੂੰ। ਉਹਦੀ ਸਹੇਲੀ ਕਿਹੜੀ ਹੈ? ਲੇਡੀ ਲਿਊਕਸ। ਧਿਆਨ ਰੱਖਿਓ, ਉਸਦੀ ਗੁਆਂਢਣ ਹੈ, ਸਰ ਵਿਲੀਅਮ ਦੀ ਵਾਈਫ ਹੈ। ਤਾਂ ਲੇਡੀ ਲਿਊਕਸ ਨੇ ਉਸਦੇ ਜਿਹੜੇ ਇਹ ਡਰ ਸੀਗੇ ਉਹਨਾਂ ਨੂੰ ਥੋੜਾ ਜਿਹਾ ਕੀ ਕਰਿਆ ਜੀ? ਚੁੱਪ ਕਰਾਤਾ। ਕੁਆਇਟ ਦਾ ਮਤਲਬ ਇੱਥੇ ਉਹਦੇ ਡਰ ਜੇ ਖਤਮ ਕਰਤੇ। ਕਿਵੇਂ? ਇਹ ਦੱਸ ਕੇ ਕਿ ਉਹ ਲੰਡਨ ਇਸ ਲਈ ਗਿਆ ਕਿਉਂਕਿ ਉਹ ਬਾਲ ਦੇ ਲਈ ਇੱਕ ਵੱਡੀ ਸਾਰੀ ਪਾਰਟੀ ਨਾਲ ਲੈ ਕੇ ਆਊਗਾ। ਬਾਲ ਸਮਝ ਗਏ? ਆ ਬਾਲ ਆ ਗਈ, ਇਹ ਖੇਡਣ ਵਾਲੀ ਬਾਲ ਨਹੀਂ, ਇਹੋ ਹੀ ਡਾਂਸ ਪਾਰਟੀ ਵਾਲੀ ਬਾਲ ਹੈ। ਤੁਹਾਨੂੰ ਪਤਾ ਹੈ ਨਾ ਕਿ
ਉਹਨੇ ਦੱਸਿਆ ਸੀ ਕਿ ਫੋਰਟਨਾਈਟ 15 ਦਿਨਾਂ ਬਾਅਦ ਬਾਲ ਹੋਣੀ ਹੈ ਨਾ, ਮੈਰੀਟਨ ਵਾਲੀ ਜਗ੍ਹਾ ਤੇ, ਯਾਦ ਕਰੋ। ਉਹਨੇ ਆਣਾ ਸੀਗਾ, ਕਿਹਨੇ ਆਣਾ ਸੀ? ਮਿਸਟਰ ਬਿੰਗਲੇ ਨੇ। ਤਾਂ ਲਿਊਕਸ ਇਹ ਕਹਿ ਰਹੀ ਹੈ ਮਿਸਿਸ ਬੈਨੇਟ ਨੂੰ ਕਿ ਉਹ ਲੰਡਨ ਤਾਂ ਗਿਆ ਆਪਣੇ ਯਾਰਾਂ ਮਿੱਤਰਾਂ ਨੂੰ ਲੈਣ ਗਿਆ, ਉਹ ਕਾਫੀ ਸਾਰੇ ਜਣੇ ਆਣਗੇ, ਉਹ ਤਾਂ ਗਿਆ। ਇਸ ਨਾਲ ਉਹਦੇ ਜਿਹੜੇ ਤੌਖਲੇ ਸੀਗੇ, ਜੋ ਡਰ ਪੈ ਰਹੇ ਸੀ ਉਹਦੇ ਅੰਦਰ, ਤਾਂ ਉਹ ਖਤਮ ਹੋ ਗਏ ਜੀ। And a report soon followed that Mr. Bingley was to bring 12 ladies and 7 gentlemen with him to the assembly. ਅਤੇ ਫਿਰ ਕੀ ਹੋਇਆ ਜੀ? ਹੌਲੀ ਹੌਲੀ ਖਬਰ ਆਈ ਜੀ, soon followed, ਇੱਕ ਰਿਪੋਰਟ ਆਈ। ਉਹਨੇ ਰਿਪੋਰਟ ਕਿੱਥੋਂ ਆਈ ਪਤਾ ਨਹੀਂ, ਰਿਪੋਰਟ ਆਈ ਕਿ ਮਿਸਟਰ ਬਿੰਗਲੇ ਆਪਣੇ ਨਾਲ 12 ਲੇਡੀਜ਼ ਲੈ ਕੇ ਆਊਗਾ, 12 ਲੇਡੀਜ਼, 12 ਲੇਡੀਜ਼ ਲੈ ਕੇ ਆਊਗਾ ਅਤੇ 7 ਜੈਂਟਲਮੈਨ ਲੈ ਕੇ ਆਊਗਾ। 7 ਪੁਰਸ਼ ਹੋਣਗੇ ਜੀ ਉਹਦੇ ਨਾਲ, 12 ਇਸਤਰੀਆਂ ਹੋਣਗੀਆਂ। ਐਡੀ ਵੱਡੀ ਪਾਰਟੀ ਲੈ ਕੇ ਆਓ ਅਸੈਂਬਲੀ 'ਚ। ਓਕੇ, ਦਾ ਗਰਲਸ ਗਰੀਵਡ ਓਵਰ ਸੱਚ ਅ ਨੰਬਰ ਆਫ ਲੇਡੀਜ਼। ਹੁਣ ਜਿਹੜੀਆਂ ਗਰਲਸ ਹੈ, ਤੇ ਗਰਲਸ ਕਿਹਨੂੰ ਕਿਹਾ ਗਿਆ? ਉਹੀ ਪੰਜੇ ਭੈਣਾਂ। ਜਦੋਂ ਪੰਜੇ ਭੈਣਾਂ ਨੂੰ ਪਤਾ ਲੱਗਿਆ ਵੀ ਇੰਨੀਆਂ ਸਾਰੀਆਂ ਲੇਡੀਜ਼ ਹਨ, 12 ਲੇਡੀਜ਼, ਤਾਂ ਸਾਡਾ ਤਾਂ ਨੰਬਰ ਗਿਆ ਵੀ 12 ਲੇਡੀਜ਼ ਤਾਂ ਪਹਿਲੀ ਆ ਰਹੀਆਂ ਉਹਦੇ ਨਾਲ। ਤਾਂ ਉਹਨਾਂ ਨੂੰ ਭਾਈ ਬੜਾ ਗਰੀਫ ਸ਼ਬਦ ਤੋਂ ਬਣਿਆ, ਯਾਦ ਕਰੋ। ਇਨ ਗਰੀਫ ਲਿਖਦੇ ਨਹੀਂ ਹੁੰਦੇ ਆਪਾਂ ਲੈਟਰ 'ਚ, ਹੈ ਨਾ? ਗਰੀਫ ਤੋਂ ਹੀ ਬੇਟਾ ਕੀ ਬਣਦਾ? ਗਰੀਫ ਇਜ਼ ਅ ਨਾਊਨ, ਗਰੀਫ ਇਜ਼ ਅ ਵਰਬ। ਗਰੀਫ ਦਾ ਮਤਲਬ ਦੁੱਖ ਹੋਣਾ, ਬੜਾ ਭਾਰੀ ਦੁੱਖ ਲੱਗਿਆ ਵੀ ਕਿ ਇੰਨੀਆਂ ਲੇਡੀਜ਼ ਆ ਰਹੀਆਂ ਨੇ। ਬਟ ਫॉर comforted the day before the ball by hearing that instead of 12 he had brought only 6 with him from London. ਪਰ ਉਹਨੂੰ ਥੋੜਾ ਜਿਹਾ ਢਾਂਡਸ ਵਧਿਆ, ਕੰਫਰਟ ਦਾ ਮਤਲਬ ਥੋੜਾ ਜਿਹਾ ਧੀਰਜ ਆਇਆ, ਸਾਹ 'ਚ ਸਾਹ ਆਇਆ। ਕਦੋਂ? ਬਾਲ ਤੋਂ ਇੱਕ ਦਿਨ ਪਹਿਲਾਂ, ਦਾ ਡੇ ਬਿਫੋਰ ਬਾਲ, ਪਾਰਟੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਸਾਹ 'ਚ ਸਾਹ ਆਇਆ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗਿਆ ਕਿ 12 ਦੀ ਥਾਂ ਤੇ ਕਿੰਨੀਆਂ ਆ ਰਹੀਆਂ ਨੇ? 6। ਹੁਣ 6 ਰਹਿ ਗਈਆਂ। ਹੁਣ ਸ਼ਾਇਦ ਗੱਲ ਬਣ ਜਾਊ ਵੀ ਲੰਡਨ ਤੋਂ 6 ਲੇਡੀਜ਼ ਆ ਰਹੀਆਂ ਨੇ 12 ਦੀ ਥਾਂ ਤੇ। ਹੁਣ ਉਹਨਾਂ ਨੂੰ ਸਾਹ ਆ ਗਿਆ ਵੀ ਲੈ ਕੇ ਹੁਣ ਠੀਕ ਹੈ। ਤੇ ਉਹ ਲੇਡੀਜ਼ ਕਿਹੜੀਆਂ ਨੇ ਜੀ? ਉਹ 6 ਜਣੇ ਕੌਣ ਨੇ? 5 ਸਿਸਟਰਸ ਨੇ ਐਂਡ ਅ ਕਜ਼ਨ। 5 ਭੈਣਾਂ ਨੇ, ਇੱਕ ਉਹਦਾ ਕਜ਼ਨ ਹੈ। ਇਹ ਪਤਾ ਲੱਗਿਆ। ਦੇਖੋ ਤੁਸੀਂ ਰਿਪੋਰਟਾਂ ਦੇਖੋ ਕੀ ਆ ਰਹੀਆਂ ਨੇ। ਪਹਿਲਾਂ ਰਿਪੋਰਟ ਆ ਰਹੀ ਹੈ 12 ਲੇਡੀਜ਼ 7 ਬੰਦੇ, ਫਿਰ 5 ਲੇਡੀਜ਼ 1 ਬੰਦਾ। ਇਹਦਾ ਮਤਲਬ ਇਹ ਕੀ ਹੈ? ਗੌਸਿਪ ਹੈ ਇਹ ਸਾਰੀਆਂ ਗੱਲਾਂ। ਗੌਸਿਪ ਸਮਝਦੇ ਹੋ? ਅਫਵਾਹਾਂ ਤਾਂ ਐਵੇਂ ਚੱਲਦੀਆਂ ਨੇ, ਪਤਾ ਪੁਤਾ ਕਿਸੇ ਨੂੰ ਨਹੀਂ ਵੀ ਕਿੰਨੀਆਂ ਆਣੀਆਂ ਕਿੰਨੀਆਂ ਨਹੀਂ। ਗੌਸਿਪ ਚੱਲ ਰਹੀਆਂ ਨੇ। ਕਦੇ ਲੇਡੀ ਲਿਊਕਸ ਨੇ ਛੱਡਤੀ, ਹੈ ਨਾ, ਕਦੇ ਕਿਸੇ ਹੋਰ ਨੇ ਛੱਡਤੀ। ਐਂਡ ਵੈਨ ਦਾ ਪਾਰਟੀ ਐਂਟਰਡ ਦਾ ਅਸੈਂਬਲੀ ਰੂਮ, ਚਲੋ ਜੀ ਹੁਣ ਪਾਰਟੀ ਸ਼ੁਰੂ ਹੋ ਗਈ, ਪਾਰਟੀ ਵਾਲਾ ਦਿਨ ਆ ਗਿਆ। ਜਦੋਂ ਕਹਿੰਦੇ ਪਾਰਟੀ ਅਸੈਂਬਲੀ ਰੂਮ 'ਚ ਦਾਖਲ ਹੋਈ, ਕਿਹੜੀ ਪਾਰਟੀ? ਮਿਸਟਰ ਬਿੰਗਲੇ ਵਾਲੀ। ਜਦੋਂ ਮਿਸਟਰ ਬਿੰਗਲੇ ਵਾਲੀ ਪਾਰਟੀ ਅਸਲ 'ਚ ਸ਼ਾਮਿਲ ਹੋਈ, ਇਟ ਕੰਸਿਸਟਡ ਆਫ ਓਨਲੀ 5 ਆਲ ਟੂਗੇਦਰ। ਟੋਟਲ 5 ਜਣੇ ਆਏ, ਯਾਨੀ ਕਿ ਉਹ ਜਿਹੜੀ ਦੂਸਰੀ ਰਿਪੋਰਟ ਆਈ ਸੀ ਉਹ ਵੀ ਗਲਤ ਹੋ ਗਈ। ਟੋਟਲ 5 ਜਣੇ ਆਏ ਇਨਕਲੂਡਿੰਗ ਮਿਸਟਰ ਬਿੰਗਲੇ। ਇਹਦਾ ਮਤਲਬ ਉਹਦੇ ਨਾਲ 4 ਜਣੇ ਹੋਰ ਆਏ। ਕੌਣ ਸੀ ਜੀ? ਮਿਸਟਰ ਬਿੰਗਲੇ, ਹਿਜ਼ 2 ਸਿਸਟਰਸ, ਉਹਦੀਆਂ 2 ਭੈਣਾਂ, ਦਾ ਹਸਬੈਂਡ ਆਫ ਦੀ ਐਲਡੈਸਟ, ਵੱਡੀ ਦਾ ਘਰ ਵਾਲਾ, ਐਂਡ ਅਨਦਰ ਯੰਗ ਮੈਨ, ਅਤੇ ਇੱਕ ਹੋਰ ਨੌਜਵਾਨ ਪਰਸਨ ਸੀਗਾ, ਬੰਦਾ ਸੀ, ਉਹ ਆਇਆ ਸੀ। 5 ਬੰਦੇ ਹੋ ਗਏ ਜੀ। ਮਿਸਟਰ ਬਿੰਗਲੇ ਹੋ ਗਿਆ, 2 ਭੈਣਾਂ ਹੋ ਗਈਆਂ, ਇੱਕ ਉਹਦਾ ਬ੍ਰਦਰ ਇਨ ਲਾ ਹੋ ਗਿਆ, ਤੇ ਇੱਕ ਉਸਦਾ ਫਰੈਂਡ ਹੋ ਗਿਆ, ਕੋਈ ਯੰਗ ਮੈਨ ਹੈ। ਤਾਂ ਟੋਟਲ 5 ਜਣੇ ਆਏ ਸੀ ਪਾਰਟੀ 'ਚ। ਮਿਸਟਰ ਬਿੰਗਲੇ ਵਾਜ਼ ਗੁੱਡ ਲੁਕਿੰਗ ਐਂਡ ਜੈਂਟਲਮੈਨ ਲਾਈਕ। ਮਿਸਟਰ ਬਿੰਗਲੇ ਅਸੀਂ ਪੜ੍ਹਿਆ ਵੀ ਕਰੈਕਟਰ ਹੈ, ਉਸਦੇ ਕੁਝ ਕਰੈਕਟਰਸ ਦੀਆਂ ਕੁਝ ਗੱਲਾਂ ਸਾਨੂੰ ਇਸ ਪੈਰੇ 'ਚ ਨਜ਼ਰ ਆਉਣਗੀਆਂ। ਤਾਂ ਲਿਖਿਆ ਗਿਆ ਜੀ ਗੁੱਡ ਲੁਕਿੰਗ ਹੈ, ਦੇਖਣ 'ਚ ਅੱਛਾ ਹੈ, ਜੈਂਟਲਮੈਨ ਹੈ, ਵਧੀਆ ਬੰਦਾ ਹੈ। ਹੀ ਹੈਡ ਅ ਪਲੈਜ਼ੈਂਟ ਕੰਟੀਨੈਂਸ। ਪਲੈਜ਼ੈਂਟ ਕੰਟੀਨੈਂਸ ਦਾ ਮਤਲਬ ਗੁੱਡ ਲੁਕਿੰਗ ਤੋਂ ਹੀ ਹੁੰਦਾ ਹੈ ਜੀ, ਕਿ ਉਸਦਾ ਜਿਹੜਾ ਦਿੱਖ ਸੀਗੀ, ਪਰਸਨੈਲਿਟੀ ਸੀ, ਬੜੀ ਅੱਛੀ ਸੀ। ਪਲੈਜ਼ੈਂਟ ਦਾ ਮਤਲਬ ਵਧੀਆ, ਕੰਟੀਨੈਂਸ ਦਾ ਮਤਲਬ ਜਿਸ ਤਰੀਕੇ ਦਾ ਬੰਦਾ ਨਜ਼ਰ ਆਉਂਦਾ ਉਸ ਨੂੰ ਕਹਿੰਦੇ ਆ, ਗੁੱਡ ਲੁਕਿੰਗ ਨੂੰ ਹੀ ਕਹਿ ਸਕਦੇ ਆ। ਐਂਡ ਈਜ਼ੀ ਦਾ ਮਤਲਬ ਈਜ਼ੀ ਗੋਇੰਗ, ਬੰਦਾ ਜਿਹੜਾ ਨਾ ਬੜਾ, ਜਿਹਦੇ ਨਾਲ ਆਪਾਂ ਗੱਲਬਾਤ ਕਰਕੇ ਬੜਾ ਈਜ਼ੀ ਜਿਹਾ ਫੀਲ ਕਰਦੇ ਵੀ ਸਾਨੂੰ ਲੱਗਦਾ ਨਹੀਂ ਹੈਗਾ ਵੀ ਉਸਨੇ ਸਾਡੇ ਤੇ ਕੋਈ ਗੱਲ ਕਰਕੇ ਅਹਿਸਾਨ ਕੀਤਾ। ਆਪਾਂ ਕਿਸੇ ਨਾਲ ਗੱਲ ਕੀਤੀ, ਉਸਨੇ ਆਪਾਂ ਨੂੰ ਜਵਾਬ ਦਿੱਤਾ, ਫਿਰ ਗੱਲ ਕੀਤੀ, ਜਵਾਬ ਦਿੱਤਾ। ਮਤਲਬ ਜਿਹੜਾ ਬੰਦਾ ਗੱਲਾਂ ਬਾਤਾਂ ਕਰਦਾ ਰਹੇ ਨਾ, ਜਿਹਦੇ ਨਾਲ ਅਸੀਂ ਗੱਲਾਂ ਕਰਕੇ ਬੜਾ ਵਧੀਆ ਜਿਹਾ ਮਹਿਸੂਸ ਕਰਦੇ, ਉਹਨੂੰ ਆਪਾਂ ਈਜ਼ੀ ਕਹਿੰਦੇ ਹਾਂ। ਈਜ਼ੀ ਦਾ ਮਤਲਬ ਇੱਥੇ ਕੀ ਹੈ ਜੀ? ਈਜ਼ੀ ਗੋਇੰਗ। ਅਨਅਫੈਕਟਿਡ ਮੈਨਰਸ ਦਾ ਮਤਲਬ ਹੁੰਦਾ ਬੇਟਾ ਜਿਹੜਾ ਬੰਦਾ ਸ਼ੋਈ ਨਾ ਹੋਵੇ, ਨੋਟ ਸ਼ੋਈ। ਕੁਝ ਬੰਦੇ ਨਾ ਸ਼ੋਈ ਹੁੰਦੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਸਾਨੂੰ ਪਤਾ ਲੱਗਦਾ ਵੀ ਸ਼ੋਅ ਆਫ ਕਰਦੇ ਆ, ਵਿਖਾਵਾ ਕਰਦੇ ਆ। ਤਾਂ ਮਿਸਟਰ ਬਿੰਗਲੇ ਐਸਾ ਨਹੀਂ ਸੀ। ਹੁਣ ਤੁਸੀਂ ਕਈ ਚੀਜ਼ਾਂ ਦੇਖੋ ਉਸਦੇ ਕਰੈਕਟਰ 'ਚ ਲਿਖ ਸਕਦੇ ਹੋ
ਕਿ ਗੁੱਡ ਲੁਕਿੰਗ ਹੈ ਜੀ, ਜੈਂਟਲਮੈਨ ਹੈ, ਈਜ਼ੀ ਗੋਇੰਗ ਹੈ ਤੇ ਸ਼ੋਈ ਨਹੀਂ ਹੈ। ਹੁਣ ਇਹ ਸਿੰਪਲ ਗੱਲਾਂ ਤੁਸੀਂ ਮਿਸਟਰ ਬਿੰਗਲੇ ਦੇ ਅੱਗੇ ਲਿਖ ਸਕਦੇ ਹੋ। ਜੋ ਤੁਸੀਂ ਇੱਕ ਪੁਆਇੰਟ ਬਣਾਇਆ ਨਾ, ਤੁਹਾਨੂੰ ਦੱਸਿਆ ਵੀ ਨੋਟਬੁੱਕਸ ਤੇ ਪੁਆਇੰਟ ਬਣਾਓ, ਤਾਂ ਇਹ 4-5 ਗੱਲਾਂ ਤੁਸੀਂ ਉਸ ਦੇ ਅੱਗੇ ਲਿਖ ਸਕਦੇ ਹੋ। ਬਿਕੋਜ਼ ਬੇਟਾ ਆਪਾਂ ਜਿਸ ਤਰ੍ਹਾਂ ਕਰੈਕਟਰਸ ਨੂੰ ਪੜ੍ਹਦੇ ਜਾਵਾਂਗੇ ਉਸ ਤਰੀਕੇ ਦੇ ਨਾਲ ਸਾਨੂੰ ਉਸ ਦੇ ਬਾਰੇ ਗੱਲਾਂ ਪਤਾ ਚੱਲਦੀਆਂ ਰਹਿਣਗੀਆਂ। ਇੱਕ ਰੱਟਾ ਲਾਣਾ ਹੁੰਦਾ, ਇੱਕ ਨਾਵਲ ਨੂੰ ਪੜ੍ਹਦੇ ਹੋਏ ਆਪਾਂ ਕਰੈਕਟਰ ਨੂੰ ਸਮਝਣਾ ਹੁੰਦਾ, ਤਾਂ ਆਪਾਂ ਇਸ ਤਰੀਕੇ ਨਾਲ ਕਰ ਰਹੇ ਹਾਂ। ਹਿਸ ਸਿਸਟਰਸ ਵਰ ਫਾਈਨ ਵਿਮਨ। ਹੁਣ ਤੁਹਾਨੂੰ ਯਾਦ ਹੈ ਬੇਟਾ ਕਿ ਉਹ ਕਿੰਨੇ ਜਣੇ ਆਏ ਸੀ? 5 ਬੰਦੇ ਆਏ ਸੀ ਪਾਰਟੀ 'ਚ, ਅਸੈਂਬਲੀ ਰੂਮ 'ਚ 5 ਬੰਦੇ ਆਏ ਸੀ, ਜਿਨ੍ਹਾਂ ਦੇ ਵਿੱਚ ਇੱਕ ਤਾਂ ਆਪ ਸੀ ਤੇ 2 ਦੀਆਂ ਭੈਣਾਂ ਸੀ, ਇੱਕ ਉਹਦਾ ਬ੍ਰਦਰ ਇਨ ਲਾਅ ਸੀ ਤੇ ਇੱਕ ਹੋਰ ਬੰਦਾ ਸੀਗਾ ਯੰਗ ਮੈਨ। ਤਾਂ ਉਹਦੀਆਂ 2 ਭੈਣਾਂ ਦੀ ਗੱਲ ਹੋ ਰਹੀ ਹੈ ਜਿਹੜੀਆਂ ਆਈਆਂ ਸੀ ਪਾਰਟੀ 'ਚ, ਕਿ ਉਸਦੀਆਂ ਸਿਸਟਰਸ ਫਾਈਨ ਵਿਮਨ ਸੀ, ਵਧੀਆ ਇਸਤਰੀਆਂ ਸੀਗੀਆਂ। ਲੇਕਿਨ ਅੱਗੇ ਇੱਕ ਲਿਖਿਆ ਹੋਇਆ ਹੈ ਵਿਦ ਐਨ ਏਅਰ ਆਫ ਡਿਸਾਈਡਡ ਫੈਸ਼ਨ। ਏਅਰ ਆਫ ਡਿਸਾਈਡਡ ਫੈਸ਼ਨ ਦਾ ਮਤਲਬ ਕੀ ਹੈ? ਹੁਣ ਕੁਝ ਬੰਦੇ ਐਸੇ ਹੁੰਦੇ ਨੇ ਬੇਟਾ ਜਿਹੜੇ ਪਾਰਟੀ 'ਚ ਜਾਂਦੇ ਹਨ, ਉਹ ਬੜਾ ਪਰਟੀਕੂਲਰ ਹੋ ਕੇ ਜਾਂਦੇ ਨੇ, ਮੈਨੇ ਆਹ ਡਰੈਸ ਪਾ ਕੇ ਜਾਣੀ ਹੈ, ਮੈਨੂੰ ਲੋਕੀ ਦੇਖਣਗੇ ਤਾਂ ਕੀ ਕਹਿਣਗੇ। ਕੁਝ ਲੇਡੀਜ਼ ਐਸੀਆਂ ਹੁੰਦੀਆਂ ਨੇ, ਸਾਰੀਆਂ ਤਾਂ ਨਹੀਂ ਹੁੰਦੀਆਂ, ਬਟ ਉਹ ਕਹਿੰਦੀਆਂ ਨੇ ਕਿ ਮੇਰੇ ਜਿਹੜੇ ਕੱਪੜੇ ਨੇ ਸਭ ਤੋਂ ਵਧੀਆ ਲੱਗਣ ਉੱਥੇ, ਹੈ ਨਾ। ਤਾਂ ਜਦੋਂ ਇਸ ਤਰੀਕੇ ਦੀ ਫੀਲਿੰਗ ਆਉਂਦੀ ਹੈ, ਅਸੀਂ ਉਸ ਨੂੰ ਕਹਿੰਦੇ ਆ ਏਅਰ ਆਫ ਡਿਸਾਈਡਡ ਫੈਸ਼ਨ। ਇਹਦਾ ਪੂਰੇ ਦਾ ਮਤਲਬ ਇਹ ਹੈ ਕਿ ਕੁਝ ਪਰਸਨਸ ਜਿਹੜੇ ਆਪਣੇ ਡਰੈਸ ਦੇ ਬਾਰੇ ਬੜੇ ਪਰਟੀਕੂਲਰ ਹੁੰਦੇ ਨੇ ਤੇ ਉਹ ਇਹ ਚਾਹੁੰਦੇ ਨੇ ਕਿ ਅਸੀਂ ਸਭ ਤੋਂ ਵਧੀਆ ਲੱਗੀਏ, ਅਲੱਗ ਲੱਗੀਏ, ਉਦੋਂ ਇਹ ਵਰਡ ਯੂਜ਼ ਕੀਤੇ ਜਾਂਦੇ। ਹਿਸ ਬ੍ਰਦਰ ਇਨ ਲਾਅ ਮਿਸਟਰ ਹਰਸਟ ਮੇਅਰਲੀ ਲੁੱਕ ਦਾ ਜੈਂਟਲਮੈਨ। ਹੁਣ ਇਸ ਲਾਈਨ ਦੇ ਵਿੱਚ ਤੁਹਾਨੂੰ ਯਾਦ ਹੈ ਕਿ ਇੱਕ ਉਸਦਾ ਬ੍ਰਦਰ ਇਨ ਲਾਅ ਆਇਆ ਹੋਇਆ ਹੈ, ਉਸਦੀ ਇੱਕ ਭੈਣ ਦਾ ਹਸਬੈਂਡ ਆਇਆ ਹੋਇਆ। ਹੁਣ ਉਹ ਕਿਹੜੀ ਭੈਣ ਹੈ ਉਹਦੇ ਬਾਰੇ ਨਹੀਂ ਪਤਾ, ਲੇਕਿਨ ਉਸਦੇ ਹਸਬੈਂਡ ਦਾ ਨਾਮ ਹੈ ਮਿਸਟਰ ਹਰਸਟ। ਮਿਸਟਰ ਹਰਸਟ ਇਹ ਇੱਕ ਕਰੈਕਟਰ ਹੈ ਜੀ। ਇਸ ਨੂੰ ਤੁਸੀਂ ਚੈਪਟਰ 3 ਦੇ ਵਿੱਚ ਜਿਹੜੇ ਤੁਸੀਂ ਕਰੈਕਟਰਸ ਜਿਹੜੇ ਆਏ ਆ ਤੁਸੀਂ ਲਿਖ ਰਹੇ ਹੋ ਉੱਥੇ ਲਿਖ ਲੈਣਾ। ਤਾਂ ਮਿਸਟਰ ਹਰਸਟ ਆਇਆ ਜੀ, ਜੋ ਕਿ ਉਸਦੀ ਬਿੰਗਲੇ ਦੀ ਭੈਣ ਦਾ ਘਰ ਵਾਲਾ ਹੈ ਤੇ ਉਹ ਸਿਰਫ ਨਾਮ ਦਾ ਹੀ ਜੈਂਟਲਮੈਨ ਹੈ। ਮੇਅਰਲੀ ਲੁੱਕ ਦਾ ਜੈਂਟਲਮੈਨ ਦਾ ਮਤਲਬ ਕਿ ਸਿਰਫ ਨਾਮ ਦਾ ਹੀ ਜੈਂਟਲਮੈਨ ਹੈ। ਇੱਥੇ ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਉਸਦੀ ਕੋਈ ਜ਼ਿਆਦਾ ਪਰਸਨੈਲਿਟੀ ਨਹੀਂ ਹੈ, ਨਾਟ ਹੈਵਿੰਗ ਗੁੱਡ ਪਰਸਨੈਲਿਟੀ। ਇਹਦਾ ਮਤਲਬ ਇਹ ਹੋਇਆ ਮੇਅਰਲੀ ਲੁੱਕ ਦਾ ਜੈਂਟਲਮੈਨ। ਦੇਖੋ ਇਹਦੇ ਵਿੱਚ ਨਾ ਕੁਝ ਫਰੇਜ਼ਿਸ ਇਸ ਬੁੱਕ ਦੇ ਵਿੱਚ, ਇਸ ਨਾਵਲ ਦੇ ਵਿੱਚ ਐਸੇ ਆਉਂਦੇ ਨੇ ਜਿਹੜੇ ਅੱਜ ਕੱਲ੍ਹ ਨਹੀਂ ਯੂਜ਼ ਹੁੰਦੇ, ਕਿਉਂਕਿ ਤੁਹਾਨੂੰ ਪਤਾ ਬੇਟਾ ਇਹ 19th ਸੈਂਚੁਰੀ ਦੇ ਸ਼ੁਰੂਆਤ ਦੇ ਵਿੱਚ ਨਾਵਲ ਲਿਖਿਆ ਗਿਆ ਸੀ। ਤਾਂ ਕੁਝ ਇੰਗਲਿਸ਼ ਉਸ ਟਾਈਮ ਜਿਹੜੀ ਚੱਲਦੀ ਸੀ ਜਾਂ ਰਿਟਨ ਜਿਹੜੀ ਵੇ ਆਫ ਸਟਾਈਲ ਸੀਗਾ ਇੰਗਲਿਸ਼ ਦਾ, ਹੁਣ ਚੇਂਜ ਹੋ ਗਿਆ, ਤਾਂ ਸਾਨੂੰ ਥੋੜਾ ਜਿਹਾ ਧਿਆਨ ਨਾਲ ਸਮਝਣਾ ਪੈਂਦਾ। ਤਾਂ ਇਹ ਤਾਂ ਹੋ ਗਿਆ ਜੀ ਮਿਸਟਰ ਹਰਸਟ ਬਾਰੇ। ਫਿਰ ਤੁਹਾਨੂੰ ਪਤਾ ਇੱਕ ਹੋਰ ਬੰਦਾ ਉਹਦੇ ਨਾਲ ਆਇਆ ਹੋਇਆ ਜਿਸ ਨੂੰ ਕਿ ਅਨਦਰ ਯੰਗ ਮੈਨ ਕਿਹਾ ਗਿਆ ਸੀ ਉੱਪਰ, ਹੈ ਨਾ, ਉਹਦੇ ਬਾਰੇ ਹੈ। ਬਟ ਹਿਸ ਫਰੈਂਡ ਮਿਸਟਰ ਡਾਰਸੀ soon drew the attention of the room by his fine, tall person, handsome features, noble mien, and the report, which was in general circulation within 5 minutes after his entrance, of his having 10,000 a year. लेकिन ये पूरी लाइन देखो, ਇੱਕੋ ਹੀ ਪਰਸਨ ਬਾਰੇ ਦੱਸੀ ਗਈ, ਮਿਸਟਰ ਡਾਰਸੀ ਬਾਰੇ। ਤਾਂ ਮਿਸਟਰ ਡਾਰਸੀ ਨੂੰ ਪਿਨ ਪੁਆਇੰਟ ਕਰ ਲਓ ਜੀ, ਬਿਕੋਜ਼ ਇਹ ਬਹੁਤ ਹੀ ਇੰਪੋਰਟੈਂਟ ਕਰੈਕਟਰ ਹੈ ਇਸ ਨਾਵਲ ਦਾ, ਜਾਂ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦਾ ਇਹ ਨਾਵਲ ਦਾ ਹੀਰੋ ਹੈ। ਪਰ ਉਸਦਾ ਫਰੈਂਡ ਹੈ ਜੀ ਮਿਸਟਰ ਡਾਰਸੀ, ਮਿਸਟਰ ਬਿੰਗਲੇ ਦਾ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਲੱਗ ਗਿਆ ਕਿ ਮਿਸਟਰ ਬਿੰਗਲੇ ਦੇ ਨਾਲ ਜਿਹੜਾ ਉਹ ਬੰਦਾ ਆਇਆ ਸੀ ਉਹਦਾ ਨਾਮ ਕੀ ਹੈ ਜੀ? ਮਿਸਟਰ ਡਾਰਸੀ। ਕਹਿੰਦੇ ਉਸ ਨੇ ਰੂਮ ਦੇ ਵਿੱਚ ਜਿੰਨੇ ਵੀ ਬੰਦੇ ਸੀ ਸਭ ਦਾ ਧਿਆਨ ਆਪਣੇ ਕੰਨੀ ਖਿੱਚ ਲਿਆ। ਡਰਾਅ ਦਾ ਅਟੈਂਸ਼ਨ। ਡਰਾਅ ਦਾ ਅਟੈਂਸ਼ਨ ਦਾ ਮਤਲਬ ਧਿਆਨ ਖਿੱਚਣਾ। ਕਿਵੇਂ ਖਿੱਚਿਆ? ਦੇਖੋ ਹੁਣ ਉਸਦੀ ਪਰਸਨੈਲਿਟੀ ਬਾਰੇ ਕੁਝ ਗੱਲਾਂ ਲਿਖੀਆਂ ਹੋਈਆਂ। ਫਾਈਨ ਟਾਲ ਪਰਸਨ, ਲੰਬੇ ਕੱਦ ਦਾ ਵਧੀਆ ਬੰਦਾ ਹੈ ਜੀ। ਹੈਂਡਸਮ ਫੀਚਰਸ, ਤੁਹਾਨੂੰ ਪਤਾ ਹੈ ਹੈਂਡਸਮ ਸ਼ਬਦ ਬੇਸਿਕਲੀ ਲੜਕਿਆਂ ਲਈ ਯੂਜ਼ ਕੀਤਾ ਜਾਂਦਾ ਹੈ। ਹੈਂਡਸਮ ਹੈ, ਸੋਹਣਾ ਸੁਨੱਖਾ ਹੈ। ਨੋਬਲ ਮੀਨ and the report which was in general circulation within 5 minutes after his entrance of his having 10,000 a year। देखो जी, फाइन है, टाल पर्सन है, लंबे कद है, हैंडसम फीचर्स है, बहुत ही सोहना सुनक्खा है। नोबल मीन का मतलब है कि नोबल मैनर्स है, उसके चंगे मैनर्स है, मैनर्स गलबात करने का तरीका, ये वो सारा कुछ आ गया ਉਹਦੇ ਚ। ਅਤੇ ਇੱਕ ਰਿਪੋਰਟ ਆਈ ਜੀ ਉਹਦੇ ਬਾਰੇ। ਹੁਣ ਰਿਪੋਰਟ ਤੁਹਾਨੂੰ ਪਤਾ ਹੀ ਹੈ, ਕਾਨਾਫੂਸੀ ਹੁੰਦੀ ਹੈ ਜਿਹੜੀ, ਉਹਨੂੰ ਰਿਪੋਰਟ ਕਹਿੰਦੇ ਆ। ਪਹਿਲਾਂ ਵੀ ਰਿਪੋਰਟ ਆਈ ਸੀਗੀ ਜਿਹੜੀ ਉੱਥੇ ਉਹਦੇ ਆਉਣ ਤੇ 5 ਮਿੰਟ 'ਚ ਫੈਲ ਗਈ। ਵਿਚ ਵਾਜ਼ ਇਨ ਜਨਰਲ ਸਰਕੂਲੇਸ਼ਨ। ਸਰਕੂਲੇਸ਼ਨ ਦਾ ਮਤਲਬ ਜਿਹੜੀ ਚੀਜ਼ ਸਰਕੂਲੇਟ ਹੋ ਜਾਂਦੀ ਹੈ, ਫੈਲ ਜਾਂਦੀ ਹੈ ਨਾ, ਉਹਦੇ ਆਉਣ ਤੋਂ 5 ਮਿੰਟ ਬਾਅਦ ਫੈਲ ਗਈ। ਕਿਉਂਕਿ ਇੱਕ ਨਵਾਂ ਬੰਦਾ ਆਇਆ ਪਾਰਟੀ 'ਚ, ਉਸ ਬੰਦੇ ਬਾਰੇ ਜਿਵੇਂ ਹੀ ਉਹ ਪਾਰਟੀ 'ਚ ਐਂਟਰ ਹੁੰਦਾ 5 ਮਿੰਟ 'ਚ ਇੱਕ ਉਹਦੇ ਬਾਰੇ ਰਿਪੋਰਟ ਫੈਲ ਗਈ
ਇਹ ਕੀ ਫੈਲੀ ਕਿ 1 ਸਾਲ ਦੇ ਉਹ 10,000 ਪਾਉਂਡ ਕਮਾਉਂਦਾ। ਯਾਦ ਕਰੋ ਮਿਸਟਰ ਬਿੰਗਲੇ ਕਿੰਨੇ ਕਮਾਉਂਦਾ? 4,000, ਯਾਨੀ ਕਿ ਉਸ ਤੋਂ ਦੁੱਗਣੇ ਕਮਾਉਂਦਾ ਮਿਸਟਰ ਬਿੰਗਲੇ ਤੋਂ, ਜੋ ਕਿ ਉਹ 4 or 5,000 ਪਾਉਂਡ ਸੀਗੇ ਆ ਈਅਰ ਦੇ। ਇਹ ਕਿੰਨੇ ਕਮਾ ਰਹੇ ਹੈ? 10,000 ਪਰ ਈਅਰ। ਇੱਥੇ ਬੇਟਾ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਉਸ ਟਾਈਮ ਨਾ, ਹੁਣ ਵੀ ਉਵੇਂ ਹੈ, ਪੈਸੇ ਵਾਲੀ ਦੀ ਤੂਤੀ ਬੋਲਦੀ ਹੈ ਅੱਜ ਕੱਲ੍ਹ ਵੀ। ਜਿਹਦੇ ਕੋਲੇ ਪੈਸਾ ਚੰਗਾ ਹੈ ਸਾਰੇ ਉਸ ਨੂੰ ਬੜਾ ਵਾਹਵਾ ਕਰਦੇ ਆ, ਉਹਦੇ ਬਾਰੇ ਗੱਲਾਂ ਕਰਦੇ ਆ ਨਾ। ਉਹਨਾਂ ਦਿਨਾਂ ਦੇ ਵਿੱਚ ਵੀ ਆਈ ਸੀ। ਦੇਖੋ ਉਸ ਟਾਈਮ ਨਾ ਇੰਗਲੈਂਡ ਦੇ ਵਿੱਚ 2 ਤਰ੍ਹਾਂ ਦੇ ਅਮੀਰ ਬੰਦੇ ਸੀ। ਅਮੀਰ ਬੰਦਿਆਂ ਦੀ ਗੱਲ ਹੋ ਰਹੀ ਹੈ। ਹੁਣ ਤੁਸੀਂ ਐਗਜ਼ਾਮਪਲ ਲੈ ਕੇ ਸਮਝੋ, ਇੱਕ ਪਾਸੇ ਮਿਸਟਰ ਡਾਰਸੀ ਹੈ, ਦੂਜੇ ਪਾਸੇ ਮਿਸਟਰ ਬਿੰਗਲੇ ਹੈ। ਮਿਸਟਰ ਡਾਰਸੀ ਹੈ ਨਾ ਜਿਹੜਾ, ਉਹ ਰਈਸ ਖਾਨਦਾਨ ਚੋਂ, ਕਹਿੰਦੇ ਨਾ ਜਿਹੜੇ ਜਨਮਜਾਤ ਰਈਸ ਬੰਦੇ ਹੁੰਦੇ ਨੇ ਉਹਨਾਂ ਚੋਂ ਆ। ਧੁਰੋਂ ਹੀ ਅਮੀਰ ਨੇ ਹੁੰਦੇ ਨਾ ਬੰਦੇ, ਪਿੱਛੋਂ ਹੀ ਚੱਲਦੇ ਆ ਰਹੇ ਨੇ ਮੁੱਢ ਤੋਂ ਹੀ। ਮਿਸਟਰ ਡਾਰਸੀ ਉਹਨਾਂ ਚੋਂ ਹੈ। ਤੇ ਮੰਨਿਆ ਜਾਂਦਾ ਹੈ ਕਿ ਮਿਸਟਰ ਡਾਰਸੀ ਉਸ ਟਾਈਮ ਜਿਹੜੀਆਂ ਇੰਗਲੈਂਡ ਦੀਆਂ ਮੇਨ 400 ਵੈਲਦੀਐਸਟ ਫੈਮਿਲੀ ਸੀਗੀਆਂ, 400 ਅਮੀਰ ਪਰਿਵਾਰ ਸੀਗੇ ਪੂਰੇ ਇੰਗਲੈਂਡ ਦੇ ਵਿੱਚ, ਉਹਨਾਂ ਚੋਂ ਇੱਕ ਸੀ ਮਿਸਟਰ ਡਾਰਸੀ। ਕਈ ਕਿੱਲੇ ਉਹਦੇ ਕੋਲ ਜ਼ਮੀਨ ਸੀ। ਲੰਡਨ 'ਚ ਉਹਦਾ ਇੱਕ ਆਲੀਸ਼ਾਨ ਘਰ ਸੀਗਾ ਮਿਸਟਰ ਡਾਰਸੀ ਦਾ। ਜਿਵੇਂ ਆਪਾਂ ਇੱਕ ਰੂਰਲ ਏਰੀਆ ਦੇ ਵਿੱਚ, ਪਿੰਡੂ ਦਿਹਾਤ ਵਾਲੇ ਏਰੀਆ ਦੇ ਵਿੱਚ, ਜਿਹਨੂੰ ਆਪਾਂ ਕੰਟਰੀ ਕਹਿੰਦੇ ਆ, ਤਾਂ ਉਸ ਕੰਟਰੀ ਦੇ ਵਿੱਚ ਵੱਡਾ ਸਾਰਾ ਆਲੀਸ਼ਾਨ ਘਰ, ਐਸਟੇਟ ਜਿਹਨੂੰ ਆਪਾਂ ਕਹਿੰਦੇ ਆ, ਵੱਡਾ ਸਾਰਾ ਐਸਟੇਟ, ਬਹੁਤ ਸਾਰੇ ਜਿਸ 'ਚ ਖੇਤ ਵਗੈਰਾ ਹੁੰਦੇ ਆ। ਤਾਂ ਇੱਕ ਐਸਟੇਟ ਇਹਦੀ ਡਾਰਸੀ ਦੀ ਸੀਗੀ। ਮਤਲਬ ਇਹ ਧੁਰੋਂ ਅਮੀਰ ਸੀਗਾ ਬੰਦਾ। ਇਹ ਤਾਂ ਸੀਗਾ ਜੀ ਅਰਿਸਟੋਕਰੈਟ ਫੈਮਿਲੀ ਚੋਂ। ਅਰਿਸਟੋਕਰੈਟ ਫੈਮਿਲੀ ਦਾ ਮਤਲਬ ਸਮਝਦੇ ਹੋ ਤੁਸੀਂ? ਜਿਹੜੇ ਬੰਦੇ ਧੁਰੋਂ ਹੀ ਅਮੀਰ ਨੇ, ਪਿੱਛੋਂ ਹੀ ਪੈਸਾ ਚੱਲਦਾ ਆ ਰਿਹਾ ਹੈ। ਮਿਸਟਰ ਡਾਰਸੀ ਉਹ ਪਰਿਵਾਰ ਚੋਂ ਹੈ। ਦੂਸਰੇ ਅਮੀਰ ਲੋਕ ਉਹ ਨੇ ਜਿਹੜੇ ਬਣੇ ਨੇ, ਜਿਵੇਂ ਮਿਸਟਰ ਬਿੰਗਲੇ। ਮਿਸਟਰ ਬਿੰਗਲੇ ਧੁਰੋਂ ਅਮੀਰ ਨਹੀਂ ਹੈ, ਇਹਨਾਂ ਨੇ ਪੈਸੇ ਕਮਾਏ ਸੀ। ਐਕਚੁਅਲੀ ਬਿੰਗਲੇ ਨਾ, ਜਦੋਂ ਯਾਦ ਕਰੋ ਫਸਟ ਚੈਪਟਰ ਦੇ ਵਿੱਚ ਜਦੋਂ ਪੁੱਛਦਾ ਮਿਸਟਰ ਬੈਨੇਟ ਮਿਸਿਸ ਬੈਨੇਟ ਨੂੰ ਕਿ ਉਹਦਾ ਨਾਮ ਕੀ ਹੈ ਜਿਹਨੂੰ ਤੂੰ ਕਹੀ ਜਾਂਦੀ ਹੈ ਯੰਗ ਮੈਨ ਵਿਦ ਲਾਰਜ ਫੋਰਚੂਨ ਹੈ, ਤਾਂ ਮਿਸਿਸ ਬੈਨੇਟ ਕਹਿੰਦੀ ਹੈ ਬਿੰਗਲੇ। ਤਾਂ ਬੜਾ ਹੈਰਾਨੀ ਜਿਹੀ ਹੋ ਕੇ ਕਹਿੰਦਾ ਬਿੰਗਲੇ। ਐਕਚੁਅਲੀ ਬਿੰਗਲੇ ਦਾ ਮਤਲਬ ਕੀ ਹੈ? ਬਿੰਗਲੇ ਇਜ਼ ਅ ਨੇਮ ਆਫ ਅ ਟਾਊਨ। ਬਿੰਗਲੇ ਇੱਕ ਟਾਊਨ ਦਾ ਨੇਮ ਹੈ। ਉਸ ਟਾਊਨ ਦੇ ਵਿੱਚ ਨਾ ਲੋਕਾਂ ਨੇ ਇੰਡਸਟਰੀ ਲਾਈ, ਉਦਯੋਗ ਲਾਏ, ਅਮੀਰ ਬਣ ਗਏ। ਤੇ ਉਸ ਟਾਊਨ ਚੋਂ ਜਿਹੜੇ ਬੰਦੇ ਅਮੀਰ ਬਣ ਗਏ ਉਹਨਾਂ ਨੇ ਨਾਮ ਆਪਣੇ ਬਿੰਗਲੇ ਰੱਖ ਲਏ। ਇਹ ਬੰਦਾ ਅਮੀਰ ਬਣਿਆ ਹੈ, ਇਹ ਪਿੱਛੋਂ ਹੀ ਅਮੀਰ ਹੈ, ਫਰਕ ਹੋ ਗਿਆ। ਤਾਂ ਜਿਹੜੇ ਬਣਦੇ ਨੇ ਅਮੀਰ ਬੇਟਾ, ਉਹ ਅਰਿਸਟੋਕਰੈਟ ਨਹੀਂ ਹੁੰਦੇ। ਉਹ ਅਮੀਰ ਜ਼ਰੂਰ ਹੁੰਦੇ ਨੇ, ਅਰਿਸਟੋਕਰੈਟ ਨਹੀਂ ਹੁੰਦੇ। ਮਤਲਬ ਇੰਨੀ ਸ਼ਾਨ ਸ਼ੌਕਤ ਨਹੀਂ ਹੁੰਦੀ ਉਹਨਾਂ ਦੀ, ਕਿਉਂਕਿ ਸਭ ਨੂੰ ਪਤਾ ਵੀ ਇਹਨਾਂ ਨੇ ਪੈਸੇ ਕਮਾਏ ਨੇ, ਪੈਸੇ ਆ ਗਏ। ਪਹਿਲਾਂ ਤਾਂ ਇਹ ਸਾਡੇ ਵਰਗੇ ਹੀ ਸੀ, ਹੁਣ ਪੈਸੇ ਕਮਾ ਕੇ ਅਮੀਰ ਬਣ ਗਏ। ਉਹਨਾਂ ਦੀ ਉਹ ਇੱਜ਼ਤ ਨਹੀਂ ਹੈ ਉਸ ਸਮਾਜ 'ਚ, ਜਿਹੜੇ ਕਿ ਪੁਰਾਣੇ ਧੁਰੋਂ ਚੱਲੇ ਆ ਰਹੇ ਨੇ। ਤਾਂ ਤੁਸੀਂ ਮਿਸਟਰ ਡਾਰਸੀ ਤੇ ਮਿਸਟਰ ਬਿੰਗਲੇ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ। ਇਹ 2 ਅਮੀਰਾਂ ਦੀਆਂ ਕੈਟਾਗਰੀਆਂ ਨੇ ਜਿਹੜੀਆਂ ਨਾਵਲ ਦੇ ਵਿੱਚ ਆਈਆਂ ਨੇ। ਤੇ ਬਾਕੀ ਜਿਹੜੇ ਬੈਨੇਟ ਫੈਮਿਲੀ ਹੈ ਜਾਂ ਹੋਰ ਲੂਕਸ ਫੈਮਿਲੀ ਆਉਣਗੀਆਂ, ਹੋਰ ਕਈ ਫੈਮਿਲੀਜ਼ ਆਉਣਗੀਆਂ, ਉਹ ਅਮੀਰ ਨਹੀਂ ਹੈਗੀਆਂ, ਆਈ ਚਲਾਈ ਚੱਲਦੀ ਹੈ ਜਿਹਨਾਂ ਨੂੰ। ਭਾਜੀ 10,000 ਪਾਉਂਡ ਕਮਾਉਂਦਾ 1 ਸਾਲ ਦੇ ਮਿਸਟਰ ਡਾਰਸੀ। ਦ ਜੈਂਟਲਮੈਨ pronounced him to be a fine figure of a man। ਹੁਣ ਇੱਥੇ ਜੈਂਟਲਮੈਨ ਲਿਖਿਆ ਹੋਇਆ, ਇੱਥੇ ਮਤਲਬ ਹੋਰ ਜਿਹੜੇ ਉਸ ਟਾਈਮ ਬੰਦੇ ਖੜੇ ਸੀਗੇ ਪਾਰਟੀ 'ਚ, ਉਹਨੂੰ ਕਹਿੰਦੇ ਨੇ ਕਿ ਇਹ ਬਹੁਤ ਹੀ ਵਧੀਆ ਬੰਦਾ ਹੈ। ਪ੍ਰਨਾਊਂਸ ਦਾ ਮਤਲਬ ਕਹਿੰਦੇ ਨੇ ਫਾਈਨ ਫਿਗਰ ਆਫ ਮੈਨ। ਜੈਂਟਲਮੈਨ ਨੇ ਉਸਨੂੰ ਫਾਈਨ ਕਿਹਾ, ਜਿਹੜੇ ਉੱਥੇ ਬੰਦੇ ਬਾਕੀ ਖੜੇ ਨੇ। ਲੇਡੀਜ਼ ਨੇ ਕੀ ਕਿਹਾ? ਤਾਂ ਲੇਡੀਜ਼ ਡਿਕਲੇਅਰਡ ਹੀ ਵਾਜ਼ ਮਚ ਹੈਂਡਸਮਰ ਦੈਨ ਮਿਸਟਰ ਬਿੰਗਲੇ। ਉੱਥੇ ਜਿਹੜੀਆਂ ਲੇਡੀ ਸੀਗੀਆਂ, ਲੇਡੀਜ਼ ਵੀ ਸੀਗੀਆਂ ਪਾਰਟੀ 'ਚ, ਉਹਨਾਂ ਨੇ ਕਿਹਾ ਕਿ ਮਿਸਟਰ ਬਿੰਗਲੇ ਤੋਂ ਜ਼ਿਆਦਾ ਖੂਬਸੂਰਤ ਹੈ। ਇਹ ਗੱਲਾਂ ਕਿਹਦੇ ਬਾਰੇ ਹੋ ਰਹੀਆਂ ਨੇ? ਮਿਸਟਰ ਡਾਰਸੀ ਬਾਰੇ। ਇਹ ਯਾਦ ਰੱਖਣੀਆਂ ਨੇ, ਬਿਕੋਜ਼ ਮਿਸਟਰ ਡਾਰਸੀ ਬਹੁਤ ਇੰਪੋਰਟੈਂਟ ਕਰੈਕਟਰ ਸਕੈਚ ਹੈ, ਪੇਪਰ 'ਚ ਆਉਣ ਵਾਲਾ ਕਰੈਕਟਰ ਸਕੈਚ ਹੈ, ਆਇਆ ਵੀ ਹੈ ਆਈ ਥਿੰਕ ਪਿਛਲੇ 2-3 ਸਾਲਾਂ 'ਚ। ਐਂਡ ਹੀ ਵਾਜ਼ ਲੁਕਡ ਐਟ ਵਿਦ ਗ੍ਰੇਟ ਐਡਮੀਰੇਸ਼ਨ ਫॉर ਅਬਾਊਟ ਹਾਫ ਦਾ ਈਵਨਿੰਗ। ਅਤੇ ਉਸ ਵੱਲ ਪਾਰਟੀ ਦੇ ਸਾਰੇ ਲੋਕਾਂ ਨੇ ਬੜੀ ਐਡਮੀਰੇਸ਼ਨ ਨਾਲ ਦੇਖਿਆ। ਨਾਓ ਐਡਮੀਰੇਸ਼ਨ ਦਾ ਮਤਲਬ ਹੁੰਦਾ ਬੇਟਾ ਫੀਲਿੰਗ ਆਫ ਪਲੇਜ਼ਰ ਐਂਡ ਵੰਡਰ। ਜਦੋਂ ਬਹੁਤ ਹੀ ਖੁਸ਼ ਹੋ ਗਏ ਤੁਸੀਂ ਕਿਸੇ ਨੂੰ ਦੇਖਦੇ ਹੋ, ਇੱਥੇ ਤੁਸੀਂ ਇਹ ਲਿਖ ਸਕਦੇ ਹੋ ਫੀਲਿੰਗ ਆਫ ਵੰਡਰ, ਹੈਰਾਨੀ ਨਾਲ ਜਦੋਂ ਤੁਸੀਂ ਦੇਖਦੇ ਹੋ, ਅਤੇ ਪਿਆਰ ਨਾਲ ਦੇਖਦੇ ਹੋ ਨਾ, ਪਲੇਜ਼ਰ ਜਿਹਨੂੰ ਤੁਸੀਂ ਕਹਿ ਸਕਦੇ ਹੋ। ਇਸ ਫੀਲਿੰਗ ਨਾਲ ਜਦੋਂ ਉਸ ਨੂੰ ਦੇਖਿਆ, ਪਰ ਦੇਖਿਆ ਕਿੰਨੇ ਟਾਈਮ ਦੇ ਲਈ? ਹਾਫ ਦਾ ਈਵਨਿੰਗ, ਅੱਧੀ ਪਾਰਟੀ ਲਈ ਉਹ ਦੇਖਿਆ। ਹਾਫ ਦਾ ਈਵਨਿੰਗ ਦਾ ਮਤਲਬ ਅੱਧੇ ਸਮੇਂ ਲਈ ਉਹ ਦੇਖਿਆ। ਇਹ ਬਾਕੀ ਅੱਧੇ ਸਮੇਂ ਨੂੰ ਕਿਉਂ ਨਹੀਂ ਦੇਖਿਆ ਬਈ? ਹੁਣ ਤੁਸੀਂ ਕਿਸੇ ਪਾਰਟੀ ਜਾਓ, ਅੱਧੇ ਟਾਈਮ ਤੱਕ ਤਾਂ ਲੋਕੀ ਤੁਹਾਡੇ ਬਾਰੇ ਵਾਹ-ਵਾਹ ਕਰੀ ਜਾਣ, ਤਾਂ ਬੰਦੇ ਹੀ ਬਹੁਤ ਵਧੀਆ, ਲੇਡੀਜ਼ ਵੀ ਕਹਿਣ, ਜੈਂਟਲਮੈਨ ਵੀ ਕਹਿਣ, ਤੇ ਬਾਕੀ ਅੱਧੀ ਪਾਰਟੀ 'ਚ ਕੀ ਹੋਇਆ? ਅੱਗੇ ਦੱਸਿਆ till his manners gave a disgust। ਉਦੋਂ ਤੱਕ ਉਸ ਨੂੰ ਚੰਗਾ ਸਮਝਿਆ ਜਾਂਦਾ ਰਿਹਾ ਜਦੋਂ ਤੱਕ ਉਹਦੇ ਜਿਹੜੇ ਮੈਨਰਸ ਨੇ
ਉਹਨਾਂ ਨੇ ਇੱਕ ਤਰ੍ਹਾਂ ਦੀ ਡਿਸਗਸਟ ਦਿੱਤੀ। ਡਿਸਗਸਟ ਦਾ ਮਤਲਬ ਹੁੰਦਾ ਜਿਸ ਨੂੰ ਤੁਸੀਂ ਪਸੰਦ ਨਾ ਕਰੋ ਕੋਈ ਚੀਜ਼, ਇੱਕ ਅਜਿਹੀ ਚੀਜ਼ ਦਿਖਾਈ ਜਿਸ ਨੂੰ ਲੋਕਾਂ ਨੇ ਪਸੰਦ ਨਹੀਂ ਕੀਤੀ, ਜਿਸ ਨਾਲ ਕੀ ਹੋਇਆ, ਟਰਨ ਦਾ ਟਾਈਡ ਆਫ ਹਿਸ ਪਪੂਲੈਰਿਟੀ, ਉਸਦੀ ਪਪੂਲੈਰਿਟੀ ਪਲਟ ਗਈ। ਪਪੂਲੈਰਿਟੀ ਦਾ ਮਤਲਬ ਜਿਹੜੀ ਉਹਦੀ ਪ੍ਰਸਿੱਧੀ ਹੋਈ ਸੀ ਉਹ ਪਲਟ ਗਈ। ਟਰਨ ਦਾ ਟਾਈਡ ਵੈਸੇ ਇੱਕ ਫਰੇਜ਼ ਆ ਬੇਟਾ, ਇਡੀਅਮ ਹੈ। ਟਰਨ ਦਾ ਟਾਈਡ ਦਾ ਮਤਲਬ ਹੁੰਦਾ ਜਦੋਂ ਪਾਸਾ ਪਲਟ ਜਾਂਦਾ, ਇਸ ਨੂੰ ਕਹਿੰਦੇ ਆ ਟਰਨ ਦਾ ਟਾਈਡ ਆਫ ਸਮਥਿੰਗ। ਪਾਸਾ ਪਲਟਣ ਨੂੰ ਕਹਿੰਦੇ ਆ ਟਰਨ ਦਾ ਸਾਈਡ ਆਫ ਸਮਥਿੰਗ। ਉਸਦੀ ਪਪੂਲੈਰਿਟੀ ਕਿਉਂ ਬਈ ਪਲਟ ਗਈ? ਪਹਿਲਾਂ ਤਾਂ ਬੜਾ ਪ੍ਰਸਿੱਧ ਹੋਇਆ, ਉਹ ਪਾਰਟੀ ਚ ਆਇਆ, ਸਾਰੇ ਉਹਦੇ ਬਾਰੇ ਬੜੀ ਚੰਗੀਆਂ ਚੰਗੀਆਂ ਗੱਲਾਂ ਕਰ ਰਹੇ ਸੀ। ਫਿਰ ਉਹਨੇ ਇਹੋ ਜਿਹਾ ਕੀ ਕਰਿਆ ਕਿ ਸਾਰੇ ਪਾਰਟੀ ਚ ਉਸਦੀ ਫਿਰ ਤੂੰ ਹੋਣ ਲੱਗ ਗਈ? ਇਹੋ ਜਿਹਾ ਕੀ ਹੋ ਗਿਆ ਵੀ? ਕਿਉਂ? ਫੋਰ ਹੀ ਵਾਜ਼ ਡਿਸਕਵਰਡ ਟੂ ਬੀ ਪ੍ਰਾਊਡ, ਕਿਉਂਕਿ ਲੋਕਾਂ ਨੂੰ ਪਤਾ ਲੱਗਿਆ ਇੱਕ ਤਾਂ ਉਹ ਪ੍ਰਾਊਡ ਹੈ, ਹੰਕਾਰੀ ਹੈ। ਅੱਧੀ ਪਾਰਟੀ ਤੋਂ ਬਾਅਦ ਇਹ ਕੰਮ ਚੱਲਿਆ ਵੀ ਇਹ ਪ੍ਰਾਊਡ ਹੈ, ਵੀ ਪ੍ਰਾਊਡ ਹੀ ਹੈ। ਅਬਵ ਹਿਜ਼ ਕੰਪਨੀ, ਆਪਣੇ ਆਪ ਨੂੰ ਆਪਣੀ ਕੰਪਨੀ ਤੋਂ ਉੱਪਰ ਸਮਝਦਾ ਹੈ। ਜਿਹਨਾਂ ਦੇ ਨਾਲ ਉਹ ਆਇਆ ਹੈ ਉਹਨਾਂ ਨਾਲੋਂ ਆਪਣੇ ਆਪ ਨੂੰ ਉੱਪਰ ਸਮਝਦਾ ਹੈ। ਐਂਡ ਅਬਵ ਬੀਇੰਗ ਪਲੀਜ਼ਡ, ਇਸ ਲਾਈਨ ਤੇ ਧਿਆਨ ਦਿਓ, ਅਬਵ ਬੀਇੰਗ ਪਲੀਜ਼ਡ। ਨਾ ਬੀਇੰਗ ਪਲੀਜ਼ ਦਾ ਮਤਲਬ ਕੀ ਹੁੰਦਾ? ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ। ਕੁਝ ਪਰਸਨ ਐਸੇ ਹੁੰਦੇ ਨੇ ਬੇਟਾ, ਜਦੋਂ ਕਿਤੇ ਜਾਂਦੇ ਨੇ ਉਹ ਹਰ ਚੀਜ਼ ਨੂੰ ਦੇਖ ਕੇ ਬੜਾ ਖੁਸ਼ ਹੁੰਦੇ। ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆਇਆ, ਤੁਸੀਂ ਕੋਈ ਉਸ ਨੂੰ ਚਾਹ ਪਿਲਾਈ, ਤੁਸੀਂ ਉਸ ਨੂੰ ਕੋਈ ਚੀਜ਼ ਦਿਖਾਈ, ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ, ਉਹਦਾ ਹੁੰਦਾ ਬੀਇੰਗ ਪਲੀਜ਼ਡ। ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਹਾਡੇ ਘਰੇ ਆ ਜਾਂਦੇ ਨੇ, ਨੱਕ ਮੂੰਹ ਹੀ ਮਾਰੀ ਜਾਂਦੇ ਨੇ, ਚਾਹ ਸਵਾਹ ਵਰਗੀ ਚਾਹ, ਆਹ ਬਣਾਈ ਹੈ ਚੀਜ਼, ਬੇਕਾਰ ਚੀਜ਼। ਮਤਲਬ ਨਵੋਚੀ ਬੰਦੇ ਜਿਹੜੇ ਖੁਸ਼ੀ ਨਹੀਂ ਹੁੰਦੇ, ਉਹਨਾਂ ਦੇ ਲਈ ਅਸੀਂ ਇਹ ਲਾਈਨ ਯੂਜ਼ ਕਰਦੇ ਹਾਂ, ਅਬਵ ਬੀਇੰਗ ਪਲੀਜ਼ਡ। ਉਹ ਕਿਸੇ ਚੀਜ਼ ਨਾਲ ਖੁਸ਼ੀ ਨਹੀਂ ਸੀ ਹੋ ਰਿਹਾ, ਕਿਸੇ ਚੀਜ਼ ਨਾਲ ਖੁਸ਼ ਨਹੀਂ ਸੀ ਪਾਰਟੀ 'ਚ ਉਹ। And not all his large estate in Derbyshire could then save him from having a most forbidding, disagreeable countenance and being unworthy to be compared with his friend। ਤਾਂ ਮੈਂ ਦੱਸਿਆ ਸੀਗਾ ਨਾ ਕਿ ਜਿਹੜੀ ਅਰਿਸਟੋਕ੍ਰੈਟਿਕ ਫੈਮਿਲੀਜ਼ ਹੁੰਦੀਆਂ ਸੀ, ਇਹਨਾਂ ਦਾ ਇੱਕ ਤਾਂ ਲੰਡਨ 'ਚ ਘਰ ਹੁੰਦਾ ਸੀ। ਆਮ ਬੰਦੇ ਦਾ ਲੰਡਨ 'ਚ ਘਰ ਨਹੀਂ ਸੀ ਹੁੰਦਾ, ਪਿੰਡਾਂ ਪੁੰਡਾਂ 'ਚ ਘਰ ਹੁੰਦੇ। ਜਿਹੜੀਆਂ ਅਰਿਸਟੋਕ੍ਰੈਟਿਕ ਫੈਮਿਲੀ 400 ਫੈਮਲੀਆਂ ਜਿਨ੍ਹਾਂ 'ਚੋਂ ਹੀ ਹੈ ਇੱਕ ਤਾਂ ਇਹਦਾ ਲੰਡਨ 'ਚ ਘਰ ਹੈ। ਨੰਬਰ 2 ਤੇ ਤੁਹਾਨੂੰ ਪਤਾ ਹੈ ਵੀ ਇਹਦੇ ਆਪਣੇ ਖੇਤ ਵੀ ਨੇ ਕੰਟਰੀ ਸਾਈਡ 'ਚ, ਤਾਂ ਉਹਦੇ ਸਟੇਟ ਜਿਹਨੂੰ ਕਹਿੰਦੇ ਆਪਾਂ, ਉਹ ਸਟੇਟ ਕਿੱਥੇ ਹੈ ਵੀ? ਡਰਬੀਸ਼ਾਇਰ। ਡਰਬੀਸ਼ਾਇਰ ਤੇ ਬੇਟਾ ਤੁਸੀਂ ਸਰਕਲ ਲਗਾ ਸਕਦੇ ਹੋ। ਡਰਬੀਸ਼ਾਇਰ ਇੱਕ ਜਗ੍ਹਾ ਦਾ ਨਾਮ ਹੈ, ਜਗ੍ਹਾ ਨਹੀਂ ਹੈ। ਜਿਵੇਂ ਤੁਹਾਨੂੰ ਕਾਉਂਟੀ ਦੱਸੀ ਸੀ ਨਾ ਮੈਂ, ਕਾਉਂਟੀ, ਜਾਂ ਮੈਂ ਤੁਹਾਨੂੰ ਹਰਟਫੋਰਡਸ਼ਾਇਰ ਬਾਰੇ ਦੱਸਿਆ ਸੀ, ਯਾਦ ਹੈ? ਹਰਟਫੋਰਡਸ਼ਾਇਰ ਬਾਰੇ ਮੈਂ ਤੁਹਾਨੂੰ ਕਾਫੀ ਕੁਝ ਦੱਸਿਆ ਸੀ। ਤਾਂ ਇਹ ਵੀ ਇੱਕ ਕਾਉਂਟੀ ਹੈ ਡਰਬੀਸ਼ਾਇਰ, ਇੰਗਲੈਂਡ ਦੀ। ਤਾਂ ਇਹਦਾ ਡਰਬੀਸ਼ਾਇਰ ਦੇ ਵਿੱਚ ਸਟੇਟ ਹੈ, ਬਹੁਤ ਵੱਡੀ ਸਟੇਟ ਹੈ, ਲਾਰਜ ਸਟੇਟ ਹੈ, ਕਾਫੀ ਸਾਰੇ ਵੱਡੇ ਵੱਡੇ ਖੇਤ ਹੈ ਇਹਦੇ ਕੋਲ। ਉਸ ਸਟੇਟ ਨੇ ਵੀ ਇਸ ਨੂੰ ਸੇਵ ਨਹੀਂ ਕਰ ਸਕਿਆ, ਇਸ ਨੂੰ ਬਚਾ ਨਹੀਂ ਸਕੀ। ਕਿਹੜੀਆਂ ਚੀਜ਼ਾਂ ਚੋਂ? ਕਿ ਇੱਕ ਤਾਂ ਇਹ ਮੋਸਟ ਫੋਰਬਿਡਿੰਗ ਹੈ। ਮੋਸਟ ਫੋਰਬਿਡਿੰਗ ਦਾ ਮਤਲਬ ਇੱਥੇ ਬੱਚਿਓ ਤੁਸੀਂ ਕਹੋਗੇ ਹਾਰਸ਼, ਜਿਹੜਾ ਬਹੁਤ ਹੀ ਕਰਖਤ ਇਨਸਾਨ ਹੋਵੇ, ਆਪਾਂ ਉਹਨੂੰ ਫੋਰਬਿਡਿੰਗ ਕਹਿੰਦੇ ਹਾਂ। ਇਹ ਬਹੁਤ ਹੀ ਹਾਰਸ਼ ਹੈ, ਇਹ ਕਰਖਤ ਬੰਦਾ ਹੈ। ਡਿਸਐਗਰੀਬਲ ਕੰਟੀਨੈਂਸ ਦਾ ਮਤਲਬ ਦੇਖੋ, ਪਹਿਲਾਂ ਯਾਦ ਕਰੋ ਮਿਸਟਰ ਬਿੰਗਲੇ ਲਈ ਕੀ ਆਇਆ ਸੀ? ਪਲੇਜ਼ੈਂਟ ਕੰਟੀਨੈਂਸ। ਉੱਪਰ ਦੇਖੋ ਧਿਆਨ ਨਾਲ, ਮਿਸਟਰ ਬਿੰਗਲੇ ਲਈ ਸ਼ਬਦ ਆਏ ਸੀ ਪਲੇਜ਼ੈਂਟ ਕੰਟੀਨੈਂਸ। ਉਹਦਾ ਮਤਲਬ ਕੀ ਦੱਸਿਆ ਸੀ? ਗੁੱਡ ਲੁਕਿੰਗ। ਹੁਣ ਕੀ ਹੋ ਗਿਆ? ਡਿਸਐਗਰੀਬਲ ਕੰਟੀਨੈਂਸ ਉਲਟ ਹੋ ਗਿਆ, ਬੈਡ ਲੁਕਿੰਗ। ਹੁਣ ਇਹ ਬੈਡ ਲੁਕਿੰਗ ਬਣ ਗਿਆ। ਜਦੋਂ ਲੋਕਾਂ ਨਾਲ ਇਸਨੇ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ, ਆਪਣੀ ਪ੍ਰਾਊਡੀ ਨੇਚਰ ਦਿਖਾਈ, ਨੱਕ ਮੂੰਹ ਮਾਰਿਆ ਹਰ ਚੀਜ਼ ਨੂੰ, ਤਾਂ ਲੋਕਾਂ ਲਈ ਫਿਰ ਕੀ ਬਣ ਗਿਆ? ਬੈਡ ਲੁਕਿੰਗ। ਤਾਂ ਡਿਸਐਗਰੀਬਲ ਕੰਟੀਨੈਂਸ ਦਾ ਮਤਲਬ ਇੱਥੇ ਬੇਟਾ ਬੈਡ ਲੁਕਿੰਗ ਹੈ, ਬੈਡ ਲੁਕਿੰਗ ਕਹਿ ਸਕਦੇ ਹੋ। ਕਿ ਹੁਣ ਲੋਕ ਇਸ ਨੂੰ ਪਸੰਦ ਨਹੀਂ ਕਰਦੇ, ਤਾਂ ਦੇਖਣ 'ਚ ਹੀ ਬਹੁਤ ਭੈੜਾ, ਪਹਿਲਾਂ ਬਹੁਤ ਵਧੀਆ ਲੱਗ ਰਿਹਾ ਸੀ। ਅਤੇ ਫਿਰ ਈਵਨ ਕਿ ਲੋਕਾਂ ਨੇ ਇਹ ਵੀ ਕਿਹਾ ਕਿ ਆਪਣੇ ਫਰੈਂਡ ਦੇ ਬਰਾਬਰ ਹੈ ਹੀ ਨਹੀਂ ਇਹ, ਬੀਇੰਗ ਅਨਵਰਦੀ ਟੂ ਬੀ ਕੰਪੇਅਰਡ ਵਿਦ ਹਿਸ ਫਰੈਂਡ, ਕਿ ਇਸ ਦੀ ਤੁਲਨਾ ਇਹਦੇ ਫਰੈਂਡ ਨਾਲ ਕੀਤੀ ਜਾਵੇ, ਹੈ ਹੀ ਨਹੀਂ ਇਹ ਜਿਹਾ ਇਹ। ਤਾਂ ਬੇਟਾ ਇਸ ਪੈਰੇ ਦੇ ਵਿੱਚ ਪੂਰਾ ਸਾਨੂੰ ਮਿਸਟਰ ਬਿੰਗਲੇ ਤੇ ਮਿਸਟਰ ਡਾਰਸੀ ਬਾਰੇ ਕਾਫੀ ਗੱਲਾਂ ਪਤਾ ਚੱਲਦੀਆਂ ਨੇ, ਜੋ ਅਸੀਂ ਆਪਣੇ ਕਰੈਕਟਰ ਸਕੈਚ ਦੇ ਵਿੱਚ ਲਿਖ ਸਕਦੇ ਹਾਂ। ਲੇਕਿਨ ਹਜੇ ਕਿਉਂਕਿ ਨਾਵਲ ਖਤਮ ਨਹੀਂ ਹੋਇਆ, ਤੁਹਾਨੂੰ ਪਤਾ ਇੱਕ ਜਦੋਂ ਬੇਟਾ ਮੂਵੀ ਚੱਲਦੀ ਹੈ, ਮੂਵੀ ਦੇ ਵਿੱਚ ਸਾਨੂੰ ਪਤਾ ਹੈ ਸ਼ੁਰੂ 'ਚ ਕੋਈ ਇਨਸਾਨ, ਕੋਈ ਕਰੈਕਟਰ ਸਾਨੂੰ ਪਸੰਦ ਨਹੀਂ ਆਉਂਦਾ, ਲੇਕਿਨ ਜਿਵੇਂ ਜਿਵੇਂ ਮੂਵੀ ਚੱਲਦੀ ਹੈ ਉਹ ਕਰੈਕਟਰ ਕੁਝ ਐਸੇ ਕੰਮ ਕਰਦਾ ਹੈ ਕਿ ਐਂਡ ਸਾਨੂੰ ਉਹੀ ਕਰੈਕਟਰ ਪਸੰਦ ਆਉਣ ਲੱਗ ਜਾਂਦਾ। ਤੇ ਕਈ ਵਾਰੀ ਮੂਵੀ 'ਚ ਸ਼ੁਰੂ 'ਚ ਸਾਨੂੰ ਕੋਈ ਕਰੈਕਟਰ ਬੜਾ ਵਧੀਆ ਲੱਗਦਾ, ਪਰ ਫਿਰ ਉਹ ਮੂਵੀ 'ਚ ਕੁਝ ਇਹੋ ਜਿਹੇ ਕੰਮ ਕਰਦਾ ਹੈ ਕਿ ਸਾਨੂੰ ਐਂਡ ਤੱਕ ਆਉਂਦੇ ਆਉਂਦੇ ਉਹ ਵਧੀਆ ਨਹੀਂ ਲੱਗਦਾ। ਤਾਂ ਅਸੀਂ ਕੋਈ ਜਜਮੈਂਟ ਹਜੇ ਨਹੀਂ ਲੈ ਸਕਦੇ ਕਿ ਮਿਸਟਰ ਡਾਰਸੀ ਕਿੱਦਾਂ ਦਾ ਜਾਂ ਮਿਸਟਰ ਬਿੰਗਲੇ ਕਿੱਦਾਂ। ਲੇਕਿਨ ਇੱਕ ਜਨਰਲ ਆਈਡੀਆ ਹੋ ਗਿਆ ਕਿ ਜਦੋਂ ਪਹਿਲੀ ਵਾਰੀ ਲੋਕਾਂ ਦੇ ਵਿੱਚ ਇਹ ਦੋਨੇ ਬੰਦੇ ਆਏ ਨੇ ਤਾਂ ਲੋਕਾਂ ਦੇ ਇਹਨਾਂ ਪ੍ਰਤੀ ਵਿਚਾਰ ਕੀ ਸੀ। ਮਿਸਟਰ ਬਿੰਗਲੇ had soon made himself acquainted with all the principal people in the room। ਹੁਣ ਪਾਰਟੀ ਆ ਗਈ ਸੀ ਇਹਨਾਂ ਦੀ 5 ਬੰਦਿਆਂ ਦੀ, ਤਾਂ ਮਿਸਟਰ ਬਿੰਗਲੇ ਨੇ ਤਾਂ ਆਪਣੇ ਆਪ ਨੂੰ ਵੀ ਰੂਮ ਦੇ ਵਿੱਚ
ਉਸ ਅਸੈਂਬਲੀ ਰੂਮ ਦੇ ਵਿੱਚ। ਤੁਹਾਨੂੰ ਪਤਾ ਨਾ ਉਹ ਅਸੈਂਬਲੀ ਰੂਮ ਹੈ, ਮੈਰੀਟਨ ਦੇ ਵਿੱਚ ਹੈ ਉਹ। ਤੇ ਉਸ ਰੂਮ ਦੇ ਵਿੱਚ ਸਾਰੇ ਬੰਦਿਆਂ ਨਾਲ ਆਪਣੇ ਆਪ ਨੂੰ ਉਸਨੇ ਜਾਣ ਪਛਾਣ ਕਰਾ ਲਈ। ਐਕੁਆਇੰਟ ਵਿਦ ਦਾ ਮਤਲਬ ਹੁੰਦਾ ਬੇਟਾ ਜਾਣ ਪਛਾਣ ਕਰਾਣੀ। ਸਾਰੇ ਪ੍ਰਿੰਸੀਪਲ ਪੀਪਲ ਮਤਲਬ ਜਿਹੜੇ ਮੇਨ ਲੋਕ ਸੀਗੇ, ਉਹਨਾਂ ਦੇ ਨਾਲ ਉਹਦੀ ਜਾਣ ਪਛਾਣ ਹੋ ਗਈ ਮਿਸਟਰ ਬਿੰਗਲੇ ਦੀ। ਉਹ ਸਾਨੂੰ ਪਤਾ ਹੈ ਕਿਉਂ। ਹੀ ਵਾਜ਼ ਲਾਈਵਲੀ ਐਂਡ ਅਨਰਿਜ਼ਰਵਡ। ਲਾਈਵਲੀ ਮਤਲਬ એનર્ਜੀ ਨਾਲ ਭਰਿਆ ਹੋਇਆ, ਫੁੱਲ ਆਫ એનર્ਜੀ। ਕਿ ਬਹੁਤ ਜ਼ਿਆਦਾ એનર્ਜੀ ਨਾਲ ਭਰਿਆ, ਬੜੇ ਮਲਾਪੜੇ ਸੁਭਾਅ ਦਾ ਹੈ, ਹਰ ਬੰਦੇ ਨੂੰ ਜਾ ਕੇ ਮਿਲਿਆ ਉਹ। ਅਤੇ ਅਨਰਿਜ਼ਰਵਡ ਹੈ। ਯਾਦ ਕਰੋ ਮਿਸਟਰ ਬੈਨੇਟ ਲਈ ਕੀ ਆਇਆ ਸੀ ਸ਼ਬਦ, ਰਿਜ਼ਰਵਡ। ਚੈਪਟਰ 1 ਦੇ ਲਾਸਟ ਪੈਰੇ ਦੇ ਵਿੱਚ ਮਿਸਟਰ ਬੈਨੇਟ ਲਈ ਸ਼ਬਦ ਕੀ ਆਇਆ ਸੀ, ਰਿਜ਼ਰਵਡ। ਕੈਪਰਿਸ, ਰਿਜ਼ਰਵਡ। ਇਹਦੇ ਲਈ ਕੀ ਆ ਰਿਹਾ ਹੈ, ਅਨਰਿਜ਼ਰਵਡ। ਮਿਸਟਰ ਬੈਨੇਟ ਨਾਲੋਂ ਕਰੈਕਟਰ ਇਹਦਾ ਕੀ ਹੋ ਗਿਆ, ਉਲਟ ਹੋ ਗਿਆ। ਰਿਜ਼ਰਵ ਜਿਹੜਾ ਗੱਲਬਾਤ ਕਰਕੇ ਰਾਜੀ ਨਹੀਂ ਕਿਸੇ ਨਾਲ, ਅਨਰਿਜ਼ਰਵਡ ਖੁੱਲ੍ਹਾ ਹੀ, ਜਿਹੜਾ ਮਰਜ਼ੀ ਬੁਲਾ ਲੇ, ਤਿਆਰ ਹੈ ਆਪਾਂ ਗੱਲ ਕਰਨ। ਅੱਛਾ, ਡਾਂਸਡ ਐਵਰੀ ਡਾਂਸ, ਉਹਨੇ ਹਰ ਇੱਕ ਡਾਂਸ ਕੀਤਾ ਵੀ। ਡਾਂਸ ਪਾਰਟੀ ਹੈ, ਬਾਲ ਦੇ ਵਿੱਚ ਕੀ ਹੁੰਦਾ ਹੈ, ਡਾਂਸ ਪਾਰਟੀ, ਹਰ ਡਾਂਸ ਕਰਿਆ ਉਹਨੇ। was angry that the ball closed so early। ਫਿਰ ਉਸ ਨੂੰ ਬੜਾ ਨਾ ਬੁਰਾ ਜਿਹਾ ਲੱਗਿਆ ਕਿ ਯਾਰ ਬਾਲ ਬੜੀ ਜਲਦੀ ਖਤਮ ਹੋ ਗਈ। ਬਾਲ ਦਾ ਮਤਲਬ ਇੱਥੇ ਕੀ ਹੈ, ਡਾਂਸ ਪਾਰਟੀ। ਬਾਲ ਦਾ ਮਤਲਬ ਗੇਮ ਨਹੀਂ ਹੈ, ਡਾਂਸ ਪਾਰਟੀ। ਇਹ ਡਾਂਸ ਪਾਰਟੀ ਬੜੀ ਜਲਦੀ ਖਤਮ ਹੋ ਗਈ। ਹਾਲਾਂਕਿ ਮੈਂ ਤੁਹਾਨੂੰ ਦੱਸਾਂ ਡਾਂਸ ਪਾਰਟੀ ਕਿੰਨੀ ਦੇਰ ਤੱਕ ਚੱਲਦੀ ਸੀ, ਘੱਟੋ ਘੱਟ ਰਾਤ ਦੇ 3 ਵਜੇ ਤੱਕ ਡਾਂਸ ਪਾਰਟੀ ਚੱਲਦੀ। ਕਈ ਵਾਰੀ ਤਾਂ ਜਦੋਂ ਸੂਰਜ ਉੱਗਦਾ ਸੀ, ਜਿਹਨੂੰ ਤੁਸੀਂ ਡਾਨ ਕਹਿੰਦੇ ਹੋ, ਉਦੋਂ ਤੱਕ ਚੱਲਦੀ ਰਹਿੰਦੀ ਸੀ। ਇੰਨੀ ਲੇਟ ਡਾਂਸ ਪਾਰਟੀ ਚੱਲਦੀ ਸੀ। ਹੁਣ ਤੁਸੀਂ ਕਹੋਗੇ ਵੀ ਧੁੰਮ ਧਮੱਕੇ ਵਾਲੇ ਡਾਂਸ ਹੁੰਦੇ ਹੋਣੇ, ਜਿਵੇਂ ਆਪਾਂ ਨੱਚਦੇ ਆ ਨਾ ਵਿਆਹਾਂ 'ਚ, ਪਤਾ ਹੀ ਨਹੀਂ ਲੱਗਦਾ ਲੱਤ ਕਿੱਧਰ ਬਾਂਹ ਕਿੱਧਰ। ਐਦਾਂ ਦਾ ਡਾਂਸ ਨਹੀਂ ਹੈ, ਬੜੇ ਸਲੀਕੇ ਵਾਲਾ ਡਾਂਸ, ਪਿਆਰਾ ਜਿਹਾ ਡਾਂਸ, ਜਿਹੜਾ ਹਰ ਕੋਈ ਬੰਦਾ ਡਾਂਸ ਕਰ ਸਕਦਾ, ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਕਰ ਸਕਦਾ। ਤੇ ਇਹਨੂੰ ਬੜਾ ਬੁਰਾ ਲੱਗਿਆ ਵੀ ਤਾਂ ਬੜੀ ਜਲਦੀ ਖਤਮ ਹੋ ਗਈ, ਹਾਲਾਂਕਿ 3 ਵਜੇ ਤੱਕ ਚੱਲੀ ਸੀ। ਜੇਨ ਆਸਟਨ ਨੇ ਨਾ ਲੈਟਰਸ ਲਿਖੇ ਬਾਅਦ 'ਚ ਆਪਣੇ ਫਰੈਂਡਸ ਨੂੰ, ਤਾਂ ਉਹਨਾਂ ਤੋਂ ਕੁਐਸਚਨ ਕੀਤੇ ਗਏ ਸੀ ਜੇਨ ਆਸਟਨ ਨੂੰ। ਕਹਿੰਦੇ ਜੀ ਤੁਸੀਂ ਲਿਖਿਆ ਵੀ ਡਾਂਸ ਪਾਰਟੀ ਬੜੀ ਜਲਦੀ ਖਤਮ ਹੋ ਗਈ, ਮਿਸਟਰ ਬਿੰਗਲੇ ਨੂੰ ਲੱਗਿਆ, ਵੈਸੇ ਕਿੰਨੇ ਵਜੇ ਤੱਕ ਚੱਲੀ ਹੋਣੀ? ਕਹਿੰਦੀ ਰਾਤ ਦੇ 3 ਵਜੇ ਤੱਕ ਚੱਲੀ ਸੀ। ਉਹਨੇ ਆਨਸਰ ਦਿੱਤੇ ਸੀ ਲੈਟਰ 'ਚ। ਐਂਡ ਟਾਕਡ ਆਫ ਗਿਵਿੰਗ ਵਨ ਹਿਮਸੈਲਫ ਐਟ ਨੈਦਰਫੀਲਡ। ਅਤੇ ਫਿਰ ਉਸਨੇ ਕਿਹਾ ਕਿ ਮੈਂ ਵੀ ਨੈਦਰਫੀਲਡ 'ਚ ਐਸੀ ਪਾਰਟੀ ਦਊਂਗਾ। ਟਾਕਡ ਆਫ ਗਿਵਿੰਗ ਵਨ, ਇੱਥੇ ਵਨ ਦਾ ਮਤਲਬ ਕੀ ਹੈ, ਬਾਲ ਤੋਂ ਹੈ, ਡਾਂਸ ਪਾਰਟੀ ਤੋਂ ਹੈ, ਕਿ ਜਦੋਂ ਮੈਂ ਨੈਦਰਫੀਲਡ 'ਚ ਆ ਕੇ ਰਹਿਣ ਲੱਗ ਜਾਊਗਾ ਮੈਂ ਵੀ ਇਹੋ ਜਿਹੀ ਇੱਕ ਪਾਰਟੀ ਦਊਂਗਾ। ਹੁਣ ਤੁਹਾਨੂੰ ਯਾਦ ਹੋਣਾ ਬੇਟਾ ਚੈਪਟਰ 1 ਦੇ ਵਿੱਚ, ਆਈ ਥਿੰਕ 2 ਦੇ ਵਿੱਚ, ਜਦੋਂ ਬਾਲ ਦਾ ਜ਼ਿਕਰ ਆਇਆ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਬਾਲ ਕਿੰਨੇ ਤਰ੍ਹਾਂ ਦੀ ਹੁੰਦੀ ਹੈ, 2 ਟਾਈਪਸ, ਪਬਲਿਕ ਬਾਲ, ਪ੍ਰਾਈਵੇਟ ਬਾਲ। ਹੁਣ ਇੱਥੇ ਇਹ ਕਿਹਦੀ ਗੱਲ ਕਰ ਰਿਹਾ ਹੈ, ਪ੍ਰਾਈਵੇਟ ਬਾਲ। ਪਬਲਿਕ ਬਾਲ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਸਾਰੇ ਜਿਹੜੇ ਇਲਾਕੇ ਦੇ ਲੋਕ ਸੀ ਉਹ ਕੁਝ ਕੰਟਰੀਬਿਊਸ਼ਨ ਕਰਕੇ, ਪੈਸੇ ਦੀ ਕੰਟਰੀਬਿਊਸ਼ਨ ਕਰਕੇ ਫੋਰਟਨਾਈਟਲੀ ਕੀ ਕਰਦੇ ਸੀਗੇ, ਉਹ 2 ਹਫ਼ਤਿਆਂ ਬਾਅਦ ਕਰਦੇ ਸੀਗੇ ਜੀ ਆਪਣੀ ਡਾਂਸ ਪਾਰਟੀ। ਪਰ ਜਿਹੜੀ ਪ੍ਰਾਈਵੇਟ ਪਾਰਟੀ ਹੁੰਦੀ ਸੀ ਉਹਦੇ 'ਚ ਕੁਝ ਚੁਣਿੰਦਾ ਲੋਕ ਹੀ ਬੁਲਾਏ ਜਾਂਦੇ ਸੀ। ਹੁਣ ਇਹ ਪ੍ਰਾਈਵੇਟ ਬਾਲ ਦੀ ਗੱਲ ਕਰ ਰਿਹਾ ਹੈ। ਸੱਚ ਐਮੀਏਬਲ ਕੁਆਲਿਟੀਜ਼ ਮਸਟ ਸਪੀਕ ਫॉर ਥੈਮਸੈਲਵਸ। ਹੁਣ ਦੇਖੋ ਇੰਨੀਆਂ ਵਧੀਆ ਗੱਲਾਂ ਕਰੀਆਂ, ਇੱਥੇ ਐਮੀਏਬਲ ਦਾ ਮਤਲਬ ਬੇਟਾ ਤੁਸੀਂ ਲਿਖ ਸਕਦੇ ਹੋ ਫਰੈਂਡਲੀ। ਕਿੰਨੀਆਂ ਫਰੈਂਡਲੀ ਗੱਲਾਂ ਕਰੀਆਂ ਜੀ ਮਿਸਟਰ ਬਿੰਗਲੇ ਨੇ, ਕਿਸੇ ਨੂੰ ਉਸਨੇ ਨਾਰਾਜ਼ ਨਹੀਂ ਕੀਤਾ, ਸਭ ਨਾਲ ਬੋਲਿਆ, ਫਿਰ ਕਿਹਾ ਮੈਂ ਪਾਰਟੀ ਵੀ ਕਰੂੰਗਾ। ਸਾਰੇ ਬੜੇ ਵੀ ਖੁਸ਼ ਹੋ ਗਏ, ਇਹ ਤਾਂ ਬੰਦਾ ਹੀ ਬਹੁਤ ਵਧੀਆ ਹੈ, ਕਿਉਂਕਿ ਇੰਨੀਆਂ ਅੱਛੀਆਂ ਕੁਆਲਿਟੀਜ਼ ਹੈ ਇਹਦੀਆਂ, ਤਾਂ ਮੂੰਹ ਬੋਲਦੀ ਹੈ ਜੀ। ਜਿਸ ਬੰਦੇ ਦੀਆਂ ਚੰਗੀਆਂ ਕੁਆਲਿਟੀਜ਼ ਨੇ ਆਪਣੇ ਆਪ ਬੋਲਦੀਆਂ, ਉਹੀ ਗੱਲ ਇੱਥੇ ਲਿਖੀਆਂ ਹੋਈਆਂ, ਸਪੀਕ ਫॉर ਥੈਮਸੈਲਵਸ। ਵਾਟ ਅ ਕੰਟਰਾਸਟ ਬਿਟਵੀਨ ਹਿਮ ਐਂਡ ਹਿਸ ਫਰੈਂਡ। ਹੁਣ ਲੋਕਾਂ ਦੀ ਗੱਲ ਚੱਲ ਰਹੀ ਹੈ ਕਿ ਦੋਨਾਂ ਦੋਸਤਾਂ ਦੇ ਵਿੱਚ ਕਿੰਨਾ ਫਰਕ ਹੈ। ਕੰਟਰਾਸਟ ਦਾ ਮਤਲਬ ਅੰਤਰ, ਡਿਫਰੈਂਸ, ਕਿ ਕਿੰਨਾ ਕੰਟਰਾਸਟ ਹੈ ਜੀ ਦੋਨਾਂ ਦੇ ਵਿਚਕਾਰ। ਉਹ ਤਾਂ ਹੋ ਹੀ ਗਿਆ ਬੇਟਾ, ਉਹ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ, ਇਹ ਹਰ ਇੱਕ ਨਾਲ ਗੱਲ ਕਰ ਰਿਹਾ ਹੈ। ਮਿਸਟਰ ਡਾਰਸੀ ਡਾਂਸਡ ਓਨਲੀ ਵੰਸ ਵਿਦ ਮਿਸਿਸ ਹਰਸਟ। ਮਿਸਟਰ ਡਾਰਸੀ ਨੇ ਉਸ ਪਾਰਟੀ ਵਿੱਚ ਸਿਰਫ ਇੱਕ ਵਾਰੀ ਡਾਂਸ ਕੀਤਾ, ਕਿਹਦੇ ਨਾਲ, ਮਿਸਿਸ ਹਰਸਟ ਨਾਲ। ਮਿਸਿਸ ਹਰਸਟ ਕੌਣ ਹੈ ਜੀ, ਮਿਸਟਰ ਬਿੰਗਲੇ ਦੀ ਸਿਸਟਰ। ਇੱਕ ਹੋਰ ਕਰੈਕਟਰ ਆ ਗਈ, ਦੋਵਾਂ ਹੀ ਹੈ ਨਾ ਭੈਣਾਂ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਤੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ
ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਦੇਖੋ ਜੀ, ਇੱਕ ਡਾਂਸ ਤਾਂ ਉਸਨੇ ਮਿਸਿਸ ਹਰਸਟ ਨਾਲ ਕੀਤਾ ਅਤੇ ਇੱਕ ਵਾਰੀ ਉਸਨੇ ਵੰਸ ਵਿਦ ਮਿਸ ਬਿੰਗਲੇ ਨਾਲ ਕੀਤਾ। ਉਹਨੇ ਮਿਸ ਬਿੰਗਲੇ ਕੌਣ ਹੋ ਸਕਦਾ? ਬਿੰਗਲੇ ਦੀ ਦੂਜੀ ਸਿਸਟਰ। 5 ਜਣੇ ਆਏ ਨੇ ਨਾ, ਮਿਸਟਰ ਬਿੰਗਲੇ, ਮਿਸਟਰ ਹਰਸਟ, ਮਿਸਿਸ ਹਰਸਟ, ਮਿਸਟਰ ਡਾਰਸੀ, ਪੰਜਵੀਂ ਕੌਣ ਰਹਿ ਗਈ ਸੀ? ਮਿਸ ਬਿੰਗਲੇ। ਤਾਂ ਮਿਸ ਬਿੰਗਲੇ ਨਾਲ ਮਤਲਬ ਕਿ ਦੂਸਰੀ ਭੈਣ ਹੈ ਇਹਦੀ। ਤਾਂ ਮਿਸਟਰ ਬਿੰਗਲੇ ਦੀਆਂ 2 ਭੈਣਾਂ ਹੋ ਗਈਆਂ, ਮਿਸ ਬਿੰਗਲੇ ਐਂਡ ਮਿਸਿਸ ਹਰਸਟ। ਹੁਣੇ ਤੁਸੀਂ ਸਾਰਾ ਕੁਝ ਯਾਦ ਰੱਖਣਾ ਹੈ। ਤਾਂ ਉਸਨੇ 2 ਡਾਂਸ ਕੀਤੇ ਜੀ ਮਿਸਟਰ ਡਾਰਸੀ ਨੇ, ਇੱਕ ਮਿਸਿਸ ਹਰਸਟ ਨਾਲ, ਇੱਕ ਮਿਸ ਬਿੰਗਲੇ ਨਾਲ। ਡਿਕਲਾਈਨਡ ਬੀਇੰਗ ਇੰਟਰੋਡਿਊਸਡ ਟੂ ਐਨੀ ਅਦਰ ਲੇਡੀ। ਅਤੇ ਉਸਨੇ ਜੇ ਕੋਈ ਕਿਸੇ ਨੇ ਉਸਨੂੰ ਇੰਟਰੋਡਿਊਸ ਕਰਾਉਣਾ ਵੀ ਚਾਹਿਆ ਨਾ ਕਿਸੇ ਹੋਰ ਲੇਡੀ ਨਾਲ ਪੂਰੀ ਪਾਰਟੀ 'ਚ, ਉਹਨੇ ਡਿਕਲਾਈਨ ਕਰਤਾ, ਮੈਨੂੰ ਲੋੜ ਨਹੀਂ। ਸਿਰਫ 2 ਲੇਡੀਜ਼ ਨਾਲ ਉਸਨੇ ਪੂਰੀ ਪਾਰਟੀ 'ਚ ਡਾਂਸ ਕੀਤਾ, ਜੋ ਕਿ ਅਮੀਰ ਪਰਿਵਾਰ 'ਚੋਂ ਹੈ। ਪਤਾ ਲੱਗ ਹੀ ਗਿਆ ਹੁਣ। ਬਾਕੀ ਸਾਰੀਆਂ ਕੌਣ ਨੇ ਵੀ ਉਸ ਤੋਂ ਘੱਟ ਅਮੀਰ ਨੇ ਜਾਂ ਮਿਡਲ ਕਲਾਸ ਨੇ, ਸਾਡੇ ਵਰਗੀਆਂ। ਕਿਸੇ ਨਾਲ ਇੰਟਰੋਡਿਊਸ ਨਹੀਂ ਹੋਇਆ, ਡਿਕਲਾਈਨ ਕਰਤਾ, ਮੈਨੂੰ ਤਾਂ ਲੋੜ ਨਹੀਂ। ਐਂਡ ਸਪੈਂਡ ਦਾ ਰੈਸਟ ਆਫ ਦਾ ਈਵਨਿੰਗ ਇਨ ਵਾਕਿੰਗ ਅਬਾਊਟ ਦਾ ਰੂਮ। ਅਤੇ ਬਾਕੀ ਸਾਰੀ ਸ਼ਾਮ ਜਿੰਨੀ ਦੇਰ ਤੱਕ ਪਾਰਟੀ ਚੱਲਦੀ ਰਹੀ, ਉਹ ਰੂਮ ਦੇ ਵਿੱਚ ਵਾਕ ਕਰਦਾ ਰਿਹਾ। ਏਦਾਂ ਦਾ ਹੈ ਕੌਣ? ਮਿਸਟਰ ਡਾਰਸੀ। ਸਪੀਕਿੰਗ ਓਕੇਜ਼ਨਲੀ ਟੂ ਵਨ ਆਫ ਹਿਜ਼ ਓਨ ਪਾਰਟੀ। ਅਤੇ ਆਪਣੀ ਪਾਰਟੀ 'ਚ ਵੀ ਉਸਨੇ ਕਦੇ ਹੀ ਕਦੇ ਗੱਲ ਕੀਤੀ। ਓਨ ਪਾਰਟੀ ਕਿਹੜੀ ਹੈ? ਉਹੀ 5 ਬੰਦੇ ਜਿਹੜੇ ਉਹਦੇ ਨਾਲ ਆਏ ਸੀ, ਉਹਦੇ ਨਾਲ ਕਦੇ ਕਦੇ ਉਸਨੇ ਗੱਲ ਕੀਤੀ। ਓਕੇਜ਼ਨਲੀ ਦਾ ਮਤਲਬ ਕਦੇ ਕਦੇ। ਹਿਜ਼ ਕਰੈਕਟਰ ਵਾਜ਼ ਡਿਸਾਈਡਡ। ਇਹਨਾਂ ਸਾਰੀਆਂ ਗੱਲਾਂ ਤੋਂ ਉਸਦਾ ਕਰੈਕਟਰ ਡਿਸਾਈਡ ਹੋ ਗਿਆ। ਕਰੈਕਟਰ ਦਾ ਮਤਲਬ ਇੱਥੇ ਕੀ ਹੋ ਗਿਆ ਜੀ? ਪਰਸਨੈਲਿਟੀ। ਕਿ ਉਸਦੀ ਪਰਸਨੈਲਿਟੀ ਡਿਸਾਈਡ ਹੋ ਗਈ ਵੀ ਉਹ ਕਿੱਦਾਂ ਦਾ ਬੰਦਾ ਹੈ। ਹੁਣ ਤੁਸੀਂ ਜਿੰਨੀਆਂ ਵੀ ਬੇਟਾ ਗੱਲਾਂ ਦੇਖੀ ਜਾ ਰਹੇ ਹੋ ਮਿਸਟਰ ਡਾਰਸੀ ਦੀਆਂ, ਉਹ ਕੋਈ ਬਹੁਤੀਆਂ ਵਧੀਆ ਗੱਲਾਂ ਸਾਨੂੰ ਨਜ਼ਰ ਨਹੀਂ ਆ ਰਹੀਆਂ। ਹੀ ਵਾਜ਼ ਦਾ ਪ੍ਰਾਊਡੈਸਟ ਮੋਸਟ ਡਿਸਐਗਰੀਬਲ ਮੈਨ ਇਨ ਦਾ ਵਰਲਡ ਐਂਡ ਐਵਰੀਬੋਡੀ ਹੋਪਡ that he would never come there again। ਕਹਿੰਦੇ ਉਹ ਸਭ ਤੋਂ ਜ਼ਿਆਦਾ ਹੰਕਾਰੀ, ਪ੍ਰਾਊਡ ਦੀ ਦੇਖੋ ਤੀਸਰੀ ਡਿਗਰੀ ਲਾ ਰੱਖੀ ਹੈ, ਪ੍ਰਾਊਡ, ਪ੍ਰਾਊਡਰ, ਪ੍ਰਾਊਡੈਸਟ, ਹੈ ਨਾ। ਸਭ ਤੋਂ ਜ਼ਿਆਦਾ ਹੰਕਾਰੀ ਪਾਰਟੀ 'ਚ ਬੰਦਾ ਉਹੀ ਸੀ। ਮੋਸਟ ਡਿਸਐਗਰੀਬਲ, ਇੱਥੇ ਵੀ ਤੀਸਰੀ ਡਿਗਰੀ ਲਾਈ ਹੋਈ ਹੈ। ਡਿਸਐਗਰੀਬਲ ਦੀ ਦੂਜੀ ਕਿਹੜੀ ਹੁੰਦੀ ਹੈ? ਮੋਰ ਡਿਸਐਗਰੀਬਲ, ਤੇ ਤੀਸਰੀ ਮੋਸਟ ਡਿਸਐਗਰੀਬਲ। ਇੱਥੇ ਡਿਸਐਗਰੀਬਲ ਦਾ ਮਤਲਬ ਕੀ ਹੈ? ਅਨਪਲੇਜ਼ੈਂਟ, ਜਿਹੜਾ ਬੰਦਾ ਵਧੀਆ ਨਾ ਹੋਵੇ। ਤਾਂ ਸਭ ਤੋਂ ਘਟੀਆ ਬੰਦਾ ਮੰਨਿਆ ਗਿਆ ਜੀ ਉਸਨੂੰ ਦੁਨੀਆ 'ਚ, ਮੋਸਟ ਡਿਸਐਗਰੀਬਲ ਪਰਸਨ ਇਨ ਦਾ ਵਰਲਡ। ਅਤੇ ਹਰ ਇੱਕ ਨੇ ਇਹ ਸੋਚਿਆ ਕਿ ਉਹ ਕਾਸ਼ ਇਸ ਪਾਰਟੀ 'ਚ ਨਹੀਂ ਆਉਂਦਾ। ਇਹ ਗੱਲਾਂ ਸਾਰੀਆਂ ਮਿਸਟਰ ਡਾਰਸੀ ਬਾਰੇ ਲੋਕਾਂ ਨੇ ਕਹੀਆਂ। Amongst the most violent against him was ਮਿਸਿਸ ਬੈਨਟ। ਹੁਣ ਸਾਰੀ ਪਾਰਟੀ 'ਚ ਉਹਦੇ ਬਾਰੇ ਗੱਲਾਂ ਮਾੜੀਆਂ ਹੀ ਕਰ ਰਹੇ ਸੀਗੇ, ਹਰ ਬੰਦਾ ਹੀ ਕਰ ਰਿਹਾ ਸੀ, ਲੇਕਿਨ ਉਹਨਾਂ 'ਚੋਂ ਸਭ ਤੋਂ ਜ਼ਿਆਦਾ ਜਿਹੜੀ ਵਾਇਲੈਂਟ ਸੀਗੀ ਉਹਦੇ ਖਿਲਾਫ ਸੀਗੀ, ਉਹ ਕੌਣ ਸੀ ਜੀ? ਮਿਸਿਸ ਬੈਨਟ। ਮਿਸਿਸ ਬੈਨਟ ਉਸਦੇ ਸਭ ਤੋਂ ਜ਼ਿਆਦਾ ਵਾਇਲੈਂਟ ਦਾ ਮਤਲਬ ਖਿਲਾਫ ਸੀਗੀ, ਜੋ ਉਸਦੇ ਖਿਲਾਫ ਬੋਲੀ ਸੀ। ਹੁਣ ਉਹਦਾ ਕਾਰਨ ਵੀ ਹੈ ਵੀ ਕਿਉਂ ਬੋਲੀ ਉਹ। whose dislike of his general behavior was sharpened into particular resentment by his having slighted one of her daughters। ਕਿਉਂ ਬਈ ਉਸਨੇ ਐਵੇਂ ਕੀਤਾ ਵੀ ਉਹ ਸਭ ਤੋਂ ਜ਼ਿਆਦਾ ਖਿਲਾਫ ਕਿਉਂ ਬੋਲੀ ਮਿਸਟਰ ਡਾਰਸੀ ਦੇ ਖਿਲਾਫ ਮਿਸਿਸ ਬੈਨਟ? ਕਿਉਂਕਿ ਉਸਦੀ ਇੱਕ ਡਾਟਰ ਨੂੰ ਇਗਨੋਰ ਕੀਤਾ ਮਿਸਟਰ ਡਾਰਸੀ ਨੇ। ਹੁਣ ਇੱਥੇ ਇਹ ਲਾਈਨ ਥੋੜੀ ਜਿਹੀ ਸਮਝੋ। whose dislike, ਉਸਨੇ ਡਿਸਲਾਈਕ ਕੀਤਾ ਉਸਦੇ ਜਨਰਲ ਬਿਹੇਵੀਅਰ ਨੂੰ, ਕਿਉਂਕਿ ਪਰਟੀਕੂਲਰ ਰਿਜ਼ੈਂਟਮੈਂਟ, ਇੱਥੇ ਇੱਕ ਪਰਟੀਕੂਲਰ ਖਾਸ ਹੋ ਗਿਆ। ਰਿਜ਼ੈਂਟਮੈਂਟ ਦਾ ਮਤਲਬ ਤੁਸੀਂ ਬੇਟਾ ਇੱਥੇ ਕਹੋਗੇ ਮਿਸਟ੍ਰੀਟ। ਜਦ ਆਪਾਂ ਕਿਸੇ ਨਾਲ ਟ੍ਰੀਟਮੈਂਟ ਅੱਛਾ ਨਹੀਂ ਕਰਦੇ ਉਸਨੂੰ ਆਪਾਂ ਮਿਸਟ੍ਰੀਟ ਕਹਿ ਦਿੰਦੇ, ਇਲ ਟ੍ਰੀਟ ਵੀ ਕਹਿ ਦਿੰਦੇ, ਕਿਉਂਕਿ ਉਸਨੇ ਸਲਾਈਟਿਡ, ਇੱਥੇ ਸਲਾਈਟਿਡ ਸ਼ਬਦ ਆਇਆ। ਸਲਾਈਟਿਡ ਦਾ ਮਤਲਬ ਇਗਨੋਰਡ। ਉਸਨੇ ਇਗਨੋਰ ਕੀਤਾ ਜੀ ਵਨ ਆਫ ਆਰ ਡਾਟਰਸ, ਉਸਦੀ ਇੱਕ ਲੜਕੀ ਨੂੰ। ਉਹ ਦੇਖੋ ਬੇਟਾ ਉਸਦੀਆਂ 5 ਲੜਕੀਆਂ ਪਾਰਟੀ 'ਚ ਗਈਆਂ ਹੋਈਆਂ, ਕਿਸੇ ਇੱਕ ਲੜਕੀ ਨੂੰ ਉਸਨੇ ਇਗਨੋਰ ਕੀਤਾ। ਉਹ ਸਾਰਾ ਕੋਈ ਗੱਲਬਾਤ ਚੱਲੀ ਹੋਣੀ, ਲੇਕਿਨ ਉਸਨੇ, ਤੁਹਾਨੂੰ ਪਤਾ ਹੈ ਕਿ ਉਹ ਤਾਂ ਕਹਿੰਦਾ ਸੀ ਮੈਨੂੰ ਤਾਂ ਲੋੜ ਹੀ ਨਹੀਂ ਕਿਸੇ ਨਾਲ ਇੰਟਰੋਡਿਊਸ ਹੋਣ ਦੀ। ਇਹ ਗੱਲ ਉਸਦੀ ਮਾਂ ਨੇ ਦੇਖ ਲਈ ਹੋਣੀ, ਮਿਸਿਸ ਬੈਨਟ ਨੇ। ਤਾਂ ਨੈਚੁਰਲੀ ਉਹ ਆਪਣੀ ਲੜਕੀਆਂ ਦੀ ਬੇਇੱਜ਼ਤੀ ਕਿਵੇਂ, ਬਈ ਮਾਂ ਤਾਂ ਮਾਂ ਹੈ, ਉਹਦਾ ਪੂਰਾ ਜ਼ੋਰ ਲੱਗਿਆ ਹੋਇਆ। ਉਹ ਪਾਰਟੀ 'ਚ ਲੈ ਕੇ ਤਾਂ ਆਈ ਹੈ ਆਪਣੀ 5 ਕੁੜੀਆਂ ਨੂੰ ਵੀ ਗੱਲ ਬਣ ਜੇ ਖਬਰੇ।
ਵੀ ਵਿਆਹੀ ਹੋ ਜੇ ਮੇਰੀ ਲੜਕੀ ਦਾ ਕਿਸੇ ਨਾਲ, ਕਿਸੇ ਅੱਛੇ ਵਧੀਆ ਵੈਲਦੀ ਪਰਸਨ ਨਾਲ। ਤਾਂ ਇਹ ਗੱਲ ਹੋਈ ਸੀ। ਹੁਣ ਤੁਹਾਨੂੰ ਪਤਾ ਬੇਟਾ ਕਿ ਇਸ ਪਾਰਟੀ ਦੇ ਵਿੱਚ ਸਾਡੀ ਹੀਰੋਇਨ ਜੋ ਹੈ ਐਲਿਜ਼ਾਬੇਥ, ਉਹ ਵੀ ਆਈ ਹੋਈ ਹੈ। ਦੋ ਕਰੈਕਟਰ ਮੇਨ ਹੈ ਜੀ ਇਸ ਪੂਰੇ ਨਾਵਲ 'ਚ, ਐਲਿਜ਼ਾਬੇਥ ਐਂਡ ਮਿਸਟਰ ਡਾਰਸੀ। ਐਲਿਜ਼ਾਬੇਥ ਬੈਨੇਟ had been obliged by the scarcity of gentlemen। ਹੁਣ ਐਲਿਜ਼ਾਬੇਥ ਨੂੰ ਵਿਚਾਰੀ ਨੂੰ ਇੱਕ ਕੰਮ ਕਰਨਾ ਪਿਆ। oblige ਦਾ ਮਤਲਬ ਪਹਿਲਾਂ ਵੀ ਆਇਆ ਸੀ bound to do something। ਜਦੋਂ ਤੁਸੀਂ ਕਿਸੇ ਕੰਮ ਕਰਨ ਦੇ ਲਈ ਮਜਬੂਰ ਹੋ ਜਾਂਦੇ ਹੋ ਉਹਨੂੰ ਆਪਾਂ obliged ਕਹਿੰਦੇ ਹਾਂ। ਉਹਨੂੰ ਇੱਕ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਕਿਉਂ? ਕਿਉਂਕਿ ਸਕੈਰਸਿਟੀ ਆਫ ਜੈਂਟਲਮੈਨ ਸੀ, ਬੰਦੇ ਘੱਟ ਸੀ, ਲੇਡੀਜ਼ ਜ਼ਿਆਦਾ ਸੀ ਉਸ ਪਾਰਟੀ 'ਚ। ਉਸ ਪਾਰਟੀ 'ਚ ਲੇਡੀਜ਼ ਜ਼ਿਆਦਾ ਸੀ, ਬੰਦੇ ਘੱਟ ਸੀ। ਤਾਂ ਫਿਰ ਉਹਨੂੰ ਕੀ ਕਰਨਾ ਪਿਆ ਵੀ ਟੂ ਸਿਟ ਡਾਊਨ ਫॉर 2 ਡਾਂਸਿਸ। ਉਹਨੂੰ 2 ਡਾਂਸਿਸ ਦੇ ਲਈ ਬੈਠਣਾ ਪਿਆ, ਮਤਲਬ ਕਿ ਉਸਨੇ ਡਾਂਸ ਨਹੀਂ ਕੀਤਾ, ਉਸਨੂੰ ਕੋਈ ਪਾਰਟਨਰ ਨਹੀਂ ਮਿਲਿਆ। ਹੁਣ ਜੇ ਤੁਸੀਂ ਉਹ ਡਾਂਸ ਦੇਖੋ ਨਾ, ਜਿਹੜਾ ਬਾਲ 'ਚ ਡਾਂਸ ਹੁੰਦਾ ਹੈ ਉਹਦੇ ਵਿੱਚ ਕਪਲ ਡਾਂਸ ਹੁੰਦਾ ਹੈ। ਤੇ ਕਪਲ ਇਹ ਨਹੀਂ ਇਕੱਲੇ ਨਹੀਂ, ਉਹ ਇੱਕ ਲਾਈਨ ਦੇ ਵਿੱਚ ਇੱਧਰ ਸਾਰੀਆਂ ਲੇਡੀਜ਼ ਹੁੰਦੀਆਂ ਨੇ, ਉਧਰ ਸਾਰੇ ਜੈਂਟਸ ਹੁੰਦੇ ਨੇ, ਇੱਕ ਦੂਜੇ ਦਾ ਹੱਥ ਪਕੜ ਕੇ ਉਹ ਡਾਂਸ ਕਰਦੇ ਨੇ। ਬੜਾ ਜੈਂਟਲ ਜਿਹਾ ਡਾਂਸ ਹੁੰਦਾ, ਕੋਈ ਵਲਗਰ ਡਾਂਸ ਨਹੀਂ ਹੁੰਦਾ ਇਹ। ਉਹਨੂੰ ਕੋਈ ਪਾਰਟਨਰ ਨਹੀਂ ਮਿਲਿਆ ਜੀ। ਤਾਂ ਜਦੋਂ ਉਹਨੂੰ ਕੋਈ ਪਾਰਟਨਰ ਨਹੀਂ ਮਿਲਿਆ ਤਾਂ ਉਹਨੂੰ 2 ਡਾਂਸ ਦੇ ਲਈ, ਐਕਚੁਅਲੀ ਨਾ 2 ਡਾਂਸ ਦਾ ਇੱਕ ਸੈੱਟ ਹੁੰਦਾ ਤੇ ਅੱਧਾ ਘੰਟਾ ਡਾਂਸ ਚੱਲਦਾ। ਇੱਕ ਸੈੱਟ ਹਾਫ ਐਨ ਆਵਰ ਲਈ ਚੱਲਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹਾਫ ਐਨ ਆਵਰ ਲਈ ਚੱਲਦਾ ਇੱਕ ਡਾਂਸ, ਤੇ ਸੈੱਟ ਦੇ ਵਿੱਚ ਕਿੰਨੇ ਹੁੰਦੇ ਆ? 2 ਡਾਂਸ। ਨੈਚੁਰਲੀ ਉਹਨੂੰ ਪੂਰੇ ਸੈੱਟ ਦੇ ਲਈ ਵਿਚਾਰੀ ਨੂੰ ਵਿਹਲਾ ਬੈਠਣਾ ਪਿਆ, ਉਹਨੂੰ ਕੋਈ ਪਾਰਟਨਰ ਨਹੀਂ ਮਿਲਿਆ। ਕਿਹਨੂੰ ਭਲਾ? ਐਲਿਜ਼ਾਬੇਥ ਨੂੰ। ਐਂਡ ਡਿਊਰਿੰਗ ਪਾਰਟ ਆਫ ਦੈਟ ਟਾਈਮ, ਅਤੇ ਉਸ ਸਮੇਂ ਦੌਰਾਨ ਜਦੋਂ ਬੈਠੀ ਸੀ, ਵਿਹਲੀ ਬੈਠੀ ਸੀ, ਡਾਂਸ ਨਹੀਂ ਸੀ ਕਰ ਰਹੀ। ਹੁਣ ਦੇਖੋ 2 ਬੰਦੇ ਡਾਂਸ ਨਹੀਂ ਕਰ ਰਹੇ, ਇੱਕ ਨੂੰ ਤਾਂ ਪਾਰਟਨਰ ਨਹੀਂ ਮਿਲਿਆ, ਉਹ ਕੌਣ ਹੈ? ਐਲਿਜ਼ਾਬੇਥ। ਇੱਕ ਹੋਰ ਬੰਦਾ ਵਿਹਲਾ ਬੈਠਾ ਹੈ, ਉਹਨੂੰ ਮਿਲ ਸਕਦਾ ਸੀ ਪਾਰਟਨਰ, ਉਹ ਕਹਿੰਦਾ ਮੈਂ ਕਿਉਂ, ਮੈਂ ਤਾਂ ਬੜਾ ਅਮੀਰ ਹੈ। ਉਹ ਕੌਣ ਹੈ? ਮਿਸਟਰ ਡਾਰਸੀ, ਉਹ ਵੀ ਵਿਹਲਾ ਬੈਠਾ। ਇੱਧਰ ਐਲਿਜ਼ਾਬੇਥ, ਉਧਰ ਮਿਸਟਰ ਡਾਰਸੀ, ਵਿਹਲੇ ਨੇ, ਬਾਕੀ ਡਾਂਸ ਹੋ ਰਿਹਾ। ਤਾਂ ਮਿਸਟਰ ਡਾਰਸੀ had been standing near enough for her to overhear a conversation between him and Mr. Bingley। ਦੋਨੇ ਵਿਹਲੇ ਨੇ ਜੀ। ਤਾਂ ਜਿੱਥੇ ਐਲਿਜ਼ਾਬੇਥ ਬੈਠੀ ਹੈ ਉਹਦੇ ਨੇੜੇ ਹੀ ਮਿਸਟਰ ਡਾਰਸੀ ਖੜਾ ਹੈ, ਇਹ ਬੈਠੀ ਹੈ, ਖੜਾ ਹੈ। ਤੇ ਨੈਚੁਰਲੀ ਕਿਉਂਕਿ ਨੇੜੇ ਹੈ ਤਾਂ ਐਲਿਜ਼ਾਬੇਥ ਮਿਸਟਰ ਡਾਰਸੀ ਕੀ ਗੱਲ ਕਰ ਰਹੇ ਹੈ ਕਿਸੇ ਨਾਲ, ਉਹ ਐਲਿਜ਼ਾਬੇਥ ਨੂੰ ਸੁਣ ਰਹੀ ਹੈ। ਹੁਣ ਉਹ ਗੱਲ ਕਿਹਦੇ ਨਾਲ ਕਰ ਰਹੇ ਹੈ? ਸਟੈਂਡਿੰਗ ਨੀਅਰ ਐਨਫ, ਕਾਫੀ ਨੇੜੇ ਹੈ। ਓਵਰਹੀਅਰ ਦਾ ਮਤਲਬ ਹੁੰਦਾ ਬੇਟਾ ਕਿਸੇ ਦੀਆਂ ਗੱਲਾਂ ਸੁਣਨੀਆਂ। ਉਸ ਨੂੰ ਗੱਲਾਂ ਸੁਣੀਆਂ ਜਾ ਰਹੀਆਂ ਨੇ, ਤੇ ਉਹ ਗੱਲਾਂ ਕਿਹਦੀਆਂ ਨੇ ਜੀ? ਉਹਦੀ ਕਨਵਰਸੇਸ਼ਨ ਹੈ, ਗੱਲਬਾਤ ਹੈ। ਕਨਵਰਸੇਸ਼ਨ ਦਾ ਮਤਲਬ ਇੱਥੇ ਗੱਲਬਾਤ ਹੋ ਗਈ, ਕਿਹਦੇ ਨਾਲ? ਮਿਸਟਰ ਬਿੰਗਲੇ ਨਾਲ। ਹੁਣ ਇਹ ਸਾਰੀ ਗੱਲਬਾਤ ਕਿਹਨੂੰ ਸੁਣ ਰਹੀ ਹੈ ਜੀ? ਐਲਿਜ਼ਾਬੇਥ ਨੂੰ। ਮਿਸਟਰ ਬਿੰਗਲੇ ਉਹਦੇ ਕੋਲੇ ਆਇਆ, who came from that dance for a few minutes to press his friend to join it। ਜੋ ਮਿਸਟਰ ਬਿੰਗਲੇ ਮਿਸਟਰ ਡਾਰਸੀ ਕੋਲ ਆਂਦਾ ਹੈ, ਡਾਂਸ ਦੇ ਵਿੱਚੋਂ ਹੀ ਆਂਦਾ ਤੇ ਉਹਨੂੰ ਪ੍ਰੈਸ ਕਰਦਾ ਵੀ ਤੂੰ ਵੀ ਡਾਂਸ ਕਰਾ। ਉਦੋਂ ਜਿਹੜੀ ਗੱਲਬਾਤ ਹੁੰਦੀ ਹੈ ਉਹ ਗੱਲਬਾਤ ਕੌਣ ਸੁਣ ਲੈਂਦਾ? ਐਲਿਜ਼ਾਬੇਥ। ਹੁਣ ਮਿਸਟਰ ਬਿੰਗਲੇ ਆ ਕੇ ਕੀ ਕਹਿੰਦਾ ਹੈ? ਕਮ ਡਾਰਸੀ, ਡਾਰਸੀ ਆ ਜਾ। ਸੈਡੀ, ਉਸਨੇ ਕਿਹਾ, I must have you dance, ਤੈਨੂੰ ਵੀ ਡਾਂਸ ਕਰਨਾ ਚਾਹੀਦਾ ਹੈ। I hate to see you standing about by yourself in this stupid manner। ਕਹਿੰਦੇ ਤੂੰ ਇੱਥੇ ਖੜਾ ਹੈ ਤਾਂ ਮੈਨੂੰ ਬੁਰਾ ਲੱਗ ਰਿਹਾ ਹੈ। in this stupid manner, ਮਤਲਬ ਚੰਗਾ ਨਹੀਂ ਲੱਗਦਾ ਹੈ। ਇੱਥੇ stupid ਦਾ ਮਤਲਬ ਬੇਵਕੂਫ ਨਾ ਕਹੋ, stupid manner ਹੈ ਵੀ ਬੁਰਾ ਲੱਗ ਰਿਹਾ ਹੈ ਵੀ ਤੂੰ ਖੜਾ ਹੈ ਇੱਥੇ, ਤੂੰ ਡਾਂਸ ਕਰਾ ਕੇ। you had much better dance, ਤੂੰ ਡਾਂਸ ਵਧੀਆ ਕਰ ਲੈਣਾ, ਵਧੀਆ ਕਰੇਗਾ, ਤੂੰ ਡਾਂਸ ਕਰਾ ਕੇ, ਇਕੱਲਾ ਕਿਉਂ ਖੜਾ ਹੈ? ਤੁਹਾਨੂੰ ਦੱਸਿਆ ਨਾ ਕਿ ਉਸ ਪਾਰਟੀ ਦੇ ਵਿੱਚ ਲੇਡੀਜ਼ ਦੀ ਕਮੀ ਨਹੀਂ ਹੈ, ਜੈਂਟਸ ਦੀ ਕਮੀ ਹੈ। ਤਾਂ ਜੇ ਮਿਸਟਰ ਡਾਰਸੀ ਚਾਹੁੰਦਾ ਉਹਨੂੰ ਪਾਰਟਨਰ ਈਜ਼ੀਲੀ ਮਿਲ ਜਾਂਦਾ। ਐਲਿਜ਼ਾਬੇਥ ਤਾਂ ਚਾਹੁੰਦੀ ਸੀ ਮੈਨੂੰ ਕੋਈ ਪਾਰਟਨਰ ਮਿਲੇ, ਉਹਨੂੰ ਮਿਲਿਆ ਨਹੀਂ। ਇਹਨੂੰ ਤਾਂ ਕੋਈ ਕਮੀ ਨਹੀਂ, ਕਿਉਂਕਿ ਕੋਈ ਵੀ ਲੇਡੀ ਨਾਲ ਡਾਂਸ ਕਰ ਸਕਦਾ ਸੀ ਇਹ। ਤਾਂ ਬੇਟਾ ਤੁਸੀਂ ਇੱਥੇ ਨਾ ਇੱਕ ਗੱਲ ਜ਼ਰੂਰ ਸੋਚਿਓ ਕਿ ਤੁਸੀਂ ਡਾਂਸ ਕਰਨ ਨੂੰ ਕੋਈ ਦੂਸਰੇ ਪਾਸੇ ਨਾ ਲੈ ਕੇ ਜਾਈਏ। ਇੰਗਲਿਸ਼ ਮਾਹੌਲ ਨਾ ਬੜਾ ਖੁੱਲਾ ਮਾਹੌਲ ਹੈ। ਜੇ ਤੁਸੀਂ ਇਹ ਨਾਵਲ ਸਮਝਣਾ ਤੁਹਾਨੂੰ ਥੋੜਾ ਜਿਹਾ ਓਪਨ ਹੋਣਾ ਪਊਗਾ। ਤਾਂ ਉਸ ਟਾਈਮ ਤੁਸੀਂ ਡਾਂਸ ਕਰ ਰਹੇ ਹੋ ਕਿਸੇ ਨਾਲ, ਤਾਂ ਇਹ ਨਾ ਸੋਚੋ ਕਿ ਉਹ ਕੋਈ ਆਪਸ 'ਚ ਉਹਨਾਂ ਦੀ ਕੋਈ ਗੱਲਬਾਤ ਹੈ, ਇਹੋ ਜਿਹਾ ਕੁਝ ਨਹੀਂ ਹੁੰਦਾ। ਡਾਂਸ ਕਰਨਾ ਅਲੱਗ ਹੈ ਤੇ ਕਿਸੇ ਨਾਲ ਕਿਸੇ ਦੀ ਕੋਈ ਇੰਟੀਮੇਸੀ ਹੋਣੀ ਅਲੱਗ ਹੈ, ਤਾਂ ਉਹ ਚੀਜ਼ ਅਲੱਗ ਹੈ, ਟੋਟਲੀ ਡਿਫਰੈਂਟ ਹੈ। I certainly shall not, you know how I detest it। ਕਹਿੰਦੇ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਨੂੰ ਕਿੰਨਾ ਬੁਰਾ ਲੱਗਦਾ ਹੈ। ਡਿਟੈਸਟ ਦਾ ਮਤਲਬ ਇੱਥੇ ਹੁੰਦਾ ਬੇਟਾ ਹੇਟ, ਕਿ ਮੈਂ ਕਿੰਨਾ ਨਾਪਸੰਦ ਕਰਦਾ, ਹੇਟ ਕਰਦਾ। unless I am particularly acquainted with my partner, ਜਦੋਂ ਤੱਕ ਮੈਂ ਆਪਣੇ ਪਾਰਟਨਰ ਦੇ ਨਾਲ ਚੰਗੀ ਤਰ੍ਹਾਂ ਮੇਰੀ ਜਾਣ ਪਛਾਣ ਨਾ ਹੋਵੇ, ਮੈਂ ਡਾਂਸ ਨਹੀਂ ਕਰ ਸਕਦਾ। ਹੁਣ ਉਹ ਆਪਣੀ ਇੱਕ ਤਰ੍ਹਾਂ ਨਾਲ ਸਫਾਈ ਦੇ ਰਿਹਾ ਵੀ ਮੈਂ ਕਿਉਂ ਨਹੀਂ ਡਾਂਸ ਕਰ, ਹਰ ਇੱਕ ਲੇਡੀ ਨਾਲ ਮੈਂ ਡਾਂਸ ਨਹੀਂ ਕਰ ਸਕਦਾ। ਮੈਨੂੰ ਜਦ ਤੱਕ ਉਹਦੇ ਬਾਰੇ ਪਤਾ ਨਹੀਂ, ਮੈਂ ਉਹਦੇ ਨਾਲ ਉਹਨੂੰ ਜਾਣਦਾ ਨਹੀਂ, ਮੈਂ ਨਹੀਂ ਡਾਂਸ ਕਰ ਸਕਦਾ। ਐਟ ਸੱਚ ਐਨ ਅਸੈਂਬਲੀ ਐਜ਼ ਦਿਸ, ਹੁਣ ਇੱਥੇ ਅਸੈਂਬਲੀ ਆ ਗਈ। ਅਸੈਂਬਲੀ ਇਹੀ ਕਿ ਜਿਹੜੇ ਬੰਦੇ ਉੱਥੇ ਇਕੱਠੇ ਹੋਏ ਨੇ,
ਉਸ ਸਾਰੇ ਬੰਦਿਆਂ ਨੂੰ ਅਸੈਂਬਲੀ ਕਿਹਾ ਗਿਆ। ਕਹਿੰਦੇ ਇਸ ਤਰ੍ਹਾਂ ਦੀ ਅਸੈਂਬਲੀ ਦੇ ਵਿੱਚ ਇਟ ਵੁੱਡ ਬੀ ਅਨਸਪੋਰਟੇਬਲ, ਕਹਿੰਦੇ ਇਹ ਠੀਕ ਨਹੀਂ ਹੋਏਗਾ। ਹੁਣ ਤੁਸੀਂ ਸੋਚੋਗੇ ਕਿ ਉਹ ਕਿਸ ਲਹਿਜ਼ੇ ਨਾਲ ਕਹਿ ਰਿਹਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਬੇਟਾ ਮਿਸਟਰ ਡਾਰਸੀ ਬਹੁਤ ਹੀ ਅਰਿਸਟੋਕ੍ਰੈਟਿਕ ਫੈਮਿਲੀ ਚੋਂ ਹੈ, ਬਹੁਤ ਅਮੀਰ ਪਰਿਵਾਰ ਚੋਂ ਹੈ, ਲੇਕਿਨ ਉੱਥੇ ਅਸੈਂਬਲੀ ਕਿੱਦਾਂ ਦੀ ਇਕੱਠੀ ਹੋਈ ਹੈ? ਘੱਟ ਅਮੀਰ ਬੰਦਿਆਂ ਦੀ ਜਾਂ ਮਿਡਲ ਕਲਾਸ ਬੰਦਿਆਂ ਦੀ, ਜਿਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ। ਤੁਹਾਨੂੰ ਲੱਗਦਾ ਹੈ ਵੀ ਜੇ ਮੈਂ ਇਹਨਾਂ ਚੋਂ ਕਿਸੇ ਪਰਿਵਾਰਾਂ ਦੀ ਕਿਸੇ ਲੜਕੀ ਨਾਲ ਡਾਂਸ ਕੀਤਾ ਤਾਂ ਮੇਰੀ ਇੱਜ਼ਤ ਹੋ ਜੂ। ਉਹ ਇੱਜ਼ਤ ਤੋਂ ਡਰਦਾ ਹੈ। ਪ੍ਰੋਬਲਮ ਇਹ ਹੈ ਕਿ ਮੈਂ ਡਾਂਸ ਨਹੀਂ ਕਰ ਸਕਦਾ। ਇਟ ਵੁੱਡ ਬੀ ਅਨਸਪੋਰਟੇਬਲ, ਵੀ ਇਹ ਠੀਕ ਨਹੀਂ ਹੈ, ਇਹ ਮੈਨੂੰ ਗੱਲ ਸੂਟ ਨਹੀਂ ਕਰਦੀ ਵੀ ਮੈਂ ਜੇ ਡਾਂਸ ਕਰੂੰਗਾ ਆਪਣੇ ਲੈਵਲ ਦੀ ਲੜਕੀ ਨਾਲ ਡਾਂਸ ਕਰੂੰ। ਲੈਵਲ ਦੀ ਲੜਕੀ ਉੱਥੇ ਹੈ ਨਹੀਂ, ਐਰਿਸਟੋਕ੍ਰੈਟਿਕ ਫੈਮਿਲੀ ਚੋਂ ਹੈ ਨਾ, ਉਹ ਅਮੀਰ ਪਰਿਵਾਰ ਹੈ। ਅਮੀਰ ਪਰਿਵਾਰ ਦੀ ਤਾਂ ਲੜਕੀ ਉੱਥੇ ਕੋਈ ਹੈ ਹੀ ਨਹੀਂ ਮਿਸਟਰ ਡਾਰਸੀ ਦੇ ਬਰਾਬਰ ਦੀ। ਜੇ ਕੋਈ ਮਾੜੀ ਮੋਟੀ ਹੈ ਤਾਂ ਉਹ ਕੌਣ ਹੈ? ਮਿਸਟਰ ਬਿੰਗਲੇ ਦੇ ਪਰਿਵਾਰ। ਉਹ ਵੀ ਉਹਨਾਂ ਅਮੀਰ ਨਹੀਂ ਹੈ। ਮੈਂ ਤੁਹਾਨੂੰ ਦੱਸਿਆ ਨਾ ਦੋ ਤਰ੍ਹਾਂ ਦੇ ਅਮੀਰ ਨੇ, ਇੱਕ ਪੁਸ਼ਤੈਨੀ ਅਮੀਰ ਨੇ, ਬਹੁਤ ਹੀ ਅਮੀਰ ਨੇ, ਤੇ ਦੂਜੇ ਜਿਹੜੇ ਅਮੀਰ ਬਣੇ ਨੇ ਪਰ ਉਨੇ ਨਹੀਂ ਬਣ ਸਕੇ ਜਿੰਨੇ ਐਰਿਸਟੋਕ੍ਰੈਟਿਕ ਨੇ। ਤਾਂ ਉਹਦੇ ਬਰਾਬਰ ਦੀ ਲੜਕੀ ਉਹ ਕਹਿੰਦਾ ਮੇਰੇ ਇਸ ਪਾਰਟੀ 'ਚ ਨਹੀਂ ਹੈਗੀ। ਹੁਣ ਫਿਰ ਅੱਗੇ ਕਹਿੰਦਾ ਹੈ ਯੂਅਰ ਸਿਸਟਰਸ ਆਰ ਇੰਗੇਜਡ, ਕਹਿੰਦੇ ਤੇਰੀਆਂ ਸਿਸਟਰਸ ਤਾਂ ਬਿਜ਼ੀ ਨੇ ਡਾਂਸ ਕਰਨ 'ਚ, ਉਹਨਾਂ ਨੂੰ ਤਾਂ ਕੋਈ ਨਾ ਕੋਈ ਪਾਰਟਨਰ ਮਿਲਿਆ ਹੋਇਆ। ਐਂਡ ਦੇਅਰ ਇਜ਼ ਨੋਟ ਅਨਦਰ ਵੂਮਨ ਇਨ ਦਾ ਰੂਮ whom it would not be a punishment to me to stand up with। ਅਤੇ ਦੇਖੋ ਕਿੱਡੀ ਵੱਡੀ ਗੱਲ ਕਹਿ ਰਹੇ ਆ, ਕਹਿੰਦੇ ਇਸ ਰੂਮ ਦੇ ਵਿੱਚ ਕੋਈ ਵੀ ਅਜਿਹੀ ਲੜਕੀ ਨਹੀਂ ਹੈ ਜਿਹਦੇ ਨਾਲ ਮੈਂ ਸਟੈਂਡ ਅਪ ਵਿਦ, ਮੈਂ ਡਾਂਸ ਕਰ ਸਕਾਂ। ਇੱਥੇ ਵੈਸੇ ਨਾ ਇੱਕ ਫਰੇਜ਼ਲ ਵਰਬ ਆਈ ਹੈ ਬੇਟਾ, ਸਟੈਂਡ ਅਪ ਵਿਦ। ਸਟੈਂਡ ਦੇ ਪਿੱਛੇ ਅਪ ਹੈ, ਫੇਰ ਵਿਦ ਹੈ। ਸਟੈਂਡ ਦਾ ਮਤਲਬ ਖੜੇ ਹੋਣਾ ਹੁੰਦਾ ਹੈ ਨਾ, ਸਟੈਂਡ ਅਪ, ਸਿਟ ਡਾਊਨ ਤੁਸੀਂ ਰੋਜ਼ ਸੁਣਦੇ ਹੋ, ਉਹ ਹੋਰ ਚੀਜ਼ ਹੈ। ਲੇਕਿਨ ਸਟੈਂਡ ਅਪ ਦੇ ਪਿੱਛੇ ਜੇ ਆਪਾਂ ਵਿਦ ਲਾ ਦਈਏ ਤਾਂ ਬਿਲਕੁਲ ਹੀ ਮਤਲਬ ਚੇਂਜ ਹੋ ਜਾਂਦਾ। ਵੈਡਿੰਗ ਦੇ ਵਿੱਚ, ਵਿਆਹ ਦੇ ਵਿੱਚ ਕੋਈ ਬੰਦਾ ਆਪਣੇ ਨਾਲ ਲੈ ਜੇ ਕਿਸੇ ਨੂੰ, ਇੱਕ ਲੜਕਾ ਆਪਣੇ ਫਰੈਂਡ ਨੂੰ ਲੈ ਜੇ, ਹੈ ਨਾ, ਲੜਕੀ ਲੈ ਜੇ ਆਪਣੇ ਫਰੈਂਡ ਨੂੰ, ਉਦੋਂ ਸਟੈਂਡ ਅਪ ਵਿਦ ਦੇ ਵਰਡ ਯੂਜ਼ ਕੀਤੇ। ਮੈਰਿਜ ਦੇ ਵਿੱਚ ਜਿਹੜਾ ਪਰਸਨ ਤੁਹਾਡੇ ਨਾਲ ਜਾਂਦਾ ਹੈ ਨਾ, ਆਪਣੇ ਹਮਰੁਤਬੇ ਨੂੰ ਤੁਸੀਂ ਲੈ ਕੇ ਜਾਂਦੇ ਹੋ, ਉਦੋਂ ਆਪਾਂ ਸਟੈਂਡ ਅਪ ਵਿਦ ਇਹ ਯੂਜ਼ ਕਰਦੇ। ਤਾਂ ਉਹ ਕਹਿੰਦਾ ਐਦਾਂ ਦੀ ਕੋਈ ਲੜਕੀ ਮੈਂ ਆਪਣੇ ਨਾਲ ਖੜੀ ਕਰ ਲਾਂ ਤਾਂ ਇਹ ਤਾਂ ਬਹੁਤ ਹੀ ਔਖੀ ਗੱਲ ਹੈ, ਮੇਰੇ ਲਈ ਪਨਿਸ਼ਮੈਂਟ ਹੀ ਹੋ ਜੂ, ਮੈਂ ਨਹੀਂ ਕਰ ਸਕਦਾ। ਇਹ ਪੂਰੇ ਪੈਰੇ ਦੇ ਵਿੱਚ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਮੇਰੇ ਬਰਾਬਰ ਦੀ ਲੜਕੀ ਇਸ ਪਾਰਟੀ 'ਚ ਨਹੀਂ ਹੈ। ਤਾਂ ਇੱਥੋਂ ਸਾਨੂੰ ਬੇਟਾ ਮਿਸਟਰ ਡਾਰਸੀ ਦੀ ਕਰੈਕਟਰ ਦਾ ਪਤਾ ਚੱਲਦਾ ਹੈ। ਨਾਵਲ ਦਾ ਨਾਮ ਕੀ ਹੈ? ਪ੍ਰਾਈਡ ਐਂਡ ਪ੍ਰੈਜੁਡਿਸ। ਪ੍ਰਾਈਡ ਆ ਗਿਆ ਨਾ, ਆਹੀ ਕੁਛ ਹੈ, ਇਹ ਨਾਵਲ ਇਸੇ ਦੀ ਬਣਿਆ ਹੋਇਆ। ਪ੍ਰਾਈਡ ਵਾਲੀ ਗੱਲ ਆ ਗਈ, I wouldn't be so fastidious as you are। ਕਹਿੰਦੇ ਜਿੰਨਾ ਤੂੰ fastidious ਹੈ ਉਹਨਾਂ ਮੈਂ ਨਹੀਂ ਹੋ ਸਕਦਾ। Now what is the meaning of fastidious? Difficult to pleased, ਜਿਸ ਨੂੰ ਆਪਾਂ ਖੁਸ਼ ਨਾ ਕਰ ਸਕੀਏ। ਕਈ ਇਨਸਾਨ ਹੁੰਦੇ ਆ ਨਾ ਇਹ ਜਿਹੇ ਜਿਨ੍ਹਾਂ ਨੂੰ ਖੁਸ਼ ਕਰਨਾ ਬਹੁਤ ਔਖਾ, ਹਰ ਗੱਲ 'ਚ ਨਗੋਚ ਕੱਢਣੀ, ਆਹ ਨਹੀਂ ਵਧੀਆ, ਉਹ ਨਹੀਂ ਵਧੀਆ। ਪਹਿਲਾਂ ਵੀ ਵਰਡ ਆਇਆ ਸੀ, ਕਹਿੰਦੇ ਮੈਂ ਤੇਰੇ ਜਿੰਨਾ ਫਾਸਟੀਡੀਅਸ ਨਹੀਂ ਹੈਗਾ। ਕ੍ਰਾਈਡ ਬਿੰਗਲੇ ਨੇ ਜ਼ੋਰ ਦੇ ਕੇ ਕਿਹਾ। For a kingdom upon my honor, I never met with so many pleasant girls in my life as I have this evening। For a kingdom ਸ਼ਬਦ ਆਇਆ ਵੀ ਇੱਥੇ, for a kingdom। For a kingdom ਦਾ ਮਤਲਬ ਹੁੰਦਾ ਵੀ ਆਪਾਂ ਜਦੋਂ ਕਹਿੰਦੇ ਨਾ ਵੀ ਕਿਸੇ ਕੀਮਤ ਤੇ ਨਹੀਂ, ਇਹ ਹੋ ਹੀ ਨਹੀਂ ਸਕਦਾ, ਕਿਸੇ ਕੀਮਤ ਤੇ ਵੀ ਨਹੀਂ, ਇਹਨੂੰ ਆਪਾਂ ਇੰਗਲਿਸ਼ ਲਿਖ ਸਕਦੇ ਹਾਂ not at any price। upon my honor, upon my honor ਇੱਕ ਬੇਟਾ ਕਸਮ ਖਾਈ ਜਾਂਦੀ ਹੈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਧਰਮ ਤੇ, ਨੇਮ ਤੇ, ਇਹਦੀ ਇੰਗਲਿਸ਼ ਕੀ ਹੁੰਦੀ ਹੈ? upon my honor ਜਾਂ on my honor। ਇਹ ਆਪਾਂ ਕਸਮ ਖਾਂਦੇ ਹਾਂ, ਉਹਨੂੰ ਇੰਗਲਿਸ਼ 'ਚ ਕਹਿੰਦੇ ਆ। ਕਹਿੰਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਲਾਈਫ ਦੇ ਵਿੱਚ ਇੰਨੀਆਂ ਖੂਬਸੂਰਤ ਲੜਕੀਆਂ ਨਾਲ ਨਹੀਂ ਮਿਲਿਆ। I never met with so many pleasant girls। ਇੱਥੇ pleasant ਦਾ ਮਤਲਬ ਖੂਬਸੂਰਤ ਨੂੰ ਕਿਹਾ ਗਿਆ ਹੈ ਜੀ। As I have this evening, ਜਿੰਨਾ ਮੈਂ ਇਸ ਸ਼ਾਮ ਮਿਲੇ, ਵੀ ਮੈਂ ਐਸੀਆਂ ਖੂਬਸੂਰਤ ਲੜਕੀਆਂ ਜਿੰਨੀ ਪਾਰਟੀ 'ਚ ਦੇਖ ਰਹੇ ਹਾਂ ਮੈਂ ਕਦੇ ਨਹੀਂ ਦੇਖੀਆਂ। And there are several of them, ਅਤੇ ਉਹਨਾਂ 'ਚੋਂ ਕਈ ਨੇ, ਬਹੁਤ ਨੇ ਇੱਥੇ ਤਾਂ। You see uncommonly pretty, ਕਹਿੰਦੇ ਤੁਸੀਂ ਦੇਖਦੇ ਹੋ ਕਿ uncommonly pretty ਨੇ ਇੱਥੇ ਲੜਕੀਆਂ। ਨਾ uncommonly ਦਾ ਮਤਲਬ ਹੁੰਦਾ ਹੈ ਜੀ unusually, ਵੀ ਅਕਸਰ ਆਪਾਂ ਨੂੰ ਜਿਹੜੀ ਚੀਜ਼ ਦੇਖਣ ਨੂੰ ਨਾ ਮਿਲੇ ਉਸ ਨੂੰ ਆਪਾਂ unusually ਕਹਿੰਦੇ ਆ, ਜਾਂ ਤੁਸੀਂ ਅਮੇਜ਼ਿੰਗਲੀ ਵੀ ਕਹਿ ਸਕਦੇ ਵੀ ਇੰਨੀਆਂ ਖੂਬਸੂਰਤ ਲੜਕੀਆਂ ਮਿਲੀਆਂ ਨੇ, ਇੰਨੀਆਂ ਇਸ ਪਾਰਟੀ 'ਚ ਮੈਂ ਦੇਖ ਰਿਹਾ ਆਲੇ ਦੁਆਲੇ, ਮੈਂ ਆਪਣੀ ਜ਼ਿੰਦਗੀ 'ਚ ਇੰਨੀਆਂ ਪ੍ਰੈਟੀ ਲੜਕੀਆਂ ਨਹੀਂ ਦੇਖੀ। ਇੱਕ ਤਰੀਕੇ ਨਾਲ ਉਹ ਮਿਸਟਰ ਡਾਰਸੀ ਨੂੰ ਕੀ ਕਰ ਰਿਹਾ ਹੈ? ਉਸ ਨੂੰ ਪੁਸ਼ ਕਰ ਰਿਹਾ ਹੈ ਵੀ ਤੂੰ ਵੀ ਇੰਜੋਏ ਕਰ, ਵੀ ਆ ਜਾ ਤੂੰ ਵੀ ਡਾਂਸ ਕਰ। ਤਾਂ ਮਿਸਟਰ ਡਾਰਸੀ ਕੀ ਕਹਿੰਦਾ ਹੈ ਕਿ ਯੂ ਆਰ ਡਾਂਸਿੰਗ ਵਿਦ ਦਾ ਓਨਲੀ ਹੈਂਡਸਮ ਗਰਲ ਇਨ ਦਾ ਰੂਮ, ਸੈਡ ਮਿਸਟਰ ਡਾਰਸੀ। ਮਿਸਟਰ ਡਾਰਸੀ ਕਹਿੰਦਾ ਹੈ ਕਿ ਰੂਮ ਦੇ ਵਿੱਚ ਜਿਹੜੀ ਇਕਲੌਤੀ, ਓਨਲੀ
हैंडसम गर्ल है, ਇੱਥੇ हैंडसम ਦਾ ਮਤਲਬ ਅਟਰੈਕਟਿਵ ਜਾਂ ਪ੍ਰੀਟੀ ਵੀ ਹੋ ਸਕਦਾ ਕਿ ਜਿਹੜੀ ਇਕਲੌਤੀ ਖੂਬਸੂਰਤ ਲੜਕੀ ਉਹਦੇ ਨਾਲ ਤਾਂ ਤੂੰ ਡਾਂਸ ਕਰ ਰਿਹਾ, ਯੂ ਆਰ ਡਾਂਸਿੰਗ ਵਿਦ ਦਾ ਓਨਲੀ ਹੈਂਡਸਮ ਗਰਲ ਇਨ ਦਾ ਰੂਮ। ਮਿਸਟਰ ਡਾਰਸੀ ਕਹਿੰਦਾ ਕਿਵੇਂ, ਲੁਕਿੰਗ ਐਟ ਦਾ ਐਲਡੈਸਟ ਮਿਸ ਬੈਨੇਟ, ਕਿਹਦੇ ਵੱਲ ਦੇਖਦੇ ਹੋਏ, ਮਿਸ ਬੈਨੇਟ ਵੱਲ, ਮਿਸ ਬੈਨੇਟ ਨੋਟ ਮਿਸਿਸ ਬੈਨੇਟ। ਤਾਂ ਮਿਸ ਬੈਨੇਟ ਦਾ ਮਤਲਬ ਕੀ ਹੋਇਆ, ਐਲਡੈਸਟ ਪਿਆ ਹੋਇਆ ਉਹਦੇ ਅੱਗੇ, ਐਲਡੈਸਟ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਓਲਡੈਸਟ, ਸਭ ਤੋਂ ਜਿਹੜੀ ਉਮਰ ਵਾਲੀ ਮਿਸ ਬੈਨੇਟ ਦੀ ਲੜਕੀ ਹੈ ਉਸ ਲਈ ਵਰਤਿਆ ਗਿਆ ਸ਼ਬਦ। ਤਾਂ ਉਹ ਕੌਣ ਹੈ ਜੀ, ਸਾਨੂੰ ਪਤਾ ਹੈ ਜੇਨ, ਇਹ ਜੇਨ ਦੀ ਗੱਲ ਕਰ ਰਹੇ ਹੈ ਜੀ। ਐਲਡੈਸਟ ਮਿਸ ਬੈਨੇਟ ਦਾ ਮਤਲਬ ਇੱਥੇ ਕੌਣ ਹੈ ਜੀ, ਜੇਨ। ਜੇਨ ਵੱਲ ਦੇਖਦੇ ਹੋਏ ਕਹਿੰਦਾ ਕਿ ਤੂੰ ਇਸ ਪਾਰਟੀ ਦੀ ਜਿਹੜੀ ਸਭ ਤੋਂ ਖੂਬਸੂਰਤ ਲੜਕੀ, ਇਕਲੌਤੀ ਓਨਲੀ ਹੈਂਡਸਮ ਗਰਲ, ਦੇਖੋ ਉਹਨੇ ਹੈਂਡਸਮ ਯੂਜ਼ ਕੀਤਾ ਹੈ। ਆਮ ਤੌਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬॉयਜ਼ ਦੇ ਲਈ ਹੈਂਡਸਮ ਯੂਜ਼ ਹੁੰਦਾ ਹੈ, ਲੜਕੀਆਂ ਦੇ ਲਈ ਅਸੀਂ ਬਿਊਟੀਫੁਲ ਯੂਜ਼ ਕਰਦੇ ਹਾਂ, ਲੇਕਿਨ ਚੱਲਦਾ ਸੀ, ਰਿਵਾਜ਼ ਚੇਂਜ ਹੁੰਦੇ ਆ। ਉਹ ਕਹਿੰਦਾ ਵੀ ਇਕਲੌਤੀ ਲੜਕੀ ਹੈ ਜਿਹੜੀ ਖੂਬਸੂਰਤ ਲੜਕੀ, ਉਹਦੇ ਨਾਲ ਤਾਂ ਤੂੰ ਡਾਂਸ ਕਰ ਰਿਹਾ। ਹੁਣ ਤੁਸੀਂ ਦੋਨਾਂ ਦੇ ਵਿਚਾਰ ਦੇਖੋ। ਮਿਸਟਰ ਬਿੰਗਲੇ ਕਹਿੰਦਾ ਹੈ ਕਿ ਇੰਨੀਆਂ ਸਾਰੀਆਂ ਪਲੈਜ਼ੈਂਟ ਗਰਲਸ, ਉੱਪਰ ਲਿਖਿਆ ਨਾ ਸੋ ਮੈਨੀ ਪਲੈਜ਼ੈਂਟ ਗਰਲਸ, ਉਹ ਤਾਂ ਕਹਿੰਦਾ ਸਾਰੀਆਂ ਸੋਹਣੀਆਂ ਨੇ, ਇਹ ਕਹਿੰਦਾ ਇਕਲੌਤੀ ਲੜਕੀ ਉਹ ਸੋਹਣੀ ਹੈ। ਤਾਂ ਫਰਕ ਹੈ, ਇੱਥੋਂ ਸਾਨੂੰ ਕਰੈਕਟਰ ਦਾ ਪਤਾ ਲੱਗਦਾ ਮਿਸਟਰ ਬਿੰਗਲੇ ਤੇ ਮਿਸਟਰ ਡਾਰਸੀ ਦਾ। ਉੱਪਰ ਮਿਸਟਰ ਡਾਰਸੀ ਦੇ ਲਈ ਫਾਸਟੀਡੀਅਸ ਸ਼ਬਦ ਯੂਜ਼ ਕੀਤਾ ਸੀ ਨਾ ਉਹਨੇ, ਨਗੋਚੀ, ਜਿਹੜਾ ਹਰ ਗੱਲ ਨੂੰ ਕਹਿੰਦਾ ਹੈ ਕਿ ਉਹੀ ਕੰਮ ਕਰ ਰਹੇ ਹੈ। ਮਿਸਟਰ ਬਿੰਗਲੇ ਨੂੰ ਸਾਰੀਆਂ ਲੜਕੀਆਂ ਅੱਛੀਆਂ ਲੱਗ ਰਹੀਆਂ, ਇਹਨੂੰ ਇੱਕੋ ਹੀ ਲੱਗ ਰਹੀ ਹੈ, ਤੇ ਜਿਹੜੀ ਲੱਗ ਰਹੀ ਹੈ ਉਹ ਮਿਸਟਰ ਬਿੰਗਲੇ ਦੇ ਨਾਲ ਡਾਂਸ ਕਰ ਰਹੀ ਹੈ। ਹੁਣ ਪ੍ਰੋਬਲਮ ਇਹ ਹੋ ਗਈ ਕਿ ਮਿਸਟਰ ਡਾਰਸੀ ਨੂੰ ਇਹ ਲੱਗਦਾ ਵੀ ਜਿਹੜੀ ਖੂਬਸੂਰਤ ਲੜਕੀ ਹੈ ਪਾਰਟੀ ਦੀ, ਉਹ ਤਾਂ ਮਿਸਟਰ ਬਿੰਗਲੇ ਦੇ ਨਾਲ ਡਾਂਸ ਕਰ ਰਹੀ ਹੈ, ਬਾਕੀਆਂ ਦਾ ਹੈ ਨਹੀਂ, ਤਾਂ ਬਾਕੀਆਂ ਦੇ ਨਾਲ ਮੈਂ ਨਹੀਂ ਡਾਂਸ ਕਰ ਸਕਦਾ। ਇੱਥੋਂ ਸਾਨੂੰ ਇਸ ਮਿਸਟਰ ਡਾਰਸੀ ਦੇ ਇੱਕ ਕਰੈਕਟਰ ਦਾ ਹੋਰ ਪੱਖ ਪਤਾ ਲੱਗਦਾ ਹੈ ਕਿ ਉਹ ਸਨੋਬ ਹੈ। ਸਨੋਬ ਚੈਪਟਰ ਅਸੀਂ ਬੜਾ ਚੰਗੀ ਤਰ੍ਹਾਂ ਬੇਟਾ ਪੜ੍ਹਿਆ ਤੇ ਬਹੁਤ ਹੀ ਮੈਂ ਵਧੀਆ ਤਰੀਕੇ ਨਾਲ, ਬੜਾ ਮਨ ਨਾਲ ਤੁਹਾਨੂੰ ਪੜ੍ਹਾਇਆ ਸੀ। ਤਾਂ ਇਹ ਸਨੋਬ ਹੈ ਜੀ ਬੰਦਾ, ਹੰਕਾਰੀ ਹੈ, ਘਮੰਡੀ ਹੈ। ਦੇਖੋ ਹੋਰ ਵੀ ਤਾਂ ਲੜਕੀਆਂ ਨੇ, ਉਹਨੂੰ ਖੂਬਸੂਰਤ ਨਹੀਂ ਲੱਗ ਰਹੀਆਂ। ਉਹ ਸ਼ੀ ਇਜ਼ ਦਾ ਮੋਸਟ ਬਿਊਟੀਫੁਲ ਕ੍ਰੀਚਰ ਆਈ ਐਵਰ ਬਿਹੈਲਡ। ਹੁਣ ਇੱਥੇ ਸ਼ੀ ਦਾ ਮਤਲਬ ਜੇਨ ਤੋਂ ਹੀ ਹੈ ਕਿ ਜਿਹੜੀ ਜੇਨ ਹੈ ਉਹ ਸਭ ਤੋਂ ਬਿਊਟੀਫੁਲ ਕ੍ਰੀਚਰ, ਕ੍ਰੀਚਰ ਦਾ ਮਤਲਬ ਵੈਸੇ ਜੀਵ ਹੁੰਦਾ ਹੈ, ਇੱਥੇ ਇਨਸਾਨ ਨੂੰ ਕਹਿ ਸਕਦੇ ਹੋ ਕਿ ਜਿਹੜਾ ਸਭ ਤੋਂ ਖੂਬਸੂਰਤ ਇਨਸਾਨ ਨੂੰ ਆਪਣੀ ਲਾਈਫ 'ਚ ਮਿਲਿਆ। ਆਈ ਐਵਰ ਬਿਹੈਲਡ, ਬਿਹੈਲਡ ਸ਼ਬਦ ਯਾਦ ਕਰੋ, ਇੱਕ ਪੋਇਮ 'ਚ ਆਇਆ ਸੀ, ਵਿਲੀਅਮ ਵਰਡਸਵਰਥ ਦੀ ਆਪਾਂ ਪੜ੍ਹੀ ਹੈ, ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਪੋਇਮ ਦੇ ਵਿੱਚ ਇਹ ਵਰਡ ਆਇਆ ਸੀ, ਤਾਂ ਮੈਨੂੰ ਯਾਦ ਹੈ। ਬਿਹੋਲਡ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਲੁਕਡ, ਦੇਖਣਾ। ਤਾਂ ਇੱਥੇ ਬਿਹੋਲਡ ਦੀ ਦੂਜੀ ਵਰਬ ਲੱਗੀ ਹੈ ਬਿਹੈਲਡ, ਐਕਚੁਅਲੀ ਵਰਬ ਦੀਆਂ ਫਾਰਮਾਂ ਹੁੰਦੀਆਂ ਹੋਲਡ, ਹੈਲਡ, ਹੈਲਡ, ਬਿਹੋਲਡ, ਬਿਹੈਲਡ, ਬਿਹੈਲਡ। ਤਾਂ ਇੱਥੇ ਬਿਹੈਲਡ ਦਾ ਮਤਲਬ ਕੀ ਹੋ ਗਿਆ, ਲੁਕਡ। ਕਿ ਮੈਂ ਆਪਣੀ ਲਾਈਫ 'ਚ ਜਿੰਨੀਆਂ ਵੀ ਲੜਕੀਆਂ ਦੇਖੀਆਂ ਨੇ, ਸਭ ਤੋਂ ਖੂਬਸੂਰਤ ਲੜਕੀ ਜੇਨ ਹੈ, ਨੋ ਡਾਊਟ। ਬਟ ਦੇयर इज वन ऑफ हर सिस्टर्स सिटिंग डाउन जस्ट बिहाइंड यू। ਉਸ ਦੀਆਂ ਭੈਣਾਂ ਦੇ ਵਿੱਚੋਂ ਇੱਕ ਤੇਰੇ ਪਿੱਛੇ ਬੈਠੀ ਹੈ, who is very pretty, ਉਹ ਵੀ ਖੂਬਸੂਰਤ ਹੈ, pretty, attractive ਹੈ, and I dare say very agreeable। ਅਤੇ ਮੈਨੂੰ ਕਹਿਣਾ ਪਊਗਾ, I dare say ਦਾ ਮਤਲਬ ਹੁੰਦਾ ਹੈ ਮੈਨੂੰ ਕਹਿਣਾ ਪਊਗਾ very agreeable। agreeable ਪਹਿਲਾਂ ਵੀ ਵਰਡ ਕਈ ਵਾਰੀ ਆ ਚੁੱਕਿਆ। pleasant ਇਹਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਿ pleasant ਨੂੰ ਅਸੀਂ agreeable ਕਹਿੰਦੇ ਹਾਂ, ਦੇਖਣ ਦੇ ਵਿੱਚ ਜਿਹੜਾ ਅੱਛਾ ਲੱਗੇ ਉਸ ਨੂੰ ਆਪਾਂ agreeable ਜਾਂ pleasant ਕਹਿ ਦਿੰਦੇ ਹਾਂ। Do let me ask my partner to introduce you। ਕਹਿੰਦੇ ਤੂੰ ਮੈਨੂੰ ਇਜਾਜ਼ਤ ਦੇ, do let me ask my partner। ਹੁਣ ਇੱਥੇ my partner ਕਿਹਨੂੰ ਕਹਿ ਰਹੇ ਹੈ, ਉਹਦੇ ਪਾਰਟਨਰ ਕੌਣ ਹੈ, ਜੇਨ। ਕਹਿੰਦੇ ਮੈਂ ਆਪਣੀ ਪਾਰਟਨਰ ਨੂੰ ਕਹਾਂ ਕਿ ਉਹ ਤੈਨੂੰ ਉਹਦੇ ਨਾਲ ਇੰਟਰੋਡਿਊਸ ਕਰਾਏ। ਤੈਨੂੰ ਪਤਾ ਹੈ ਨਾ ਇਹ ਐਵੇਂ ਨਹੀਂ ਹੁੰਦਾ। ਅੰਗਰੇਜ਼ ਲੋਕ ਕੀ ਕਰਦੇ ਆ, ਜਦ ਤੱਕ ਕਿਸੇ ਨਾਲ ਇੰਟਰੋਡਿਊਸ ਨਹੀਂ ਤੁਸੀਂ ਹੁੰਦੇ, ਜਦ ਤੱਕ ਤੁਸੀਂ ਕਿਸੇ ਨਾਲ ਗੱਲਬਾਤ ਸ਼ੁਰੂ ਨਹੀਂ ਕਰਦੇ। ਇਹ ਸਾਰੇ ਕਿਤੇ ਉਹਨਾਂ ਦਿਨਾਂ 'ਚ ਚੱਲਦਾ ਸੀ। ਹੁਣ ਉਹ ਦੋਨੇ ਅਲੱਗ-ਅਲੱਗ ਬੈਠੇ ਨਾ, ਮਿਸਟਰ ਡਾਰਸੀ ਅਲੱਗ ਬੈਠਾ, ਐਲਿਜ਼ਾਬੈਥ ਅਲੱਗ ਬੈਠੀ। ਅੱਛਾ ਇੱਕ ਗੱਲ ਦਾ ਧਿਆਨ ਰੱਖਿਓ, ਐਲਿਜ਼ਾਬੈਥ ਜਿੱਥੇ ਬੈਠੀ ਹੈ ਉਸ ਨੂੰ ਬੈਠੀ ਨੂੰ ਉਹਨਾਂ ਦੀਆਂ ਦੋਨਾਂ ਦੀਆਂ ਗੱਲਾਂ ਸੁਣ ਰਹੀਆਂ ਨੇ। ਅਸੀਂ ਪਹਿਲਾਂ ਪੜ੍ਹਿਆ ਪੈਰੇ 'ਚ। ਹੁਣ ਇਹ ਜੋ ਗੱਲਾਂ ਉਹਨਾਂ 'ਚ ਹੋ ਰਹੀਆਂ ਦੋਨਾਂ 'ਚ, ਮਿਸਟਰ ਡਾਰਸੀ ਤੇ ਮਿਸਟਰ ਬਿੰਗਲੇ 'ਚ, ਐਲਿਜ਼ਾਬੈਥ ਬੈਠੀ ਸੁਣ ਰਹੀ ਹੈ। ਤਾਂ ਉਹ ਕਹਿੰਦਾ ਮੈਂ ਆਪਣੀ ਪਾਰਟਨਰ ਨੂੰ ਕਹਿਣਾ ਜੇਨ ਨੂੰ ਵੀ ਤੈਨੂੰ ਉਹਦੇ ਨਾਲ ਇੰਟਰੋਡਿਊਸ ਕਰਾ ਦੇ, ਫਿਰ ਤੂੰ ਉਹਦੇ ਨਾਲ ਡਾਂਸ ਕਰ ਸਕਦਾ ਜਦ ਤੁਸੀਂ ਇੰਟਰੋਡਿਊਸ ਹੋ ਜਾਓ। ਹੁਣ ਦੇਖੋ ਅਗਲੀਆਂ ਲਾਈਨਾਂ ਦੇ ਵਿੱਚ ਬੇਟਾ ਮਿਸਟਰ ਡਾਰਸੀ ਦੀਆਂ ਕੁਝ ਲਾਈਨਾਂ ਐਸੀਆਂ ਆਉਂਦੀਆਂ ਨੇ, ਉਹ ਕੁਝ ਗੱਲਾਂ ਐਸੀਆਂ ਬੋਲਦਾ ਹੈ ਜਿਨ੍ਹਾਂ ਦੀ ਪੂਰੀ ਨਾਵਲ ਦੇ ਵਿੱਚ ਤੁਸੀਂ ਲਾ ਲਓ ਕਹਾਣੀ ਬਣ ਜਾਂਦੀ। ਤਾਂ ਧਿਆਨ ਨਾਲ ਪੈਰਾ ਸੁਣਨਾ। ਵਿਚ ਡੂ ਯੂ ਮੀਨ, ਕਿਹੜੀ ਲੜਕੀ ਤੋਂ ਤੇਰਾ ਮਤਲਬ ਹੈ। ਐਂਡ ਟਰਨਿੰਗ ਰਾਊਂਡ, ਹੁਣ ਉਹ ਕਿਹੜੀ ਲੜਕੀ ਕਹਿ ਰਿਹਾ ਨਾ, ਕਈ ਸਾਰੀਆਂ ਭੈਣਾਂ ਆਉਂਦੀਆਂ, ਤਾਂ ਕਿਹੜੀ ਲੜਕੀ ਤੋਂ ਤੇਰਾ ਮਤਲਬ ਐ ਕਰਕੇ ਕਹਿੰਦਾ ਉਹ। ਐਂਡ ਟਰਨਿੰਗ ਰਾਊਂਡ ਅਤੇ ਪਿੱਛੇ ਮੁੜਦੇ ਉਹ ਦੇਖਦਾ ਹੈ, ਹੀ ਲੁੱਕਡ ਫॉर ਅ ਮੋਮੈਂਟ ਐਟ ਐਲਿਜ਼ਾਬੈਥ, ਕਿਉਂਕਿ ਉਹਦੇ ਪਿੱਛੇ ਬੈਠੀ ਆ ਉਹ।
ਤਾਂ ਉਹ ਥੋੜੇ ਜਿਹੇ ਸਮੇਂ ਦੇ ਲਈ, ਇੱਕ ਪਲ ਦੇ ਲਈ, ਫॉर ਅ ਮੋਮੈਂਟ ਐਲਿਜ਼ਾਬeth ਵੱਲ ਦੇਖਦਾ ਹੈ, ਟਿਲ ਕੈਚਿੰਗ ਹਰ ਆਈ। ਤੇ ਜਦੋਂ ਉਸਦੇ ਵੱਲ ਦੇਖਦਾ ਹੈ ਤਾਂ ਐਲਿਜ਼ਾਬeth ਵੀ ਕੁਦਰਤੀ ਉਹਦੇ ਵੱਲ ਦੇਖ ਰਹੀ ਹੁੰਦੀ ਹੈ, ਕੈਚਿੰਗ ਹਰ ਆਈ, ਦੋਨਾਂ ਦੀਆਂ ਅੱਖਾਂ ਇੱਕ ਤਰੀਕੇ ਨਾਲ ਮਿਲਦੀਆਂ ਨੇ। ਤਾਂ ਜਿਵੇਂ ਹੀ ਉਹਨਾਂ ਦੀਆਂ ਅੱਖਾਂ ਮਿਲਦੀਆਂ ਨੇ, ਹੀ ਵਿਦਡਰੂ ਹਿਜ਼ ਓਨ, ਉਹ ਆਪਣੀਆਂ ਅੱਖਾਂ ਫੇਰ ਲੈਂਦਾ। ਵਿਦਡਰਾ, ਵਿਦਡਰੂ, ਵਿਦਡਰਾਨ ਵਰਬ ਦੀਆਂ ਫਾਰਮਸ ਹੁੰਦੀਆਂ ਨੇ। ਵਿਦਡਰੂ ਦਾ ਮਤਲਬ ਹੁੰਦਾ ਜਦੋਂ ਪਿੱਛੇ ਹਟਣਾ, ਆਪਾਂ ਕਹਿੰਦੇ ਆ ਨਾ ਕੋਈ ਪਿੱਛੇ ਹਟ ਜਾਂਦਾ, ਉਹਨੂੰ ਆਪਾਂ ਵਿਦਡਰੂ। ਇੱਥੇ ਪਿੱਛੇ ਹਟਣ ਦਾ ਮਤਲਬ ਹੈ ਕਿ ਉਹ ਆਪਣੀ ਅੱਖਾਂ ਦੂਜੇ ਪਾਸੇ ਘੁਮਾ ਲੈਂਦਾ। ਐਂਡ ਕੋਲਡਲੀ ਸੈਡ, ਅਤੇ ਕੋਲਡਲੀ ਕਹਿੰਦਾ ਨਾ, ਇੱਥੇ ਕੋਲਡ ਤੋਂ ਬੇਟਾ ਐਡਵਰਬ ਆਉਂਦੀ ਹੈ ਕੋਲਡਲੀ। ਇੱਥੇ ਕੋਲਡਲੀ ਦਾ ਮਤਲਬ ਤੁਸੀਂ ਲਿਖ ਸਕਦੇ ਹੋ ਵਿਦਆਊਟ ਐਨੀ ਇਮੋਸ਼ਨ, ਬਿਨਾਂ ਕਿਸੇ ਇਮੋਸ਼ਨ ਉਹ ਕਹਿੰਦਾ ਹੈ। ਹੁਣ ਜਿੰਨੇ ਵਰਡਸ ਉਹ ਕਹੂਗਾ, ਜੋ ਵੀ ਉਹਦੀ ਸਪੀਚ ਆਊਗੀ, ਉਹਦੇ 'ਚ ਉਹਦਾ ਕੋਈ ਇਮੋਸ਼ਨ ਨਹੀਂ ਹੈ। ਕੋਲਡਲੀ ਦਾ ਮਤਲਬ ਬੇਟਾ ਹੁੰਦਾ ਰੁੱਖਾ ਹੋ ਕੇ, ਰੁੱਖਾ ਹੋ ਕੇ ਕਹਿੰਦਾ। ਕੀ ਕਹਿੰਦਾ ਹੈ? ਸ਼ੀ ਇਜ਼ ਟੋਲਰੇਬਲ, ਉਹ ਟੋਲਰੇਬਲ ਹੈ। ਇੱਥੇ ਟੋਲਰੇਬਲ ਦਾ ਮਤਲਬ ਕੀ ਹੈ? ਓਕੇ, ਓਕੇ ਟਾਈਪ ਹੈ। ਉਹ ਐਲਿਜ਼ਾਬeth ਨੂੰ ਕੀ ਕਹਿੰਦਾ? ਓਕੇ ਟਾਈਪ। ਆਪਾਂ ਕਹਿ ਨਹੀਂ ਦਿੰਦੇ ਓਕੇ ਟਾਈਪ ਹੈ ਬੰਦਾ, ਨਾ ਮਾੜਾ ਨਾ ਚੰਗਾ। ਇਹ ਕੋਈ ਬਹੁਤਾ ਵਧੀਆ ਕਮੈਂਟ ਨਹੀਂ ਹੈ ਕਿਸੇ ਲਈ ਵੀ। ਆਪਾਂ ਕਿਸੇ ਨੂੰ ਕਹੀਏ ਤੂੰ ਓਕੇ, ਓਕੇ ਟਾਈਪ ਹੈ, ਠੀਕ ਜਾਂ ਨਹੀਂ ਲੱਗਦਾ ਨਾ। ਵੈਸੇ ਟੋਲਰੇਬਲ ਦਾ ਮਤਲਬ ਕੀ ਹੁੰਦਾ? ਜਿਹਨੂੰ ਆਪਾਂ ਸਹਾਰ ਸਕੀਏ। ਟੋਲਰੇਬਲ ਦਾ ਮਤਲਬ ਸਹਾਰਨਾ ਹੁੰਦਾ ਹੈ, ਜਿਸ ਨੂੰ ਸਹਾਰਿਆ ਜਾ ਸਕਦਾ। ਟੋਲਰੈਂਸ ਸ਼ਬਦ ਇੱਥੋਂ ਹੀ ਬਣਦਾ। ਟੋਲਰੇਟ, ਟੋਲਰੈਂਸ, ਟੋਲਰੇਬਲ ਇੱਕੋ ਵਰਗੇ ਵਰਡਸ ਹੈ ਇਹ। ਲੇਕਿਨ ਇੱਥੇ ਦਾ ਮਤਲਬ ਕੀ ਹੈ ਕਿ ਓਕੇ ਟਾਈਪ ਹੈ, ਕੋਈ ਬਹੁਤੀ ਖੂਬਸੂਰਤ ਨਹੀਂ ਕਹਿਣ ਦਾ ਮਤਲਬ। ਇਹ ਕਹਿ ਰਿਹਾ ਓਕੇ ਟਾਈਪ ਹੈ। ਬਟ ਨਾਟ ਹੈਂਡਸਮ ਇਨਫ ਟੂ ਟੈਂਪਟ ਮੀ, ਆਹ ਲਾਈਨ ਤੇ ਧਿਆਨ ਦਿਓ। ਪਰ ਕਹਿੰਦੀ ਇੰਨੀ ਖੂਬਸੂਰਤ ਨਹੀਂ ਹੈ ਕਿ ਮੈਨੂੰ ਉਹ ਟੈਂਪਟ ਕਰ ਸਕੇ, ਮੇਰੇ ਤੇ ਅਸਰ ਪਾ ਸਕੇ, ਮੈਨੂੰ ਇੰਪ੍ਰੈਸ ਕਰ ਸਕੇ। ਇੱਥੇ ਟੈਂਪਟ ਦਾ ਮਤਲਬ ਕੀ ਹੈ ਜੀ? ਇੰਪ੍ਰੈਸ। ਓਕੇ ਹੈਗੀ ਹੈ ਪਰ ਇੰਨੀ ਖੂਬਸੂਰਤ ਨਹੀਂ ਹੈ। ਇੱਥੇ ਦੇਖੋ ਫਿਰ ਹੈਂਡਸਮ ਯੂਜ਼ ਹੋਇਆ ਹੈ ਕਿ ਉਹ ਇੰਨੀ ਬਿਊਟੀਫੁਲ ਨਹੀਂ ਹੈ ਕਿ ਮੈਨੂੰ ਇੰਪ੍ਰੈਸ ਕਰ ਸਕੇ। ਹੁਣ ਇਹ ਜੋ ਗੱਲਾਂ ਕਹਿ ਰਹੇ ਹੈ, ਇਹ ਗੱਲਾਂ ਉਹਦੀਆਂ ਸੁਣੀਆਂ ਜਾ ਰਹੀਆਂ ਨੇ। ਕੌਣ ਸੁਣ ਰਹੀ ਹੈ ਜੀ? ਐਲਿਜ਼ਾਬeth। ਇਹ ਗੱਲ ਦਾ ਧਿਆਨ ਰੱਖਿਓ। ਉਹਨੇ ਇਹ ਗੱਲ ਕਹੀ ਕਿ ਸ਼ੀ ਇਜ਼ ਟੋਲਰੇਬਲ ਬਟ ਨਾਟ ਹੈਂਡਸਮ ਇਨਫ ਟੂ ਟੈਂਪਟ ਮੀ। ਅੱਛਾ, ਇਹ ਵਾਲੀ ਜਿਹੜੀ ਲਾਈਨ ਹੈ ਨਾ, ਸ਼ੀ ਇਜ਼ ਟੋਲਰੇਬਲ ਤੋਂ ਲੈ ਕੇ ਟੈਂਪਟ ਮੀ ਤੱਕ, ਇਹ ਨੋਵਲ ਦੀ ਦੂਸਰੀ ਸਭ ਤੋਂ ਫੇਮਸ ਲਾਈਨ ਹੈ। ਪਹਿਲੀ ਲਾਈਨ ਕਿਹੜੀ ਸੀ ਯਾਦ ਕਰੋ, ਜਿਹੜੀ ਨਾਵਲ ਦੇ ਬਿਲਕੁਲ ਸਟਾਰਟ 'ਚ ਆਈ ਸੀ। ਇਸੇ ਤਰ੍ਹਾਂ ਬੇਟਾ ਜਿਹੜੀ ਦੂਸਰੀ ਲਾਈਨ ਹੈ ਜੋ ਮਿਸਟਰ ਡਾਰਸੀ ਕਹਿੰਦਾ, ਇੰਨੀ ਪਪੂਲਰ ਹੋਈ ਹੈ ਲਾਈਨ ਇਹ, ਇਸ ਲਾਈਨ ਨੂੰ ਕਈ ਮੂਵੀਜ਼ ਦੇ ਵਿੱਚ ਯੂਜ਼ ਕੀਤਾ ਗਿਆ ਹੈ ਹੀਰੋ ਵੱਲੋਂ ਹੀਰੋਇਨ ਦੇ ਲਈ, ਈਵਨ ਕਿ ਹਿੰਦੀ ਫਿਲਮਾਂ 'ਚ ਵੀ ਯੂਜ਼ ਕੀਤਾ। ਇਹ ਲਾਈਨ ਐਕਚੁਅਲੀ ਸਭ ਤੋਂ ਪਹਿਲਾਂ ਕਿਹਨੇ ਲਿਖੀ ਹੈ? ਜੇਨ ਆਸਟਨ। ਐਂਡ ਆਈ ਐਮ ਇਨ ਨੋ ਹਿਊਮਰ ਐਟ ਪ੍ਰੈਜ਼ੈਂਟ ਟੂ ਗਿਵ ਕੌਨਸੀਕੁਐਂਸ ਟੂ ਯੰਗ ਲੇਡੀਜ਼ ਹੂ ਆਰ ਸਲਾਈਟਡ ਬਾਈ ਅਦਰ ਮੈਨ। ਦੇਖੋ ਹੋਰ ਕੀ ਕਹਿ ਰਿਹਾ, ਦੇਖੋ ਉਹਨੇ ਪੂਰੀ ਇੱਕ ਤਰ੍ਹਾਂ ਨਾਲ ਇਨਸਲਟ ਕੀਤੀ ਹੈ ਐਲਿਜ਼ਾਬeth ਦੀ। ਓਕੇ ਟਾਈਪ ਹੈ, ਖੂਬਸੂਰਤ ਨਹੀਂ ਕਿ ਮੈਨੂੰ ਇੰਪ੍ਰੈਸ ਕਰ ਸਕੇ। ਫਿਰ ਉਹ ਕੀ ਕਹਿੰਦਾ? ਆਈ ਐਮ ਇਨ ਨੋ ਹਿਊਮਰ ਨਾਟ ਇਨ ਮੂਡ, ਕਿ ਮੈਂ ਇਸ ਮੂਡ 'ਚ ਨਹੀਂ ਹੈਗਾ ਅੱਜ। ਨਾਟ ਇਨ ਹਿਊਮਰ ਦਾ ਮਤਲਬ ਹੋ ਗਿਆ ਨਾਟ ਇਨ ਮੂਡ, ਕਿ ਮੇਰਾ ਮੂਡ ਨਹੀਂ ਹੈ। ਐਟ ਪ੍ਰੈਜ਼ੈਂਟ, ਐਟ ਪ੍ਰੈਜ਼ੈਂਟ ਦਾ ਮਤਲਬ ਨਾਓ, ਕਿ ਮੇਰਾ ਇਸ ਸਮੇਂ ਕੋਈ ਮੂਡ ਨਹੀਂ ਹੈ। ਟੂ ਗਿਵ ਕੌਨਸੀਕੁਐਂਸ ਟੂ ਯੰਗ ਲੇਡੀਜ਼, ਕਿ ਮੈਂ ਆਪਣਾ ਸਮਾਂ ਉਹਨਾਂ ਯੰਗ ਲੇਡੀਜ਼ ਨੂੰ ਦੇਵਾਂ। ਇੱਥੇ ਟੂ ਗਿਵ ਕੌਨਸੀਕੁਐਂਸ ਦਾ ਮਤਲਬ ਹੈ ਬੇਟਾ ਟੂ ਗਿਵ ਟਾਈਮ। ਇੱਥੇ ਕੌਨਸੀਕੁਐਂਸ ਦਾ ਮਤਲਬ ਟਾਈਮ ਤੋਂ ਹੈ। ਕੌਨਸੀਕੁਐਂਸ ਦਾ ਮਤਲਬ ਵੈਸੇ ਰਿਜ਼ਲਟ ਹੁੰਦਾ ਹੈ, ਕੌਨਸੀਕੁਐਂਸ ਦਾ ਮਤਲਬ ਰਿਜ਼ਲਟ ਹੁੰਦਾ ਤੁਹਾਨੂੰ ਮੈਂ ਦੱਸਦਾ। ਲੇਕਿਨ ਇੱਥੇ ਟੂ ਗਿਵ ਕੌਨਸੀਕੁਐਂਸ ਦਾ ਮਤਲਬ ਹੈ ਟੂ ਗਿਵ ਟਾਈਮ, ਕਿ ਮੇਰੇ ਕੋਲੇ ਮੇਰਾ ਇੰਨਾ ਮੂਡ ਨਹੀਂ ਹੈ ਕਿ ਮੈਂ ਸਮਾਂ ਦੇਵਾਂ ਟੂ ਯੰਗ ਲੇਡੀਜ਼, ਉਹਨਾਂ ਯੰਗ ਲੇਡੀਜ਼ ਨੂੰ ਹੂ ਆਰ ਸਲਾਈਟਡ ਬਾਈ ਅਦਰ ਮੈਨ, ਜਿਨ੍ਹਾਂ ਨੂੰ ਬਾਕੀ ਇਨਸਾਨਾਂ ਦੁਆਰਾ ਇਗਨੋਰਡ ਕੀਤਾ ਗਿਆ। ਯਾਦ ਕਰੋ ਸਲਾਈਡ ਸ਼ਬਦ ਪਹਿਲਾਂ ਵੀ ਆਇਆ ਸੀਗਾ, ਇਹਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਇਗਨੋਰਡ। ਇਹ ਸਲਾਈਡ ਸ਼ਬਦ ਉਦੋਂ ਆਇਆ ਸੀ ਜਦੋਂ ਐਲਿਜ਼ਾਬeth ਬੈਠੀ ਸੀ ਤੇ ਉਸਨੂੰ ਕੋਈ ਪਾਰਟਨਰ ਨਹੀਂ ਸੀ ਮਿਲਿਆ। ਪੂਰੇ ਪੈਰੇ ਦੇ ਵਿੱਚ ਬੇਟਾ ਮਿਸਟਰ ਡਾਰਸੀ ਦਾ ਜਿਹੜਾ ਘਮੰਡ ਹੈ, ਜਿਹਨੂੰ ਆਪਾਂ ਕਹਿੰਦੇ ਆ ਨਾ ਸਨੋਬਰੀ, ਸਨੋਬਰੀ ਝਲਕਦੀ ਹੈ। ਉਹ ਐਲਿਜ਼ਾਬeth ਨੂੰ ਇੱਕ ਤਰੀਕੇ ਨਾਲ ਇਨਸਲਟ ਕਰ ਰਿਹਾ ਹੈ। ਦੇਖੋ ਲੱਗਦਾ ਤਾਂ ਇਹੀ ਹੈ ਕਿ ਮਿਸਟਰ ਡਾਰਸੀ ਨੂੰ ਪਤਾ ਹੈ ਕਿ ਮੇਰੀਆਂ ਗੱਲਾਂ ਸੁਣੀਆਂ ਜਾ ਰਹੀਆਂ ਨੇ ਐਲਿਜ਼ਾਬeth ਵੱਲੋਂ, ਕਿਉਂਕਿ ਦੇਖੋ ਬੇਟਾ ਜਦ ਆਪਾਂ ਕੋਲੇ ਖੜੇ ਹੁੰਦੇ ਹਾਂ ਕਿਸੇ ਦੇ, ਤਾਂ ਇਹਨਾਂ ਦਾ ਪਤਾ ਹੁੰਦਾ ਨਾ ਕਿ ਮੈਂ ਜੋ ਗੱਲ ਕਰ ਰਿਹਾ ਸਾਹਮਣੇ ਵਾਲਾ ਸੁਣ ਰਿਹਾ ਹੈ। ਐਲਿਜ਼ਾਬeth ਨੇ ਸੁਣੀਆਂ ਵੀ ਨੇ ਗੱਲਾਂ। ਹੁਣ ਇਸ ਪੂਰੇ ਪੈਰੇ ਦੇ ਵਿੱਚ ਨਾ ਇੱਕ ਗੱਲ ਤੁਸੀਂ ਧਿਆਨ 'ਚ ਰੱਖਿਓ, ਇਹ ਪੈਰਾ ਵੀ ਆ ਜਾਂਦਾ ਕਈ ਵਾਰੀ ਛੋਟੇ ਕੁਐਸਚਨਾਂ 'ਚ, ਤੇ ਉਸ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਇੱਥੇ ਕਿਸ ਤਰੀਕੇ ਨਾਲ ਮਿਸਟਰ ਡਾਰਸੀ ਨੇ ਐਲਿਜ਼ਾਬeth ਦੀ ਇਨਸਲਟ ਕੀਤੀ ਹੈ। 3 ਤਰੀਕੇ ਨਾਲ ਕੀਤੀ ਹੈ। ਸਭ ਤੋਂ ਪਹਿਲਾਂ ਉਸ ਦੀ ਬਿਊਟੀ ਦੀ ਇਨਸਲਟ ਕੀਤੀ ਹੈ, ਹਰ ਬਿਊਟੀ। ਦੇਖੋ ਬੇਟਾ ਹਰ ਇਨਸਾਨ ਆਪਣੇ ਆਪ 'ਚ ਨਾ ਖੂਬਸੂਰਤ ਹੁੰਦਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕੋਈ ਇਨਸਾਨ ਬਦਸੂਰਤ ਨਹੀਂ ਹੁੰਦਾ। ਤੇ ਸਾਡੀਆਂ ਅੱਖਾਂ ਹੀ ਨੇ
ਜਿਹੜੀਆਂ ਕਿਸੇ ਇਨਸਾਨ ਨੂੰ ਖੂਬਸੂਰਤ ਜਾਂ ਬਦਸੂਰਤ ਬਣਾਉਂਦੀਆਂ ਨੇ। ਮੇਰੇ ਹਿਸਾਬ ਨਾਲ ਪਰਮਾਤਮਾ ਦਾ ਬਣਾਇਆ ਹੋਇਆ ਜੀਵ ਹਰ ਖੂਬਸੂਰਤ ਹੈ। ਉਹਦੀ ਬਿਊਟੀ ਦੀ ਉਹਨੇ ਇੱਕ ਤਰੀਕੇ ਨਾਲ ਇਨਸਲਟ ਕੀਤੀ। ਦੂਸਰੀ ਉਹਦੇ ਸੋਸ਼ਲ ਸਟੇਟਸ ਦੀ, ਕਿਉਂਕਿ ਉਸਨੇ ਕੀ ਦੱਸਿਆ ਸੀਗਾ ਕਿ ਇੱਥੇ ਕੋਈ ਲੜਕੀ ਐਸੀ ਨਹੀਂ ਹੈ ਜਿਹੜੀ ਮੇਰੇ ਬਰਾਬਰ ਦੀ ਹੋਵੇ। ਤਾਂ ਇਹਦਾ ਮਤਲਬ ਉਹ ਆਪਣੇ ਆਪ ਨੂੰ ਉੱਪਰ ਸਮਝਦਾ ਕਿ ਮੈਂ ਤਾਂ ਬੜਾ ਰਈਸ ਬੰਦਾ, ਐਰਿਸਟੋਕ੍ਰੈਟਿਕ ਬੰਦਾ, ਮੇਰੇ ਬਰਾਬਰ ਦੀ ਕੋਈ ਲੜਕੀ ਨਹੀਂ। ਤਾਂ ਉਹਦੇ ਸੋਸ਼ਲ ਸਟੇਟਸ ਦੀ, ਉਹਦਾ ਸਮਾਜਿਕ ਰੁਤਬਾ, ਉਸ ਦੀ ਖੂਬਸੂਰਤੀ, ਦੋ ਚੀਜ਼ਾਂ ਹੋ ਗਈਆਂ। ਤੀਸਰੀ ਉਸ ਦੀ ਅਨਪਪੂਲੈਰਿਟੀ ਦੀ। ਪਪੂਲੈਰਿਟੀ ਕੀ ਕਹੋਗੇ ਤੁਸੀਂ? ਜਦੋਂ ਕੋਈ ਬੰਦਾ ਪ੍ਰਸਿੱਧ ਹੁੰਦਾ ਉਹਨੂੰ ਤੁਸੀਂ ਕਹਿੰਦੇ ਨਾ ਪਪੂਲਰ। ਹੁਣ ਉਹ ਪ੍ਰਸਿੱਧ ਕਿਉਂ ਨਹੀਂ? ਕਿਉਂਕਿ ਉਹ ਇਕੱਲੀ ਬੈਠੀ ਹੈ। ਯਾਦ ਕਰੋ, ਉਸਨੂੰ ਕੋਈ ਪਾਰਟਨਰ ਨਹੀਂ ਮਿਲਿਆ, ਇਹਦਾ ਮਤਲਬ ਉਹ ਅਨਪਪੂਲਰ ਹੈ। ਤੁਸੀਂ ਕਿਸੇ ਪਾਰਟੀ ਜਾਓ, ਤੁਹਾਨੂੰ ਕੋਈ ਆ ਕੇ ਬੁਲਾਵੇ ਨਾ, ਇਹਦਾ ਮਤਲਬ ਤੁਸੀਂ ਕੀ ਹੋ? ਅਨਪਪੂਲਰ ਹੋ। ਤੁਸੀਂ ਕਿਸੇ ਨੂੰ ਪਸੰਦ ਨਹੀਂ ਹੈਗੇ, ਚਾਹੇ ਲੜਕਾ ਛੱਡੋ ਲੜਕੀ ਛੱਡੋ, ਤੁਹਾਡੇ ਕੋਲ ਕੋਈ ਆ ਹੀ ਨਹੀਂ ਰਿਹਾ। ਦੈਟ ਮੀਨਸ ਕਿ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ, ਤੁਸੀਂ ਪਪੂਲਰ ਨਹੀਂ ਹੈਗੇ। ਤਾਂ ਤਿੰਨ ਤਰੀਕੇ ਨਾਲ ਉਹਨੇ ਬੇਇੱਜ਼ਤੀ ਕਰ ਐਲਿਜ਼ਾਬੇਥ: ਹਰ ਬਿਊਟੀ, ਹਰ ਅਨਪਪੂਲੈਰਿਟੀ ਐਂਡ ਹਰ ਸੋਸ਼ਲ ਸਟੇਟਸ। ਇਹ ਜਿਹੜੀਆਂ ਗੱਲਾਂ ਬੇਟਾ ਮਿਸਟਰ ਡਾਰਸੀ ਨੇ ਕਹੀਆਂ ਨਾ ਐਲਿਜ਼ਾਬੇਥ ਬਾਰੇ, ਇਹ ਸਾਰੀਆਂ ਗੱਲਾਂ ਐਲਿਜ਼ਾਬੇਥ ਨੇ ਸੁਣੀਆਂ। ਕੀ ਐਲਿਜ਼ਾਬੇਥ ਨੇ ਕੋਈ ਰਿਐਕਸ਼ਨ ਦਿੱਤਾ ਉਹਦੀਆਂ ਗੱਲਾਂ ਸੁਣ ਕੇ? ਕਿਉਂਕਿ ਜਦ ਤੁਸੀਂ ਕਿਸੇ ਲੜਕੀ ਨੂੰ ਇਹੋ ਜਿਹੀਆਂ ਗੱਲਾਂ ਕਹੋ ਕਿ ਇਹਨੂੰ ਤਾਂ ਕੋਈ ਪਸੰਦ ਨਹੀਂ ਕਰਦਾ, ਇਹ ਤਾਂ ਮੇਰੇ ਬਰਾਬਰ ਦੀ ਹੈ ਨਹੀਂ, ਇਹਦਾ ਸੋਸ਼ਲ ਸਟੇਟਸ ਮੇਰੇ ਬਰਾਬਰ ਦਾ ਹੈ ਨਹੀਂ, ਇਹ ਤਾਂ ਖੂਬਸੂਰਤ ਵੀ ਹੈ ਨਹੀਂ, ਓਕੇ ਟਾਈਪ ਹੈ, ਲੜਕੀ ਨੂੰ ਬੁਰਾ ਲੱਗੂਗਾ। ਹਰ ਇਨਸਾਨ ਨੂੰ ਬੁਰਾ, ਲੜਕੀ ਨੂੰ ਛੱਡੋ, ਆਪਾਂ ਕਿਸੇ ਵੀ ਇਨਸਾਨ ਬਾਰੇ ਗੱਲਾਂ ਕਹੀਏ ਉਹਨੂੰ ਬੁਰਾ ਲੱਗੂ। ਕੀ ਐਲਿਜ਼ਾਬੇਥ ਨੇ ਰਿਐਕਸ਼ਨ ਦਿੱਤਾ ਆਪਣਾ? ਲੈਟ ਅਸ ਫਾਈਂਡ ਆਊਟ। ਯੂ ਹੈਡ ਬੈਟਰ ਰਿਟਰਨ ਟੂ ਯੋਰ ਪਾਰਟਨਰ ਐਂਡ ਇੰਜੋਏ ਹਰ ਸਮਾਈਲਸ। ਅਜੇ ਗੱਲ ਖਤਮ ਨਹੀਂ ਹੋਈ ਮਿਸਟਰ ਡਾਰਸੀ ਦੀ। ਉਹ ਕਹਿ ਰਹੇ ਹੈ, ਕਹਿੰਦੇ ਤੈਨੂੰ ਆਪਣੇ ਪਾਰਟਨਰ ਕੋਲ ਚਲਾ ਜਾਣਾ ਚਾਹੀਦਾ। ਇੱਥੇ ਫੇਰ ਉਹਦਾ ਪਾਰਟਨਰ ਕੌਣ ਹੈ ਜੀ? ਜੇਨ। ਕਿ ਤੂੰ ਜੇਨ ਕੋਲ ਚਲਾ ਜਾ ਅਤੇ ਉਸ ਦੀਆਂ ਸਮਾਈਲਸ ਨੂੰ ਇੰਜੋਏ ਕਰ, ਉਸਦੀ ਕੰਪਨੀ ਨੂੰ ਇੰਜੋਏ ਕਰ। ਸਮਾਈਲ ਦਾ ਮਤਲਬ ਇੱਥੇ ਉਹਦੀ ਕੰਪਨੀ ਹੋਊਗੀ ਕਿ ਤੂੰ ਉਸਦੀ ਕੰਪਨੀ ਇੰਜੋਏ ਕਰ। ਤੇਰੇ ਨਾਲ ਡਾਂਸ ਕਰ ਰਹੀ ਹੈ, ਤੂੰ ਡਾਂਸ ਇੰਜੋਏ ਕਰ। ਫॉर ਯੂ ਆਰ ਵੇਸਟਿੰਗ ਯੂਰ ਟਾਈਮ ਵਿਦ ਮੀ। ਤੂੰ ਮੇਰੇ ਕੋਲੇ ਖੜ ਕੇ ਮੇਰਾ ਟਾਈਮ ਖਰਾਬ ਕਰ ਰਹੇ ਹੈ, ਵੇਸਟ ਕਰ ਰਹੇ ਹੈ। ਵਾਈ ਆਰ ਯੂ ਵੇਸਟਿੰਗ ਯੂਰ ਟਾਈਮ ਵਿਦ ਮੀ? ਗੋ ਟੂ ਜੇਨ ਐਂਡ ਇੰਜੋਏ ਦ ਡਾਂਸ। ਜਸਟ ਇਹ ਕਹਿ ਰਹੇ। ਦੇਖੋ ਕਿੱਡਾ ਰੁੱਖਾ ਬੰਦਾ ਉਹ। ਮਿਸਟਰ ਬਿੰਗਲੇ ਆਪਣਾ ਡਾਂਸ ਛੱਡ ਕੇ, ਯਾਦ ਕਰੋ ਡਾਂਸ ਚੱਲ ਰਿਹਾ ਸੀ, ਉਹ ਡਾਂਸ ਛੱਡ ਕੇ ਮਿਸਟਰ ਡਾਰਸੀ ਕੋਲ ਆ ਰਿਹਾ ਹੈ। ਇੱਥੋਂ ਮਿਸਟਰ ਬਿੰਗਲੇ ਦੀ ਸਾਨੂੰ ਕਰੈਕਟਰ ਦੀਆਂ ਕਿੰਨੀਆਂ ਅੱਛਾ ਗੱਲਾਂ ਪਤਾ ਲੱਗਦਾ ਕਿ ਉਹ ਹੀ ਕੇਅਰਸ ਫॉर ਹਿਸ ਫਰੈਂਡ। ਤਾਂ ਮਿਸਟਰ ਬਿੰਗਲੇ ਦੇ ਤੁਸੀਂ ਕਰੈਕਟਰ ਸਕੈਚ ਦੇ ਵਿੱਚ ਇੱਕ ਲਾਈਨ ਲਿਖ ਸਕਦੇ ਕਿ ਆਪਣੇ ਫਰੈਂਡ ਦੀ ਉਹ ਕੇਅਰ ਕਰਦਾ ਕਿ ਯਾਰ ਉਹ ਕੱਲਾ ਖੜਾ ਮੇਰਾ ਫਰੈਂਡ, ਤਾਂ ਮੈਂ ਉਹਨੂੰ ਪਾਰਟੀ 'ਚ ਲੈ ਕੇ ਆਵਾਂ। ਤੇ ਉਹਨੂੰ ਕੀ ਕਹਿ ਰਹੇ ਹੈ? ਯੂ ਆਰ ਵੇਸਟਿੰਗ ਯੂਰ ਟਾਈਮ। ਇੱਥੋਂ ਸਾਨੂੰ ਪਤਾ ਲੱਗਦਾ ਕਿ ਕਿੰਨਾ ਰੁੱਖਾ ਬੰਦਾ ਉਹ, ਅਨਪਲੇਜ਼ੈਂਟ ਪਰਸਨ ਹੈ ਮਿਸਟਰ ਡਾਰਸੀ। ਮਿਸਟਰ ਬਿੰਗਲੇ ਫੋਲੋਡ ਹਿਸ ਐਡਵਾਈਸ। ਤਾਂ ਮਿਸਟਰ ਬਿੰਗਲੇ ਉਹਦੀ ਐਡਵਾਈਸ ਨੂੰ ਫੋਲੋ ਕਰਦਾ ਹੈ। ਤਾਂ ਮਿਸਟਰ ਬਿੰਗਲੇ ਜੀ ਉਹਦੀ ਐਡਵਾਈਸ ਨੂੰ ਫੋਲੋ ਕਰਦਾ ਹੈ, ਸਲਾਹ ਮੰਨ ਲੈਂਦਾ ਹੈ। ਮਿਸਟਰ ਡਾਰਸੀ ਵਾਕਡ ਆਫ। ਮਿਸਟਰ ਡਾਰਸੀ ਵੀ ਉਹਦੇ ਕੋਲੋਂ ਚਲਾ ਜਾਂਦਾ ਹੈ, ਯਾਨੀ ਕਿ ਮਿਸਟਰ ਬਿੰਗਲੇ ਜੇਨ ਕੋਲ ਚਲਾ ਜਾਂਦਾ ਡਾਂਸ ਕਰਨ ਤੇ ਮਿਸਟਰ ਡਾਰਸੀ ਵੀ ਚਲਾ ਜਾਂਦਾ। ਇੱਥੇ ਵਾਕਡ ਆਫ ਆਇਆ ਬੇਟਾ। ਵਾਕ ਦਾ ਮਤਲਬ ਤੁਹਾਨੂੰ ਪਤਾ ਹੁੰਦਾ ਹੈ ਚੱਲਣਾ ਹੁੰਦਾ ਹੈ, ਪਰ ਵਾਕ ਦੇ ਪਿੱਛੇ ਜੇਕਰ ਆਫ ਲਾ ਦਈਏ ਇਹ ਫਰੇਜ਼ਲ ਵਰਬ ਬਣ ਜਾਂਦੀ ਹੈ। ਤੇ ਵਾਕ ਆਫ ਦਾ ਮਤਲਬ ਹੋ ਜਾਂਦਾ ਬੇਟਾ ਜਦੋਂ ਆਪਾਂ ਕੋਈ ਜਗ੍ਹਾ ਛੱਡ ਕੇ ਜਾਂਦੇ ਆ ਥੋੜਾ ਜਿਹਾ ਗੁੱਸੇ ਦੇ ਨਾਲ, ਕਿਤੋਂ ਚਲੇ ਜਾਂਦੇ ਆ ਐਂਗਰੀ ਹੋ ਕੇ, ਓਕੇ, ਇਹਨੂੰ ਵਾਕ ਆਫ ਕਹਿੰਦੇ। ਐਂਡ ਐਲਿਜ਼ਾਬੇਥ ਰਿਮੇਨਡ ਵਿਦ ਨੋ ਵੈਰੀ ਕੋਰਡੀਅਲ ਫੀਲਿੰਗ ਟੁਵਰਡਸ ਹਿਮ। ਹੁਣ ਤਾਂ ਮੈਂ ਜਿਵੇਂ ਦੱਸਿਆ ਬੇਟਾ ਕਿ ਐਲਿਜ਼ਾਬੇਥ ਨੇ ਸਾਰੀਆਂ ਗੱਲਾਂ ਸੁਣੀਆਂ ਨੇ, ਤਾਂ ਐਲਿਜ਼ਾਬੇਥ ਉਹਦੀਆਂ ਸਾਰੀਆਂ ਗੱਲਾਂ ਸੁਣ ਕੇ ਟੁਵਰਡਸ ਹਿਮ, ਇੱਥੇ ਹਿਮ ਦਾ ਮਤਲਬ ਮਿਸਟਰ ਡਾਰਸੀ ਤੋਂ ਹੈ ਕਿ ਮਿਸਟਰ ਡਾਰਸੀ ਵੱਲ ਉਹਦੀਆਂ ਜਿਹੜੀਆਂ ਫੀਲਿੰਗਸ ਨੇ ਉਹ ਕੋਈ ਚੰਗੀਆਂ ਨਹੀਂ ਰਹਿ ਜਾਂਦੀਆਂ। ਨੋ ਵੈਰੀ ਕੋਰਡੀਅਲ ਫੀਲਿੰਗਸ, ਨੋ ਪਾਇਆ ਹੋਇਆ ਹੈ। ਕੋਰਡੀਅਲ ਦਾ ਮਤਲਬ ਇੱਥੇ ਕੀ ਹੈ ਜੀ? ਫਰੈਂਡਲੀ। ਜਦ ਕੋਈ ਪਰਸਨ ਸਾਡਾ ਫਰੈਂਡ ਨਾ ਰਹੇ ਉਸ ਨੂੰ ਅਸੀਂ ਕਹਿੰਦੇ ਹਾਂ ਜੀ ਅਨਫਰੈਂਡਲੀ। ਨੋ ਵੈਰੀ ਕੋਰਡੀਅਲ, ਕੋਰਡੀਅਲ ਦਾ ਮਤਲਬ ਹੁੰਦਾ ਫਰੈਂਡਲੀ, ਨੋ ਕੋਰਡੀਅਲੀ ਦਾ ਮਤਲਬ ਅਨਫਰੈਂਡਲੀ। ਤਾਂ ਹੁਣ ਉਹ ਮਿਸਟਰ ਡਾਰਸੀ ਪ੍ਰਤੀ ਉਹ ਕੋਈ ਚੰਗੀਆਂ ਫੀਲਿੰਗਸ ਨਹੀਂ ਰੱਖਦੀ ਕਿਉਂਕਿ ਉਸਨੇ ਉਸ ਨੂੰ ਮਾੜਾ ਹੀ ਕਿਹਾ, ਕਿਸੇ ਪਾਸੇ ਚੰਗਾ ਨਹੀਂ ਕਿਹਾ। ਤਾਂ ਫਿਰ ਉਸਨੇ ਕੀ ਕੀਤਾ? ਸ਼ੀ ਟੋਲਡ ਦਾ ਸਟੋਰੀ ਹਾਊਐਵਰ ਵਿਦ ਗ੍ਰੇਟ ਸਪਿਰਿਟ ਐਮੰਗ ਹਰ ਫਰੈਂਡਸ। ਉਹਨੇ ਸਾਰੀ ਸਟੋਰੀ, ਤੁਹਾਨੂੰ ਪਤਾ ਲੜਕੀ ਨੂੰ ਆਦਤ ਹੁੰਦੀ ਹੈ, ਕੋਈ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕਿਹਨੂੰ ਦੱਸਣੀ ਹੁੰਦੀ? ਜਾ ਕੇ ਸਹੇਲੀਆਂ ਨੂੰ। ਤਾਂ ਉਹਨੇ ਜਾ ਕੇ ਜੀ ਆਪਣੀਆਂ ਫਰੈਂਡਸ ਨੂੰ ਸਾਰੀ ਕਹਾਣੀ ਸੁਣਾਤੀ। ਸ਼ੀ ਟੋਲਡ ਦਾ ਸਟੋਰੀ। ਮੇਰੇ ਬਾਰੇ ਆ ਕਿਹਾ ਮਿਸਟਰ ਡਾਰਸੀ ਨੇ, ਪਰ ਕੀ ਉਸਨੇ ਗੁੱਸੇ 'ਚ ਕਿਹਾ? ਦੇਖੋ ਧਿਆਨ ਨਾਲ, ਵਿਦ ਗ੍ਰੇਟ ਸਪਿਰਿਟ, ਬੜੇ ਹੀ ਐਨਰਜੀ ਦੇ ਨਾਲ, ਜੋਸ਼ 'ਚ ਆ ਕੇ, ਐਮੰਗ ਹਰ ਫਰੈਂਡਸ, ਆਪਣੀਆਂ ਫਰੈਂਡਸ ਨੂੰ। ਮਤਲਬ ਉਹਨੇ ਦੁਖੀ ਹੋ ਕੇ ਨਹੀਂ ਕਿਹਾ, ਉਸਨੇ ਦੁਖੀ ਹੋ ਕੇ ਗੱਲਾਂ ਆਪਣੀਆਂ ਫਰੈਂਡਸ ਨੂੰ ਨਹੀਂ ਕਹੀਆਂ ਕਿ ਮਿਸਟਰ ਡਾਰਸੀ ਮੈਨੂੰ ਇਹ ਕਹਿੰਦਾ ਸੀ। ਆਮ ਲੜਕੀ ਹੁੰਦੀ ਉਹ ਕੀ ਕਰਦੀ? ਦੋ ਰਿਐਕਸ਼ਨ ਹੋ ਸਕਦੇ ਸੀ, ਜਾਂ ਤਾਂ ਲੜਕੀ ਸੁਣਾਉਂਦੀ ਉਹਨੂੰ 16ਵੀਆਂ ਵੀ ਤੂੰ ਆਪਣੇ ਆਪ ਨੂੰ ਬਾਹਲਾ ਸਮਝਦਾ,
ਤੂੰ ਆ ਜਾ ਇੱਧਰ, ਤੂੰ ਆਪਣੇ ਆਪ ਨੂੰ ਜ਼ਿਆਦਾ ਹੀਰੋ ਸਮਝਦਾ ਹੈ? ਅਮੀਰ ਹੋਏਗਾ, ਘਰ ਨੂੰ ਹੋਏਗਾ, ਸਾਨੇ ਤੇਰੇ ਤੋਂ ਪੈਸੇ ਤੋਂ ਕੀ ਲੈਣਾ? ਸੁਣਾਉਂਦੀ ਕਿ ਨਾ ਸੁਣਾਉਂਦੀ? ਪਰ ਉਹਨੇ ਕਿਉਂ ਨੇ ਐਵੇਂ ਕੀਤਾ? ਨੋ। ਜਾਂ ਫਿਰ ਉਹ ਰੋਪੀ? ਨੋ, ਨਾ ਉਹਨੇ ਮਿਸਟਰ ਡਾਰਸੀ ਨੂੰ ਕੋਈ ਗੱਲਾਂ ਸੁਣਾਈਆਂ ਤੇ ਨਾ ਹੀ ਉਹ ਰੋਈ, ਸਗੋਂ ਉਹਨੇ ਆਪਣੀ ਫਰੈਂਡਸ ਨੂੰ ਜਾ ਕੇ ਸਾਰੀ ਕਹਾਣੀ ਸੁਣਾਈ ਵਿਦ ਗ੍ਰੇਟ ਸਪਿਰਿਟ, ਬੜੇ ਜੋਸ਼ ਚ ਆ ਕੇ। ਦੇਖੋ ਵੀ ਮਿਸਟਰ ਡਾਰਸੀ ਨੇ ਮੈਨੂੰ ਆਹ ਗੱਲਾਂ ਕਹੀਆਂ। ਇੱਥੋਂ ਸਾਨੂੰ ਕੀ ਪਤਾ ਚੱਲਦਾ ਐਲਿਜ਼ਾਬeth ਦਾ ਕਰੈਕਟਰ, ਕਿ ਐਲਿਜ਼ਾਬeth ਬੜੀ ਹੀ ਬੋਲਡ ਲੜਕੀ ਹੈ, ਇਮੋਸ਼ਨਲ ਲੜਕੀ ਨਹੀਂ ਹੈ ਐਲਿਜ਼ਾਬeth। ਜੇ ਉਹ ਸੁਣਾਉਂਦੀ ਤਾਂ ਵੀ ਇਮੋਸ਼ਨਲ ਮੰਨੀ ਜਾਂਦੀ, ਜੇ ਉਹ ਰੋਂਦੀ ਤਾਂ ਵੀ ਇਮੋਸ਼ਨਲ ਮੰਨੀ ਜਾਂਦੀ। ਐਲਿਜ਼ਾਬeth ਬੋਲਡ ਲੜਕੀ ਹੈ ਤੇ ਬੜੀ ਸਟੇਬਲ ਲੜਕੀ ਹੈ। ਉਸਨੇ ਜਸਟ ਆਪਣੇ ਫਰੈਂਡ ਨੂੰ ਕਿਹਾ ਵੀ ਦੇਖੋ ਮਿਸਟਰ ਡਾਰਸੀ ਮੈਨੂੰ ਐਂ ਕਹਿੰਦਾ ਸੀਗਾ। ਦੇਖੋ ਜੇਨ ਆਸਟਨ ਨੇ ਕਿਹਾ ਵੀ ਹੋਇਆ ਫॉर ਦਾ ਮਤਲਬ ਕਿਉਂ? she had a lively playful disposition which delighted in anything ridiculous। ਇੱਥੇ ਪੂਰੀ ਲਾਈਨ ਦੇ ਵਿੱਚ ਐਲਿਜ਼ਾਬeth ਦੇ ਕਰੈਕਟਰ ਦੀਆਂ ਗੱਲਾਂ ਦੱਸੀਆਂ ਗਈਆਂ ਨੇ। ਤੁਸੀਂ ਪੂਰੀ ਲਾਈਨ ਐਲਿਜ਼ਾਬeth ਦੇ ਕਰੈਕਟਰ ਦੇ ਵਿੱਚ ਯੂਜ਼ ਕਰ ਸਕਦੇ ਹੋ, she ਤੋਂ ਲੈ ਕੇ ridiculous ਤੱਕ। ਇਸ ਨੂੰ ਆਪਾਂ ਸਿੰਪਲ ਬਣਾ ਕੇ ਲਿਖਾਂਗੇ ਜੀ ਲਾਈਨ ਨੂੰ ਕਰੈਕਟਰ ਸਕੈਚ। ਲਾਈਵਲੀ ਦਾ ਮਤਲਬ ਹੁੰਦਾ ਬੇਟਾ ਫੁੱਲ ਆਫ એનર્ਜੀ, ਕਿ ਜਿਹੜੀ ਐਲਿਜ਼ਾਬeth ਹੈ ਇਹ ਫੁੱਲ ਆਫ એનર્ਜੀ ਹੈ, ਪੂਰੀ એનર્ਜੀ ਨਾਲ ਭਰੀ ਹੈ, ਕਦੇ ਆਪਣੇ એનર્ਜੀ ਨੂੰ ਡਾਊਨ ਨਹੀਂ ਹੋਣ ਦਿੰਦੀ। ਕਈ ਬੰਦੇ ਹੁੰਦੇ ਨਾ ਜਿਹੜੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ, ਉਹਨੂੰ ਆਪਾਂ ਲਾਈਵਲੀ ਕਹਿੰਦੇ। ਜਿਹੜੇ ਬੰਦੇ ਹਮੇਸ਼ਾ ਚੜ੍ਹਦੀ ਕਲਾ 'ਚ, ਕਦੇ ਤੁਸੀਂ ਦੁਖੀ ਨਹੀਂ ਦੇਖੋਗੇ ਉਹਨਾਂ ਨੂੰ, ਹਮੇਸ਼ਾ ਸਮਾਈਲ ਰਹਿੰਦੀ ਹੈ ਚਿਹਰੇ ਤੇ, ਉਹਨਾਂ ਨੂੰ ਆਪਾਂ ਲਾਈਵਲੀ ਕਰੈਕਟਰ ਕਹਿੰਦੇ। ਫਿਰ ਪਲੇਫੁਲ ਡਿਸਪੋਜੀਸ਼ਨ, ਡਿਸਪੋਜੀਸ਼ਨ ਦਾ ਮਤਲਬ ਹੁੰਦਾ ਬੇਟਾ ਪਰਸਨੈਲਿਟੀ, ਕਿ ਉਸਦੀ ਹਮੇਸ਼ਾ ਪਲੇਫੁਲ ਡਿਸਪੋਜੀਸ਼ਨ ਮਤਲਬ ਖੁਸ਼ਨੁਮਾ, ਪਲੇਫੁਲ ਦਾ ਮਤਲਬ ਇੰਜੋਏਫੁਲ, ਕਿ ਉਹਦੀ ਜਿਹੜੀ ਪਰਸਨੈਲਿਟੀ ਹੈ ਹਮੇਸ਼ਾ ਇੰਜੋਏਫੁਲ ਲੋਕਾਂ ਵਰਗੀ ਹੈ, ਇੰਜੋਏ ਕਰਦੀ ਹੈ। ਉਹ ਕੋਈ ਵੀ ਸਿਚੁਏਸ਼ਨ ਆ ਜੇ ਉਸਨੂੰ ਇੰਜੋਏ ਕਰਦੀ। ਓਕੇ ਕਹਿਤਾ ਮਿਸਟਰ ਡਾਰਸੀ ਨੇ, ਕਹਿਤਾ ਫਿਰ ਕੀ ਹੋ ਗਿਆ? ਨੋ ਪ੍ਰੋਬਲਮ, ਨੋ ਪ੍ਰੋਬਲਮ ਦੀ ਗੋਲੀ ਖਾਧੀ, ਓਕੇ ਕੰਮ। ਵਿਚ ਡਿਲਾਈਟਡ ਇਨ ਐਨੀਥਿੰਗ ਰਿਡਿਕੂਲਸ, ਕੋਈ ਵੀ ਉਸਦੇ ਨਾਲ ਰਿਡਿਕੂਲਸ ਚੀਜ਼ ਹੋ ਜਾਂਦੀ ਹੈ ਉਹਦੇ 'ਚ ਵੀ ਉਹ ਡਿਲਾਈਟ ਕਰਦੀ ਹੈ। ਡਿਲਾਈਟ ਦਾ ਮਤਲਬ ਹੁੰਦਾ ਬੇਟਾ ਇੰਜੋਏ, ਡਿਲਾਈਟ ਦਾ ਮਤਲਬ ਹੋ ਗਿਆ ਇੰਜੋਏ। ਤੇ ਰਿਡਿਕੂਲਸ ਯਾਦ ਕਰੋ ਸਨੋਪ ਚੈਪਟਰ 'ਚ ਆਇਆ ਸੀ, ਤਾਂ ਗ੍ਰੇਸ ਨਾਲ ਜਦੋਂ ਲੜਾਈ ਪੈ ਜਾਂਦੀ ਹੈ ਤਾਂ ਜੌਨ ਐਂਡ 'ਚ ਕੀ ਕਹਿੰਦਾ? I am ridiculous, I am ridiculous, ਕਹਿੰਦਾ ਨਹੀਂ ਉਹ ਮੈਂ ਮੂਰਖ ਹੈ, ਮੈਂ ਮੂਰਖ ਹੈ, ਆਹੀ ਵਰਡ ਯੂਜ਼ ਕਰਦਾ। ਤਾਂ ਕੋਈ ਵੀ ਰਿਡਿਕੂਲਸ ਦਾ ਮਤਲਬ ਇੱਥੇ ਬੇਟਾ ਸਟੂਪਿਡਿਟੀ, ਸਟੂਪਿਡ ਤੋਂ ਸਟੂਪਿਡਿਟੀ ਬਣਦਾ ਮੂਰਖਤਾ। ਕਿ ਕੋਈ ਵੀ ਉਸ ਨਾਲ ਕੋਈ ਸਟੂਪਿਡਿਟੀ ਵਾਲੀ ਗੱਲ ਕਰਦਾ ਸੀ ਨਾ, ਉਹ ਉਹਦੇ 'ਚ ਵੀ ਇੰਜੋਏ ਕਰਦੀ ਸੀ। ਇੱਥੇ ਕਿਹਾ ਗਿਆ ਜੇ ਕੋਈ ਬੰਦਾ ਐਲਿਜ਼ਾਬeth ਦੇ ਨਾਲ ਸਟੂਪਿਡਿਟੀ ਵਾਲੀ ਗੱਲ ਕਰਦਾ, ਮੂਰਖਤਾ ਵਰਗੀ ਗੱਲ ਕਰਦਾ, ਉਹਨੂੰ ਵੀ ਉਹ ਇੰਜੋਏ ਕਰਦਾ, ਗੁੱਸਾ ਨਹੀਂ ਸੀ ਕਰਦਾ। ਤਾਂ ਇੱਥੋਂ ਸਾਨੂੰ ਐਲਿਜ਼ਾਬeth ਦਾ ਕਰੈਕਟਰ ਪਤਾ ਚੱਲਦਾ ਇਹਨਾਂ ਦੋ ਲਾਈਨਾਂ। ਇੱਕ ਪਾਸੇ ਮਿਸਟਰ ਡਾਰਸੀ ਜਿਹੜਾ ਕਦੇ ਖੁਸ਼ੀ ਨਹੀਂ ਹੁੰਦਾ, ਫਾਸਟੀਡੀਅਸ, ਖੁਸ਼ੀ ਨਹੀਂ ਹੁੰਦਾ, ਪਲੀਜ਼ਡ ਹੀ ਨਹੀਂ ਹੁੰਦਾ। ਇੱਕ ਪਾਸੇ ਐਲਿਜ਼ਾਬeth ਹੈ, ਉਸਦੇ ਨਾਲ ਇੱਕ ਲੋਕੀ ਮੂਰਖਤਾ ਵਾਲਾ ਬਿਹੇਵੀਅਰ ਕਰ ਰਹੇ ਨੇ, ਸਟੂਪਿਡਿਟੀ ਵਾਲਾ ਬਿਹੇਵੀਅਰ ਕਰ ਰਹੇ, ਉਹਦੇ 'ਚ ਵੀ ਖੁਸ਼ ਹੈ, ਕੋਈ ਗੱਲ ਨਹੀਂ। ਤਾਂ ਇੱਥੋਂ ਸਾਨੂੰ ਐਲਿਜ਼ਾਬeth ਦਾ ਕਰੈਕਟਰ ਪਤਾ ਚੱਲਦਾ। The evening altogether passed off pleasantly to the whole family। ਹੁਣ ਪੂਰੀ ਫੈਮਿਲੀ ਦੇ ਬਾਰੇ ਗੱਲ ਆਈ ਹੈ ਜੀ, ਕਿਉਂਕਿ ਬੈਨੇਟ ਫੈਮਿਲੀ ਮੈਰੀਟਨ ਹਾਲ ਦੀ ਪਾਰਟੀ 'ਚ ਗਈ ਸੀ ਪੂਰੀ ਦੀ ਪੂਰੀ ਸ਼ਾਮ। ਆਲ ਟੂਗੇਦਰ ਦਾ ਮਤਲਬ ਹੁੰਦਾ ਬੇਟਾ ਕੰਪਲੀਟਲੀ, ਪੂਰੀ ਤਰ੍ਹਾਂ। ਈਵਨਿੰਗ ਹੈ ਉਹ ਬੜੇ ਵਧੀਆ ਤਰੀਕੇ ਨਾਲ ਪਾਸ ਹੋਈ ਜੀ ਪੂਰੀ ਫੈਮਿਲੀ ਲਈ। ਇੱਥੇ ਹੋਲ ਫੈਮਿਲੀ ਦਾ ਮਤਲਬ ਕੀ ਹੈ ਜੀ? ਬੈਨੇਟ ਫੈਮਿਲੀ, ਬੈਨੇਟਸ ਦੀ ਗੱਲ ਹੋ ਰਹੀ ਹੈ ਕਿ 5 ਭੈਣਾਂ ਮਾਂ-ਬਾਪ 7 ਜਣੇ, ਉਹਨਾਂ ਲਈ ਬਹੁਤ ਵਧੀਆ ਪਾਸ ਹੋਈ ਹੈ। ਇੱਥੇ ਦੇਖੋ ਪਾਸਡ ਆਫ ਆਇਆ ਹੈ ਨਾ, ਪਾਸ ਦੇ ਪਿੱਛੇ ਕੀ ਆਇਆ? ਆਫ, OFF। ਇਟ ਇਜ਼ ਆਲਸੋ ਅ ਫਰੇਜ਼ਲ ਵਰਬ। ਪਾਸ ਆਫ ਦਾ ਮਤਲਬ ਹੁੰਦਾ ਬੇਟਾ ਐਂਡਿਡ, ਜਦੋਂ ਕੋਈ ਚੀਜ਼ ਖਤਮ ਹੋ ਜਾਂਦੀ ਹੈ ਤੇ ਸੈਟਿਸਫੈਕਟਰੀਲੀ ਖਤਮ ਹੋ ਜਾਂਦੀ ਹੈ। ਜਦੋਂ ਕੋਈ ਚੀਜ਼ ਆਪਾਂ ਨੇ ਸੋਚੀ ਹੋਵੇ ਨਾ ਕਿ ਆਪਾਂ ਪਾਰਟੀ ਜਾਈਏ, ਪਾਰਟੀ ਉਦਾਂ ਦੀ ਹੁੰਦੀ ਹੈ, ਮਤਲਬ ਆਪਾਂ ਖੁਸ਼ ਹੁੰਦੇ ਹਾਂ ਵੀ ਠੀਕ ਹੈ, ਹੋ ਗਈ, ਵਧੀਆ ਹੋ ਗਈ, ਤਾਂ ਉਹਨੂੰ ਆਪਾਂ ਉੱਥੇ ਵਰਡ ਆਪਾਂ ਯੂਜ਼ ਕਰਦੇ ਹਾਂ ਪਾਸਡ ਆਫ। ਪਹਿਲਾਂ ਕੀ ਆਇਆ ਸੀ ਯਾਦ ਕਰੋ? ਵਾਕਡ ਆਫ। ਹੁਣ ਕੀ ਆਇਆ ਹੈ? ਪਾਸਡ ਆਫ। ਥੋੜਾ ਜਿਹਾ ਫਰਕ ਹੈ। Mrs. Bennet had seen her eldest daughter much admired by the Netherfield party। ਤਾਂ ਮਿਸਿਸ ਬੈਨੇਟ ਦੀ ਗੱਲ ਹੋ ਰਹੀ ਹੈ ਜੀ। ਮਿਸਿਸ ਬੈਨੇਟ ਨੇ ਆਪਣੇ ਸਭ ਤੋਂ ਵੱਡੀ ਲੜਕੀ, ਉਹਦੀ ਐਲਡੈਸਟ ਡਾਟਰ ਕੀ ਹੈ ਜੀ? ਕੌਣ ਹੈ? ਜੇਨ। ਜੇਨ ਨੂੰ ਉਸਨੇ ਦੇਖਿਆ ਸੀ ਕਿ ਉਸਦੀ ਬਹੁਤ ਜ਼ਿਆਦਾ ਐਡਮਾਇਰ ਹੋਈ, ਉਸਦੀ ਰਿਸਪੈਕਟ ਹੋਈ, ਪ੍ਰਸ਼ੰਸਾ ਹੋਈ, ਕਿਹਦੇ ਦੁਆਰਾ? ਨੈਦਰਫੀਲਡ ਪਾਰਟੀ ਦੁਆਰਾ। ਹੁਣ ਇੱਥੇ ਨੈਦਰਫੀਲਡ ਪਾਰਟੀ ਕਿਹੜੀ ਹੈ? ਮਿਸਿਸ ਬਿੰਗਲੇ ਤੇ ਉਹਦੇ ਨਾਲ ਦੇ 4 ਬੰਦੇ। ਟੋਟਲ ਕਿੰਨੇ ਬੰਦੇ ਆਏ ਸੀ? 5 ਆਏ ਸੀ ਨਾ, 5। ਉਹ 5 ਬੰਦੇ ਨੂੰ ਇੱਥੇ ਨੈਦਰਫੀਲਡ ਪਾਰਟੀ ਕਿਹਾ ਗਿਆ। ਤਾਂ ਧਿਆਨ ਰੱਖਿਓ ਕਿ ਨੈਦਰਫੀਲਡ ਪਾਰਟੀ ਇੱਥੇ ਕਿਹੜੀ ਹੈ? ਮਿਸਟਰ ਬਿੰਗਲੇ, ਮਿਸਟਰ ਡਾਰਸੀ, ਮਿਸਟਰ ਬਿੰਗਲੇ ਦੀਆਂ 2 ਭੈਣਾਂ, ਮਿਸ ਬਿੰਗਲੇ, ਮਿਸਿਸ ਹਰਸਟ ਐਂਡ ਮਿਸਟਰ ਹਰਸਟ। ਯਾਦ ਕਰੋ। ਤਾਂ ਤੁਸੀਂ ਧਿਆਨ ਰੱਖਣਾ ਹੈ ਇੱਥੇ ਨੈਦਰਫੀਲਡ ਪਾਰਟੀ ਦਾ ਮਤਲਬ ਕੀ ਹੈ। ਛੋਟਾ ਕੁਐਸਚਨ ਆ ਜਾਂਦਾ ਹੈ ਕਿ ਨੈਦਰਫੀਲਡ ਪਾਰਟੀ ਦਾ ਮਤਲਬ ਕੀ ਹੈ? ਵਾਟ ਡੂ ਯੂ ਮੀਨ ਬਾਈ ਨੈਦਰਫੀਲਡ ਪਾਰਟੀ?
ਤਾਂ ਤੁਸੀਂ ਆਨਸਰ ਕੀ ਲਿਖਣਾ ਹੈ ਜੀ, ਜੋ ਮੈਂ ਹੁਣੀ ਦੱਸਿਆ। ਉਹ 5 ਬੰਦਿਆਂ ਦੇ ਨਾਮ ਲਿਖ ਦੇਣੇ, 2 ਨੰਬਰ ਆ ਜਾਣੇ। ਮਿਸਟਰ ਬਿੰਗਲੇ ਹੈਡ ਡਾਂਸਡ ਵਿਦ ਹਰ ਟਵਾਈਸ ਐਂਡ ਸ਼ੀ ਹੈਡ ਬੀਨ ਡਿਸਟਿੰਗੁਇਸ਼ਡ ਬਾਈ ਹਿਸ ਸਿਸਟਰਸ। ਤਾਂ ਮਿਸਟਰ ਬਿੰਗਲੇ ਨੇ ਉਸ ਦੇ ਨਾਲ 2 ਵਾਰੀ ਡਾਂਸ ਕੀਤਾ ਹੈ। ਇੱਥੇ ਹਰ ਦਾ ਮਤਲਬ ਕੀ ਹੈ ਜੀ, ਜੇਨ। ਤਾਂ ਜੇਨ ਨਾਲ 2 ਵਾਰੀ ਡਾਂਸ ਕਰਿਆ ਅਤੇ ਉਸ ਦੀਆਂ ਭੈਣਾਂ ਨੇ ਵੀ ਉਸ ਨੂੰ ਐਡਮਾਇਰ ਕੀਤਾ। ਇੱਥੇ ਡਿਸਟਿੰਗੁਇਸ਼ ਦਾ ਮਤਲਬ ਹੈ ਬੇਟਾ ਐਡਮਾਇਰਡ, ਮਤਲਬ ਪ੍ਰਸ਼ੰਸਾ ਕਰਨੀ, ਮਤਲਬ ਉਸ ਦੀਆਂ ਭੈਣਾਂ ਨੇ ਵੀ ਉਸ ਨੂੰ ਪਸੰਦ ਕੀਤਾ। ਮਿਸਟਰ ਬਿੰਗਲੇ ਦੀਆਂ ਸਿਸਟਰਸ ਨੇ, ਦੋਨੇ ਸਿਸਟਰਸ ਆਈਆਂ ਸੀ ਨਾ ਉਹਦੀਆਂ, ਉਹਨਾਂ ਨੇ ਵੀ ਜੇਨ ਨੂੰ ਪਸੰਦ ਕੀਤਾ। ਜੇਨ ਵਾਜ਼ ਐਜ਼ ਮਚ ਐਜ਼ ਗ੍ਰੈਟੀਫਾਈਡ ਬਾਈ ਦਿਸ ਐਜ਼ ਹਰ ਮਦਰ ਕੁਡ ਬੀ। ਕਹਿੰਦੇ ਜੇਨ ਨੂੰ ਵੀ ਉਨੀ ਗ੍ਰੈਟੀਫਿਕੇਸ਼ਨ ਸੀ ਨਾ। ਗ੍ਰੈਟੀਫਾਈਡ ਦਾ ਮਤਲਬ ਬੇਟਾ ਇੱਥੇ ਹੈ ਪਲੀਜ਼ਡ, ਖੁਸ਼ ਹੋਣਾ। ਜੇਨ ਵੀ ਉਨੀ ਖੁਸ਼ ਸੀ ਜਿੰਨੀ ਕਿ ਉਹਦੀ ਮਾਂ ਹੈ, ਐਜ਼ ਹਰ ਮਦਰ ਕੁਡ ਬੀ। ਕਿਉਂਕਿ ਜੇਨ ਨੂੰ ਵੀ ਤਾਂ ਦੇਖੋ ਤਵੱਜੋ ਮਿਲੀ ਨਾ ਪੂਰੀ ਪਾਰਟੀ 'ਚ, ਹੋਰ ਤਾਂ ਕਿਸੇ ਨੂੰ ਇੰਨੀ ਤਵੱਜੋ ਮਿਲੀ ਨਹੀਂ। ਐਲਿਜ਼ਾਬੇਥ ਨੂੰ ਤਾਂ ਜਮਾ ਹੀ ਨਹੀਂ ਮਿਲੀ, ਬਾਕੀ ਭੈਣਾਂ ਦਾ ਜੇ ਜ਼ਿਕਰ ਨਹੀਂ ਪਤਾ, ਪਰ ਜੇਨ ਨੂੰ ਤਾਂ ਮਿਲੀ ਹੈ ਬੇਟਾ। ਜੇਨ ਨਾਲ ਤਾਂ ਮਿਸਟਰ ਬਿੰਗਲੇ ਨੇ 2 ਵਾਰੀ ਡਾਂਸ ਕੀਤਾ ਤੇ ਉਸਦੀਆਂ ਭੈਣਾਂ ਨੇ ਵੀ ਉਹਨੂੰ ਪਸੰਦ ਕਰਿਆ। ਤਾਂ ਉਸਦੀ ਮਾਂ ਨੂੰ ਲੱਗ ਰਿਹਾ ਕਿ ਮੇਰੀ ਕੁੜੀ ਤਾਂ ਪਸੰਦ ਆ ਗਈ ਫੈਮਿਲੀ ਨੂੰ, ਵੀ ਹੁਣ ਇਹਦਾ ਵਿਆਹ ਤਾਂ ਹੋ ਜੂ। ਬਟ ਇੱਥੇ ਜੇਨ ਦੇ ਨਾਲ ਇੱਕ ਲਾਈਨ ਪਾਈ ਹੋਈ ਹੈ, ਦੋ ਇਨ ਅ ਕੁਆਈਟਰ ਵੇ। ਇਹ ਲਾਈਨ ਤੋਂ ਸਾਨੂੰ ਜੇਨ ਦਾ ਕਰੈਕਟਰ ਪਤਾ ਚੱਲਦਾ। ਕੁਆਈਟਰ ਦਾ ਮਤਲਬ ਕੀ ਹੁੰਦਾ ਹੈ, ਚੁੱਪ। ਕੁਆਈਟ, ਕੁਆਈਟਰ, ਕੁਆਈਟੈਸਟ, ਡਿਗਰੀ ਲੱਗੀ ਹੋਈ ਹੈ, ਦੂਜੀ ਡਿਗਰੀ ਲੱਗੀ। ਜੇਨ ਵੀ ਖੁਸ਼ ਹੈ, ਉਹਦੀ ਮਾਂ ਵੀ ਖੁਸ਼ ਹੈ। ਮਾਂ ਪੂਰਾ ਢੋਲ ਵਜਾ ਕੇ ਦੱਸ ਰਹੀ ਹੈ ਤੇ ਜੇਨ ਚੁੱਪ ਹੈ। ਫਰਕ ਹੁੰਦਾ ਨਾ, 2 ਤਰ੍ਹਾਂ ਦੇ ਇਨਸਾਨ ਹੁੰਦੇ ਆ, ਜਿਨ੍ਹਾਂ ਤੋਂ ਖੁਸ਼ੀ ਪਚਦੀ ਨਹੀਂ ਤਾਂ ਬਹੁਤ ਢੋਲ ਵਜਾ ਕੇ ਦੱਸ ਦਿੰਦੇ ਹਾਂ ਆਪਾਂ ਖੁਸ਼ ਹਾਂ, ਸਾਰੇ ਗਲੀ ਮੁਹੱਲੇ ਨੂੰ ਪਤਾ ਲੱਗ। ਬਟ ਜੇਨ ਵੀ ਖੁਸ਼ ਹੈ, ਲੇਕਿਨ ਜੇਨ ਬਿਲਕੁਲ ਚੁੱਪ ਹੈ। ਇੱਥੋਂ ਸਾਨੂੰ ਜੇਨ ਦਾ ਕਰੈਕਟਰ ਪਤਾ ਲੱਗਦਾ ਕਿ ਜੇਨ ਕਿੱਦਾਂ ਦੀ ਲੜਕੀ ਹੈ ਜੀ, ਚੁੱਪ ਰਹਿਣ ਵਾਲੀ। ਕਿਉਂਕਿ ਕੁਝ ਲੜਕੀਆਂ ਬੇਟਾ ਰਿਜ਼ਰਵ ਟਾਈਪ ਹੁੰਦੀਆਂ ਨੇ, ਬੋਲਦੀਆਂ ਨਹੀਂ ਹੈ। ਜ਼ਿਆਦਾਤਰ ਲੜਕੀਆਂ ਇਹ ਜਿਹੀ, ਕਈ ਕੁੜੀਆਂ ਹੁੰਦੀਆਂ ਮੂੰਹ ਫੱਟ, ਕਈ ਨਹੀਂ ਹੁੰਦੀਆਂ। ਕਈ ਕੁੜੀਆਂ ਰਿਜ਼ਰਵ ਨੇਚਰ ਦੀਆਂ ਹੁੰਦੀਆਂ ਨੇ, ਉਹ ਆਪਣੀ ਅੰਦਰ ਜੋ ਉਹਦੇ ਗੱਲ ਚੱਲ ਰਹੀ ਹੁੰਦੀ ਹੈ ਉਹ ਬਾਹਰ ਨਹੀਂ ਸ਼ੋਅ ਕਰਦੀ, ਬੋਲ ਕੇ ਨਹੀਂ ਦੱਸਦੀ ਨਾ। ਉਹਨਾਂ ਦੇ ਫੇਸ਼ੀਅਲ ਐਕਸਪ੍ਰੈਸ਼ਨ ਤੋਂ ਪਤਾ ਲੱਗਦਾ ਕਿ ਉਹਨਾਂ ਦੇ ਮਨ 'ਚ ਕੀ ਹੋ ਰਿਹਾ, ਖੁਸ਼ ਹੈ, ਉਹ ਦੁਖੀ ਹੈ, ਸਾਨੂੰ ਨਹੀਂ ਪਤਾ ਲੱਗਦਾ। ਜੇਨ ਉੱਦਾਂ ਦੀ ਲੜਕੀ। ਹੁਣ ਉਸਦੀ ਜਿਹੜੀ ਚੁੱਪ ਹੈ ਨਾ, ਜਾਂ ਉਸਦੀ ਜਿਹੜੀ ਨੇਚਰ ਹੈ, ਇਹ ਨਾਵਲ 'ਚ ਅੱਗੇ ਜਾ ਕੇ ਸਾਨੂੰ ਪਤਾ ਲੱਗੂਗੀ ਕਿ ਨਾਵਲ 'ਚ ਜੇਨ ਦਾ ਕਿਸ ਤਰੀਕੇ ਦੇ ਨਾਲ ਇਸਦੀ ਇਹ ਜੇਨ ਦੀ ਇਹ ਚੁੱਪ ਨੇ ਨਾਵਲ 'ਚ ਕੀ ਕਰਾਤਾ। ਸਿਰਫ ਚੁੱਪ ਰਹਿਣ ਕਰਕੇ ਜੇਨ ਦੇ ਨਾਲ ਕੀ ਹੋਇਆ ਸਾਨੂੰ ਨਾਵਲ ਦੇ ਅੱਗੇ ਜਾ ਕੇ ਪਤਾ ਚੱਲੂ। ਤਾਂ ਇਸ ਲਾਈਨ ਵੱਲ ਤੁਸੀਂ ਧਿਆਨ ਦੇਣਾ। ਕੁਆਈਟਰ ਵੇ। ਐਲਿਜ਼ਾਬੇਥ ਫੈਲਟ ਜੇਨਸ ਪਲੇਜ਼ਰ। ਪਲੇਜ਼ਰ ਦਾ ਮਤਲਬ ਫਿਰ ਇੱਥੇ ਹੈਪੀਨੈਸ ਤੋਂ ਹੀ ਹੈ। ਐਲਿਜ਼ਾਬੇਥ ਨੇ ਜੇਨ ਦੀ ਖੁਸ਼ੀ ਨੂੰ ਮਹਿਸੂਸ ਕੀਤਾ, ਮਤਲਬ ਕਿ ਜੇਨ ਵੀ ਖੁਸ਼ ਸੀ, ਐਲਿਜ਼ਾਬੇਥ ਨੇ ਵੀ ਜੇਨ ਦੀ ਖੁਸ਼ੀ ਮਹਿਸੂਸ ਕੀਤੀ। ਦੇਖੋ ਦੋਨੇ ਭੈਣਾਂ 'ਚ ਕਿੰਨਾ ਪਿਆਰ ਹੈ। ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਪਾਰਟੀ 'ਚ ਕਿਸੇ ਨੇ ਡਾਂਸ ਨਹੀਂ ਕੀਤਾ, ਐਲਿਜ਼ਾਬੇਥ ਵਿਚਾਰੀ ਬਹਿ ਕੇ ਆ ਗਈ। ਹਾਲਾਂਕਿ ਉਸਨੂੰ ਦੁਖੀ ਹੋਣਾ ਚਾਹੀਦਾ ਸੀ ਆਪਣੇ ਲਈ, ਲੇਕਿਨ ਉਹ ਫਿਰ ਵੀ ਜੇਨ ਲਈ ਕੀ ਹੈ, ਖੁਸ਼ ਹੈ। ਇੱਥੋਂ ਸਾਨੂੰ ਪਤਾ ਲੱਗਦਾ ਕਿ ਦੋਨੇ ਭੈਣਾਂ ਦਾ ਆਪਸ 'ਚ ਕਿੰਨਾ ਪਿਆਰ, ਕਿੰਨੀਆਂ ਇੱਕ ਦੂਜੇ ਨੂੰ ਪਸੰਦ ਕਰ। ਹੁਣ ਮੈਰੀ ਦੀ ਗੱਲ ਹੋ ਰਹੀ ਹੈ। Mary had heard herself mentioned to Miss Bingley as the most accomplished girl in the neighborhood. ਹੁਣ ਜਿਹੜੀ ਮੈਰੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂ ਬੇਟਾ, 3ਰੇ ਨੰਬਰ ਵਾਲੀ ਲੜਕੀ ਹੈ। ਜੇਨ ਪਹਿਲੇ ਤੇ ਹੈ, ਐਲਿਜ਼ਾਬੇਥ 2ਰੇ ਤੇ ਹੈ, 3ਰੇ ਨੰਬਰ ਤੇ ਮੈਰੀ ਹੈ। ਹੁਣ ਮੈਰੀ ਨੇ ਸੁਣਿਆ, ਇਹ ਜੇਨ ਆਸਟਨ ਦੱਸ ਰਹੀ ਹੈ, ਇਹ ਕੋਈ ਹੋਰ ਨਹੀਂ ਦੱਸ ਰਿਹਾ, ਇੱਥੇ ਧਿਆਨ ਰੱਖਿਓ। ਜੇਨ ਆਸਟਨ ਦੱਸ ਰਹੀ ਹੈ ਕਿ ਮੈਰੀ ਨੇ had heard herself, ਕਿ ਉਹਨੇ ਆਪ ਸੁਣਿਆ, mention to Miss Bingley, ਕਿ ਜਿਹੜੀ ਲੜਕੀ ਹੈ ਇਹ ਮੈਰੀ, ਇਹ ਨੇਬਰਹੁੱਡ ਦੇ ਵਿੱਚ ਮਤਲਬ ਗੁਆਂਢ ਦੇ ਵਿੱਚ ਸਭ ਤੋਂ ਜ਼ਿਆਦਾ ਐਕੰਪਲਿਸ਼ਡ ਗਰਲ ਹੈ। ਐਕੰਪਲਿਸ਼ ਦਾ ਮਤਲਬ ਹੁੰਦੀ ਹੈ ਵੈਰੀ ਸਕਿਲਫੁਲ, ਜਿਹਨੂੰ ਬੜੀ ਕਲਾ ਹੋਵੇ। ਹੁਣ ਇਹ ਗੱਲ ਕੌਣ ਦੱਸ ਰਹੀ ਹੈ ਆ ਕੇ ਵੀ, ਮੈਰੀ ਖੁਦ ਦੱਸ ਰਹੀ ਕਿ ਮੈਂ ਸੁਣਿਆ ਕਿਸੇ ਤੋਂ ਕਿ ਮੈਂ ਗੁਆਂਢ ਦੇ ਵਿੱਚ ਸਭ ਤੋਂ ਘੈਂਟ ਕੁੜੀ ਹੈ। ਇਹੀ ਮਤਲਬ ਹੈ ਨਾ ਪੰਜਾਬੀ ਦਾ। ਪਰ ਇਹ ਗੱਲ ਕੌਣ ਕਹਿ ਰਹੀ ਹੈ, ਮੈਰੀ ਖੁਦ ਆ ਕੇ ਕਹਿ ਰਹੀ ਹੈ। ਹੁਣ ਇਹ ਗੱਲ ਸੱਚ ਹੈ ਜਾਂ ਝੂਠ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ। ਜਿਹੜਾ ਕਹਿ ਰਹੇ ਹੈ ਉਹੀ ਕਹਿ ਰਿਹਾ ਕਿ ਮੈਂ ਸੁਣਿਆ। ਹੁਣ ਆਪਾਂ ਕਿਵੇਂ ਵਿਸ਼ਵਾਸ ਕਰ ਲਈਏ ਵੀ ਇਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਬਟ ਉਹ ਕਹਿ ਰਹੀ ਹੈ। ਅੱਛਾ, ਇੱਕ ਮੈਰੀ ਦੀ ਹੋਰ ਖਾਸੀਅਤ ਗੱਲ ਹੈ ਇੱਥੇ, ਤੁਸੀਂ ਕਹੋਗੇ ਕਿਹੜੀ ਕਲਾ ਵੀ? ਉਹ ਕਹਿ ਰਹੀ ਹੈ ਨਾ ਮੈਂ ਮੋਸਟ ਅਕੰਪਲਿਸ਼ਡ ਗਰਲ ਹੈ ਨੇਬਰਹੁੱਡ, ਗੁਆਂਢ 'ਚ ਸਭ ਤੋਂ ਅਕੰਪਲਿਸ਼ਡ ਗਰਲ। ਕਿਹੜੀ ਗੱਲ ਕਰ ਰਹੀ ਹੈ? ਪਿਆਨੋ। ਮੈਰੀ ਬਹੁਤ ਅੱਛਾ ਪਿਆਨੋ ਵਜਾਉਂਦੀ, ਉਸਨੇ ਪਾਰਟੀ ਦੇ ਵਿੱਚ ਪਿਆਨੋ ਵੀ ਵਜਾਇਆ ਸੀ। ਉਹ ਸ਼ਾਇਦ ਉਸਦੀ ਗੱਲ ਕਰ ਰਹੀ ਕਿ ਪਿਆਨੋ ਜਦੋਂ ਉਸਨੇ ਪਲੇ ਕੀਤਾ ਉਦੋਂ ਮਿਸ ਬਿੰਗਲੇ ਨੇ ਕਿਸੇ ਲੜਕੀ ਨੂੰ ਕਿਹਾ ਜਾਂ ਕਿਸੇ ਨੂੰ ਕਿਹਾ ਕਿ ਮੈਰੀ ਸਭ ਤੋਂ ਅੱਛੀ ਲੜਕੀ ਹੈ, ਸਭ ਤੋਂ ਵਧੀਆ ਅਕੰਪਲਿਸ਼ਡ ਗਰਲ ਹੈ। ਐਂਡ ਕੈਥਰੀਨ ਐਂਡ ਲੀਡੀਆ ਹੈਡ ਬੀਨ ਫੋਰਚੂਨੇਟ ਇਨਫ ਟੂ ਬੀ ਨੈਵਰ ਵਿਦਾਊਟ ਪਾਰਟਨਰਸ। ਹੁਣ ਬਾਕੀ ਲੜਕੀਆਂ ਵੀ ਆ ਗਈਆਂ। ਸਭ ਤੋਂ ਸ਼ੁਰੂ 'ਚ ਕਿਹਦਾ ਨਾਮ ਆਇਆ ਸੀ? ਐਲਿਜ਼ਾਬੇਥ ਦਾ, ਫਿਰ ਆਇਆ ਸੀ ਜੇਨ ਦਾ, ਫਿਰ ਆਇਆ ਸੀ ਲੀਡੀਆ ਦਾ, ਫਿਰ ਆਇਆ ਸੀ ਮੈਰੀ ਦਾ। ਉਹ 5ਵੀਂ ਕੌਣ ਹੈ? ਕੈਥਰੀਨ। ਨਿਕਨੇਮ ਇਹਦਾ ਕਿਟੀ ਹੈ।
ਤੇ ਕੈਥਰੀਨ ਤੇ ਲੀਡੀਆ ਨੂੰ ਵੀ ਪਾਰਟਨਰ ਮਿਲੇ ਸੀ ਵੀ ਡਾਂਸ ਕਰਨ ਲਈ। ਦੇ ਹੈਡ ਬੀਨ ਫੋਰਚੂਨੇਟ ਦਾ ਮਤਲਬ ਇੱਥੇ ਬੇਟਾ ਲੱਕੀ ਹੈ। ਯਾਦ ਕਰੋ ਸ਼ੁਰੂਆਤ ਦੇ ਵਿੱਚ ਵਿਦ ਅ ਲਾਰਜ ਫੋਰਚੂਨ ਸ਼ਬਦ ਆਇਆ ਸੀ, ਉੱਥੇ ਪੈਸੇ ਤੋਂ ਸੀ ਮਤਲਬ, ਹੈ ਨਾ। ਇੱਥੇ ਫੋਰਚੂਨੇਟ ਹੈ, ਇੱਥੇ ਮਤਲਬ ਲੱਕੀ, ਕਿ ਦੋਨੇ ਕੁੜੀਆਂ ਵੀ ਲੱਕੀ ਸੀ ਕਿਉਂਕਿ ਇਹਨਾਂ ਨੂੰ ਵੀ ਪਾਰਟਨਰ ਮਿਲੇ ਸੀ ਡਾਂਸ ਕਰਨ ਲਈ। ਵਿਚ was all that they had yet learned to care for at a ball, ਕਿਉਂਕਿ ਉਹਨਾਂ ਨੇ ਸਿਰਫ ਇਸੇ ਗੱਲ ਦੀ ਉਹ ਕੇਅਰ ਕੀਤੀ ਸੀ, ਇਸੇ ਗੱਲ ਦੀ ਹੀ ਪਲੈਨਿੰਗ ਕੀਤੀ ਸੀ ਵੀ ਸਾਨੂੰ ਕੋਈ ਪਾਰਟਨਰ ਮਿਲੂਗਾ, ਅਸੀਂ ਉਸ ਦੇ ਨਾਲ ਡਾਂਸ ਕਰਾਂਗੇ ਬਾਲ ਦੇ ਵਿੱਚ, ਤੇ ਉਹਦੇ 'ਚ ਉਹ ਸਕਸੈਸਫੁਲ ਵੀ ਹੋਈਆਂ, ਉਹਨਾਂ ਨੂੰ ਪਾਰਟਨਰ ਮਿਲੇ। ਇੱਥੇ ਦੇਖੋ ਕੇਅਰ ਫੋਰ ਆਇਆ ਨਾ, ਕੇਅਰ ਫੋਰ ਵੀ ਇੱਕ ਫਰੇਜ਼ਲ ਵਰਬ ਹੁੰਦੀ ਹੈ। ਕੇਅਰ ਦਾ ਮਤਲਬ ਵੈਸੇ ਦੇਖਭਾਲ ਕਰਨੀ ਹੁੰਦੀ ਹੈ ਨਾ, ਲੇਕਿਨ ਕੇਅਰ ਦੇ ਨਾਲ ਬਹੁਤ ਸਾਰੀਆਂ ਪ੍ਰੈਪੋਜੀਸ਼ਨਸ ਆਉਂਦੀਆਂ ਨੇ ਤੇ ਉਹਦੇ ਨਾਲ ਇਹਦਾ ਮਤਲਬ ਬਦਲ ਜਾਂਦਾ ਹੈ। ਇੱਥੇ ਕੇਅਰ ਫੋਰ ਦਾ ਮਤਲਬ ਮੈਨੇਜ, ਕਿ ਉਹਨਾਂ ਨੇ ਦੇਖੋ ਆਪਣੇ ਪਾਰਟੀ ਲਈ ਆਪਣੇ ਆਪ ਨੂੰ ਇਸ ਤਰੀਕੇ ਨਾਲ ਮੈਨੇਜ ਕੀਤਾ ਸੀ। ਹੋ ਸਕਦਾ ਉਹ ਪੂਰੀਆਂ ਸੱਜ ਵੱਜ ਕੇ ਵੀ ਗਈਆਂ ਹੋਣਗੀਆਂ, ਡਾਂਸ ਵੀ ਸਿੱਖ ਕੇ ਗਈਆਂ ਹੋਣਗੀਆਂ ਮਾੜਾ ਮੋਟਾ, ਹੈ ਨਾ, ਤੇ ਉਹਨਾਂ ਨੂੰ ਫਿਰ ਪਾਰਟਨਰ ਵੀ ਮਿਲ ਗਏ। ਜਿਸ ਚੀਜ਼ ਨਾਲ ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ ਸੀ ਉਹ ਚੀਜ਼ ਉਹਨਾਂ ਨੂੰ ਮਿਲੀ। ਲੇਕਿਨ ਇੱਥੇ ਐਲਿਜ਼ਾਬੇਥ ਦਾ ਮੈਂਸ਼ਨ ਨਹੀਂ ਹੈ। ਦੇ ਰਿਟਰਨ therefore in good spirits to Longbourn, the village where they lived and of which they were the principal inhabitants। ਤਾਂ ਉਹ ਸਾਰੇ ਜਣੇ ਵਾਪਸ ਆ ਗਏ ਜੀ। ਦੇ ਰਿਟਰਨ ਕਿੱਥੇ ਆ ਗਏ ਜੀ? ਇਨ ਗੁੱਡ ਸਪਿਰਿਟਸ, ਬੜੇ ਹੀ ਵਧੀਆ ਸਪਿਰਿਟਸ ਦੇ ਵਿੱਚ, ਖੁਸ਼ ਹੋ ਕੇ। ਇਨ ਗੁੱਡ ਸਪਿਰਿਟਸ ਦਾ ਮਤਲਬ ਹੁੰਦਾ ਖੁਸ਼ ਹੋ ਕੇ। ਜਦ ਆਪਾਂ ਪਾਰਟੀ ਸਾਡੀ ਪੂਰੀ ਪੁੱਛ ਪੜਤਾਲ ਹੋਵੇ ਤੇ ਪੂਰਾ ਇੰਜੋਏ ਕਰੀਏ ਤਾਂ ਆਪਾਂ ਉੱਥੇ ਕਹਿੰਦੇ ਇਨ ਗੁੱਡ ਸਪਿਰਿਟਸ, ਤਾਂ ਖੁਸ਼ ਹੋ ਕੇ ਵਾਪਸ ਆ ਗਏ ਕਿੱਥੇ? ਲੌਂਗਬੋਰਨ। ਲੌਂਗਬੋਰਨ ਨੂੰ ਜੀ ਐਨਸਰਕਲ ਕਰੋ ਇਸ ਨੂੰ। ਲੌਂਗਬੋਰਨ ਦੀ ਐਲ ਵੱਡੀ ਹੈ। ਲੌਂਗਬੋਰਨ ਕੀ ਹੈ ਜੀ? ਜਿੱਥੇ ਬੈਨੇਟ ਫੈਮਿਲੀ ਰਹਿੰਦੀ ਹੈ, ਉਸ ਪਿੰਡ ਦਾ ਨਾਮ ਹੈ ਦਾ ਵਿਲੇਜ। ਯਾਦ ਕਰੋ ਪਹਿਲਾਂ ਕੀ ਆਇਆ ਸੀ? ਨੈਦਰਫੀਲਡ ਪਾਰਕ। ਲੌਂਗਬੋਰਨ ਦੇ ਵਿੱਚ ਬੇਟਾ ਕੁਝ ਫੈਮਿਲੀਜ਼ ਰਹਿੰਦੀਆਂ ਨੇ, ਮੈਂ ਪਹਿਲਾਂ ਦੱਸ ਦਿੰਦਾ। ਇੱਕ ਤਾਂ ਬੈਨੇਟ ਫੈਮਿਲੀ ਰਹਿੰਦੀ ਹੈ ਤੇ ਸਭ ਤੋਂ ਪੁਰਾਣੀ ਰਹਿ ਰਹੀ ਹੈ, ਇਹ ਸਭ ਤੋਂ ਪਹਿਲਾਂ ਤੋਂ ਹੀ ਇਹ ਰਹਿ ਰਹੇ ਨੇ, ਤਾਂ ਹੀ ਇੱਥੇ ਲਿਖਿਆ ਹੋਇਆ ਹੈ ਦੇ ਵਰ ਦਾ ਪ੍ਰਿੰਸੀਪਲ ਇਨਹੈਬੀਟੈਂਟਸ। ਪ੍ਰਿੰਸੀਪਲ ਇਨਹੈਬੀਟੈਂਟ ਦਾ ਮਤਲਬ ਜਿਹੜੇ ਮੁੱਢ ਤੋਂ ਲੋਕ ਰਹਿ ਰਹੇ ਨੇ। ਇਨਹੈਬੀਟੈਂਟ ਦਾ ਮਤਲਬ ਹੁੰਦਾ ਵਸਨੀਕ, ਪੰਜਾਬੀ 'ਚ ਆਪਾਂ ਕਹਿੰਦੇ ਰੈਜ਼ੀਡੈਂਟਸ, ਹੈ ਨਾ। ਤਾਂ ਸ਼ੁਰੂ ਤੋਂ ਰਹਿ ਰਹੇ ਨੇ, ਪ੍ਰਿੰਸੀਪਲ ਇਨਹੈਬੀਟੈਂਟਸ ਨੇ ਇਸ ਪਿੰਡ ਦੇ ਵਿੱਚ। ਬੈਨੇਟ ਫੈਮਿਲੀ ਸ਼ੁਰੂ ਤੋਂ ਰਹਿ ਰਹੀ ਹੈ, ਉਸ ਪਿੰਡ 'ਚ ਵਾਪਸ ਆ ਗਏ। ਵੈਸੇ ਜਿਹੜਾ ਲੌਂਗਬੋਰਨ ਪਿੰਡ ਹੈ ਨਾ, ਇਹ ਨੈਦਰਫੀਲਡ ਪਾਰਕ ਵਾਂਗੂ ਇੰਗਲੈਂਡ 'ਚ ਹੈ ਨਹੀਂ। ਮੈਂ ਤੁਹਾਨੂੰ ਦੱਸਿਆ ਸੀ ਹਰਟਫੋਰਡਸ਼ਾਇਰ ਹੈ, ਹਰਟਫੋਰਡਸ਼ਾਇਰ ਕਾਉਂਟੀ ਹੈ ਇੰਗਲੈਂਡ ਦੇ ਵਿੱਚ। ਲੇਕਿਨ ਇਹ ਦੋਨੇ ਨਾਮ ਨੈਦਰਫੀਲਡ ਪਾਰਕ ਤੇ ਲੌਂਗਬੋਰਨ ਇਹ ਕਿਹਨੇ ਰੱਖੇ ਨੇ? ਜੇਨ ਆਸਟਨ ਨੇ ਆਪਣੇ ਨਾਵਲ ਦੇ ਵਿੱਚ ਰੱਖੇ ਨੇ। ਇਹ ਰਿਐਲਿਟੀ ਦੇ ਵਿੱਚ ਇੰਗਲੈਂਡ 'ਚ ਨਹੀਂ ਹੈਗੇ। ਨੈਦਰਫੀਲਡ ਪਾਰਕ ਦਾ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ। ਨੈਦਰ ਦਾ ਮਤਲਬ ਹੁੰਦਾ ਲੋਅਰ ਫੀਲਡ, ਨੈਦਰਫੀਲਡ। ਹੁਣ ਤੁਹਾਨੂੰ ਦੱਸਿਆ ਸੀਗਾ ਨਾ, ਮਿਸਟਰ ਬਿੰਗਲੇ ਆ ਜਿਹੜਾ, ਉਹ ਮੁੱਢ ਤੋਂ ਅਮੀਰ ਨਹੀਂ ਸੀ ਬੰਦਾ, ਉਹ ਬਣਿਆ ਸੀ ਅਮੀਰ। ਤਾਂ ਨੈਚੁਰਲੀ ਉਹਦਾ ਰੈਂਕ ਕੀ ਹੈ? ਲੋਅਰ ਰੈਂਕ ਹੈ। ਕਿਹਦੇ ਨਾਲੋਂ? ਐਰਿਸਟੋਕ੍ਰੈਟਿਕ ਫੈਮਿਲੀ ਨਾਲੋਂ, ਮਿਸਟਰ ਡਾਰਸੀ ਵਰਗੇ ਪਰਿਵਾਰਾਂ ਨਾਲ ਉਹਦਾ ਰੈਂਕ ਲੋਅਰ ਹੈ। ਉਹਦੇ ਲਈ ਉਹਨਾਂ ਨੇ, ਜੇਨ ਆਸਟਨ ਨੇ ਨਾਮ ਕੀ ਰੱਖਿਆ ਉਹਦੇ ਘਰ ਦੇ ਲਈ? ਨੈਦਰਫੀਲਡ ਪਾਰਕ, ਕਿਉਂਕਿ ਉਹਦਾ ਨਾਮ, ਉਸਦਾ ਆਪਣਾ ਰੁਤਬਾ ਲੋਅਰ ਹੈ ਨਾ ਮਿਸਟਰ ਡਾਰਸੀ ਵਰਗੇ ਪਰਿਵਾਰਾਂ ਤੋਂ। ਉਹ ਨੈਦਰਫੀਲਡ ਪਾਰਕ। ਇਹ ਬੜੀ ਦੇਰ ਤੋਂ ਰਹਿ ਰਹੇ ਨੇ, ਲੌਂਗ ਟਾਈਮ ਤੋਂ ਰਹਿ ਰਹੇ ਨੇ। ਕੌਣ ਭਲਾ? ਮਿਸਟਰ ਬੈਨੇਟ ਫੈਮਿਲੀ। ਤਾਂ ਉਸਦੇ ਲਈ ਜੇਨ ਆਸਟਨ ਨੇ ਇਹਨਾਂ ਦੇ ਪਿੰਡ ਦਾ ਨਾਮ ਕੀ ਰੱਖਿਆ? ਲੌਂਗਬੋਰਨ। ਤਾਂ ਜੇਨ ਆਸਟਨ ਨੇ ਇਸ ਤਰੀਕੇ ਦੇ ਨਾਲ ਫਿਕਸ਼ਨਲ ਨਾਮ ਰੱਖੇ ਨੇ ਜੀ। ਇਹ ਜਿਹੜਾ ਤੁਹਾਨੂੰ ਨਾਵਲ ਹੈ ਨਾ, ਇਹ ਐਬਰੀਜ਼ਡ ਫਾਰਮ 'ਚ ਹੈ। ABRIDGED, ਐਬਰੀਜ਼ਡ ਫਾਰਮ। ਇਹ ਨਾਵਲ ਤੁਹਾਨੂੰ ਐਬਰੀਜ਼ਡ ਫਾਰਮ ਦਾ ਮਤਲਬ ਕਿ ਇਸ ਨੂੰ ਛੋਟਾ ਕਰਕੇ ਲਿਖਿਆ ਹੋਇਆ। ਤਾਂ ਹੀ 3rd ਚੈਪਟਰ ਦੇ ਸ਼ੁਰੂਆਤ ਵਾਲੇ ਪੈਰੇ ਵੀ ਨਹੀਂ ਸੀਗੇ, ਚੈਪਟਰ ਤੋਂ ਬਾਅਦ ਵਾਲੇ ਪੈਰੇ ਵੀ ਨਹੀਂ ਹੈਗੇ, ਬਟ ਓਰੀਜਨਲ ਟੈਕਸਟ ਹੈਗੇ ਨੇ। ਲੇਕਿਨ ਆਪਣੇ ਕੋਲੇ ਕਿਉਂਕਿ ਟੈਕਸਟ ਨਹੀਂ ਹੈ ਤਾਂ ਆਪਾਂ ਨਹੀਂ ਪੜਾਂਗੇ, ਆਪਾਂ ਇੰਨਾ ਹੀ ਪੜਾਂਗੇ ਜੋ ਸਾਨੂੰ ਚੈਪਟਰ 'ਚ ਸਿਲੇਬਸ 'ਚ ਹੈ। ਇਸੇ ਦੇ ਨਾਲ ਸਟੂਡੈਂਟ ਸਾਡੇ ਨਾਵਲ ਦੀ ਚੈਪਟਰ 3 ਦੀ ਸਾਰੀ ਸਟੱਡੀ ਕੰਪਲੀਟ ਹੁੰਦੀ ਹੈ। ਉਮੀਦ ਹੈ ਕਿ ਤੁਹਾਨੂੰ ਨਾਵਲ ਦਾ ਇਹ ਚੈਪਟਰ, ਜੋ ਕਿ ਮੈਰੀਟਨ ਹਾਲ ਦੇ ਵਿੱਚ ਹੋਣ ਵਾਲੀ ਡਾਂਸ ਪਾਰਟੀ ਦੇ ਉੱਪਰ ਬੇਸਡ ਹੈ, ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਸਟੂਡੈਂਟ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਚੈਪਟਰ 3 ਦੇ ਟੈਕਸਟ ਦੇ ਉੱਪਰ ਮੈਂ ਇੱਕ ਕੁਇਜ਼ ਵੀ ਤਿਆਰ ਕੀਤਾ ਹੋਇਆ ਹੈ। ਇਹ ਕੁਇਜ਼ ਤੁਹਾਡੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਹ ਕੁਇਜ਼ ਜ਼ਰੂਰ ਅਟੈਂਪਟ ਕਰੋ। ਇਸ ਕੁਇਜ਼ ਦਾ ਲਿੰਕ ਤੁਹਾਨੂੰ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਬਿਲਕੁਲ ਟੌਪ ਦੇ ਉੱਪਰ ਮਿਲ ਜਾਵੇਗਾ। ਜਿਵੇਂ ਹੀ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਸਿੱਧੇ ਤੁਸੀਂ ਕੁਇਜ਼ ਤੇ ਪਹੁੰਚ ਜਾਵੋਗੇ ਅਤੇ ਫਿਰ ਤੁਸੀਂ ਇਸ ਨੂੰ ਸਬਮਿਟ ਕਰ ਸਕਦੇ ਹੋ। ਮੈਂ ਇਸ ਦੀ ਫੀਡਬੈਕ ਤੁਹਾਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਾਂਗਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨਾਵਲ ਦੀ ਸਟੱਡੀ ਜਾਰੀ ਰੱਖਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।